ਕੀ ਹੱਲ ਵਾ ਯਾਰ? ਯਾਰ ਤੂੰ ਨਾ ਇਹ ਕੋਈ ਦਵਾਈ ਖਾ ਕੇ ਨਾ ਤੂੰ ਖਵਾਜਾ ਸਰਾ ਦੇ ਨਾਲ ਤੂੰ ਰੈਸਲਿੰਗ ਵੇਖ ਲਈ ਹੈ ਬੈਠ। ਜਿਹੜੇ ਕਦੀ ਕੋਲ ਇੰਜ ਉੱਠਦਾ ਕੋਈ ਬਿੱਗਾ ਰੱਜ ਕੇ ਉੱਠਿਆ ਇਹਨੇ ਇੰਨੀ ਕੁਕੜੀ ਵਾਰੀ ਇੰਜ ਕਰਕੇ ਬਾਹਰ ਕੇ ਥੱਲੇ ਰੱਖੀ, ਉਹ ਥੱਲੇ ਖਲੋਤੀ ਵੈਨ ਜੀ ਘੁੰਮੀ ਜਾਂਦੀ। ਤੇ ਕਿਤੇ ਤਾਜੀ ਸਾਗ ਦੇ ਉੱਤੇ ਹੀਰਾ ਗਰਮ ਕਰਕੇ ਮੈਂ ਅੱਛਾ ਮੈਂ ਕੋਈ ਠੀਕ ਟਾਈਮ में खुश आमदीद भी ਤਾੜੀਆਂ ਵਾਲਾ ਇੰਟਰੋ ਨਹੀਂ ਸੀ ਵੈਸੇ। ਲੇਕਿਨ ਉਸਤਾਦ ਜੀ ਤੁਸੀਂ ਆਰੇ ਲੱਗੇ ਹੋ, ਮੈਂ ਕਿਹਾ ਟਾਈਮ ਟਪਾਈਏ। ਯਾਰ ਦੇਖੋ ਸਹੀ, ਇਹ ਦੇਖੋ ਇਹ ਕਿੱਦਾਂ ਲਾਉਣਾ ਬਟਨ, ਉਦਾਂ ਹੀ ਜਿੱਦਾਂ ਲਾਣ ਦੇ ਮੈਂ ਤੁਹਾਨੂੰ ਦੱਸਦਾ। ਤੁਸੀਂ ਗਲਤ ਲਾ ਰਹੇ ਹੋ। ਇਸ ਤਰੀਕੇ ਟਾਂਕਾ ਨਹੀਂ ਲੱਗਣਾ ਸਹੀ ਤਰ੍ਹਾਂ। ਕੁਛ ਦਿਨ ਪਹਿਲੇ ਉਸਤਾਦ ਜੀ ਨੇ ਗੱਲ ਕੀਤੀ ਸੀ ਕਿ ਸ਼ਾਦੀशुदा ਬੰਦੇ ਦੀ ਬੁੱਢੀ ਇੰਜ ਬਟਨ ਲਾਂਦੀ ਹੈ। ਉਸਤਾਦ ਜੀ ਇਹ ਤੁਹਾਡੇ ਤੇ ਮੈਨੂੰ ਅੱਜ ਤਰਸ ਆ ਗਿਆ ਵੇਖ ਕੇ। ਓਏ ਮੇਰੇ ਉਸਤਾਦ ਕੋ ਚੱਲਿਆ ਓਏ ਓਏ ਸ਼ਾਦੀशुदा ਬੇਗਮ ਇੱਕ ਬਟਨ ਲਾਉਂਦੇ ਇੱਥੇ ਪੂਰੀ ਵਾਇਰਿੰਗ ਹੋ ਜਾਣੀ ਆ। ਮਿੱਠੇ ਯਾਰ ਨਹੀਂ, ਕਿਸੇ ਦੀ ਮਹਿਰੂਮੀ ਨੂੰ ਸਮਝਣਾ ਚਾਹੀਦਾ। ਕਿਉਂ ਜੀ ਫੈਸਲ ਸਾਹਿਬ? ਐਦਾਂ ਹੀ ਯਾਰ, ਪਤਾ ਕੀ ਗੱਲ ਉਸਤਾਦ ਜੀ ਕਹਿਣਾ ਨਹੀਂ ਚਾਹੀਦਾ। ਕਹਿੰਦੇ ਨੇ ਜਿਹਦਾ ਬਟਨ ਟੁੱਟ ਜੇ ਤੇ ਦਿਲ ਟੁੱਟ ਜੇ ਉਹ ਵਾਪਸ ਨਹੀਂ ਜੁੜ ਸਕਦਾ। ਹਾਏ 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 ਹਾਏ, ਇਹ ਕਿਹਨੇ ਕਿਹਾ ਜੀ? ਇਹ ਵਿਲੀਅਮ ਸ਼ੇਕਸਪੀਅਰ ਸਾਹਿਬ। ਇਹ ਆਖਰੀ ਦਿਨਾਂ 'ਚ ਵਿਲੀਅਮ ਸ਼ੇਕਸਪੀਅਰ ਇੱਧਰ ਹੀ ਰਿਹਾ ਘਰ ਹੀ। ਨਹੀਂ ਉਸਤਾਦ ਜੀ ਗੱਲ ਪਤਾ ਕੀ ਮਾਫੀ ਦੇਣਾ ਕਹਿਣਾ ਨਹੀਂ ਚਾਹੀਦਾ। ਇਹ ਲਾਓ ਨਾ ਉਸਤਾਦ ਜੀ, ਇੱਕ ਬੰਦਾ ਇੰਝ ਹੀ ਲਾਣ ਡਿਆ ਸੀ, ਸਿੱਧੀ ਉਹਦੇ ਸੂਈ ਅੰਦਰ ਚਲੇ ਗਈ। ਚੱਲ ਉਹ ਬਰਫ ਵਾਲਾ ਸੂਆ ਨਹੀਂ ਸੂਈ ਆ। ਉਸਤਾਦ ਜੀ ਥੋੜੇ ਜਿਹੇ ਧੜ ਤੇ ਮਸਾਇਲ ਚੱਲਦੇ ਰਹੇ ਨੇ, ਕੋਈ ਥੋੜਾ ਜਿਹਾ ਮੈਂ ਮਸਾਇਲ ਡਿਸਕਸ ਕਰਨਾ ਚਾਹੁੰਦਾ ਵਾਂ। ਤੁਸੀਂ ਉਹ ਕੰਨ ਦਾ ਸਿਲਸਿਲਾ ਕਰਕੇ ਬਾਅਦ ਚ ਪੁੱਛਿਆ ਨੇ ਕਿ ਮਿੱਠੇ ਪੁੱਤਰ ਕੀ ਹਾਲ ਚਾਲ, ਤਬੀਅਤ ਕਿੱਦਾਂ, ਮੈਡੀਸਨ ਖਾ ਰਿਹਾ, ਕੀ ਹੋ ਰਿਹਾ ਵਾ? ਓਏ ਬਟਨ ਲਾਣ ਡੇ ਤੂੰ ਆਪਣੀ ਗੱਲ ਕਰ। ਤੇ ਬਟਨ ਟਿੱਚ ਬਟਨ ਲਵਾਏ ਤੇ ਕਾਜ ਕਰਾ ਲਿਆ ਸਤਾਜ ਕੋ ਉਹਦੇ ਵਾਲੀ ਨਹੀਂ ਕਰਾਈ। ਮੇਰੀ ਗੱਲ ਸੁਣ ਮਿੱਠੇ, ਇਹ ਇੱਕ ਐਂਟਰਟੇਨਮੈਂਟ ਵਾਲਾ ਪ੍ਰੋਗਰਾਮ ਆ। ਤੂੰ ਇੱਥੇ ਆਪਣੀਆਂ ਬਿਮਾਰੀਆਂ ਬਾਲ ਲੈਣਾ, ਮੇਰਾ ਕੰਨ ਦਾ ਪਰਦਾ ਹੈ ਨਹੀਂ। ਕੋਈ ਖੁਸ਼ਗਵਾਰ ਗੱਲਾਂ ਕਰ ਯਾਰ। ਇਹ ਖੁਸ਼ਗਵਾਰੀ ਗੱਲ ਹੋਣੀ ਹੈ ਮੇਰੇ ਵਾਸਤੇ ਤਾਂ। ਜਿਹੜਾ ਪਲੇਟਫਾਰਮ ਮਿਲਿਆ ਮੈਂ ਉੱਤੇ ਗੱਲ ਕਰੀ। ਉਸਤਾਦ ਜੀ ਇਜਾਜ਼ਤ ਹੈ ਜੀ? ਕਰੋ ਕਰੋ ਜੀ ਦੇਖੋ ਜਿੱਦਣ ਦੀ ਮੈਂ ਮੈਡੀਸਨ ਯੂਜ਼ ਕਰਨ ਡਿਆ ਮੈਂ ਦੇ ਮੈਂ ਉਦੋਂ ਦਾ ਆਲ ਫਾਲ ਜੇ ਕੰਮ ਹੋਣ ਡਿਆ। ਉਹ ਮੈਡੀਸਨ ਮੈਂ ਖਾਂਦੀ, ਮੈਡੀਸਨ ਪਾਉਂਦੀ ਹੈ ਜ਼ੋਰ। ਮੈਡੀਸਨ ਨਾਲ ਹੁਣ ਮੈਂ ਲੜ ਰਿਹਾ ਮੁਸਲਸਲ। ਮੈਂ ਜਿੱਥੇ ਬਹਿਣਾ ਮੈਨੂੰ ਉੱਥੇ ਹੀ ਤੁਰਦਿਆਂ ਫਿਰਦਿਆਂ ਨੀਂਦ ਆਉਣ ਡਈ ਆ, ਗਨੂਦਗੀ ਪਾ ਦਿੰਦੀ ਆ। ਉਹ ਤਾਂ ਮੈਨੂੰ ਕਿਸੇ ਕੰਮ ਜੋਗਾ ਨਹੀਂ ਛੱਡਿਆ ਉਹਨੇ। ਮੈਡੀਸਨ ਕੀ ਜੌਨ ਸੀਨਾ ਦੀ ਫੈਕਟਰੀ ਚੋਂ ਬਣੀ ਜਿਹੜੀ ਉਹਦੇ ਨਾਲ ਤੂੰ ਲੜਾਈ ਪਾਈ ਹੈ? ਤੂੰ ਦਵਾਈ ਖਾ ਕੇ ਕੋਈ ਗੀਤ ਮਾਲਾ ਸੁਣਿਆ? ਇਹ ਹੀ ਮੈਂ ਚਾਹੁੰਦਾ ਸੀ ਕਿ ਆਬਾਦ ਸਾਹਿਬ को अच्छा है मशवरा देनी है, ਤੁਸੀਂ को अच्छा है मशवरा ਦਿਓ। ਔਰ ਮੈਂ ਸੀਰੀਅਸ ਹਾਂ, ਆਈ ਕੈਨ ਬਿਲੀਵ ਦਿਸ ਯਾਰ। ਸੀਰੀਅਸ ਆ ਤੇ ਹੁਣ ਉਸਤਾਦ ਜੀ ਫਿਰ ਸਾਨੂੰ ਕੁਝ ਕਰਨਾ ਚਾਹੀਦਾ। ਹੁਣ ਸਾਡੇ ਤੇ ਗੇਮ ਆ ਗਈ, ਉਹ ਯਾਰ ਸੀਰੀਅਸ ਹੋ ਗਿਆ। ਟੈਂਟਾਂ ਵਾਲਾ ਵਾਕਫ ਹੈ? ਘੱਟ ਰੇਟ ਤੇ ਜਿਹੜਾ ਤੰਬੂ ਕਨਾਤਾ ਲਾ ਦਿੰਦਾ, ਦੇਗਾਂ ਵਾਲਾ। ਉਹ ਨਹੀਂ ਅੱਜ ਕੱਲ ਤਾਂ ਮਹੱਲੇ 'ਚ ਸੁਸਾਇਟੀਆਂ ਬਣੀਆਂ, ਉਹ ਤੋਂ ਦਰੀਆਂ ਦੁਰੀਆਂ ਵੀ ਲੱਭ ਜਾਂਦੀਆਂ, ਪਲੇਟਾਂ ਪਲੂਟਾਂ। ਲਓ ਬਾਜੀ ਫੇਰ ਪਹੁੰਚ ਗਏ ਐਂਡ ਤੱਕ। ਤੂੰ ਸੀਰੀਅਸ ਨਹੀਂ ਸੀਰੀਅਸ? ਉਹ ਗੱਲ 'ਚ ਸੀਰੀਅਸ ਆ। ਹੁਣ ਬਟਨ ਤੋਂ ਜਾਨ ਛੁੱਟੂਗੀ ਤਾਂ ਕਿਸੇ ਪਾਸੇ ਸਾਨੂੰ ਕੋਈ ਹੱਲ ਦੱਸਣਗੇ। ਉਹ ਹੱਲ ਦੱਸੋ ਉਸਤਾਦ ਜੀ, ਮੈਂ ਕੀ ਕਰਾਂ? ਚਾਰ ਜਣੇ ਬੈਠੇ ਤੁਹਾਨੂੰ ਫਿਰ ਲੇਕਿਨ ਉਸਤਾਦ ਜੀ ਤੁਸੀਂ ਕੀ ਕਰਨ ਡੇ ਹੋ ਯਾਰ? ਨਾ ਕਰਿਆ ਕਰੋ ਉਸਤਾਦ ਜੀ, ਇੰਜ ਤੁਹਾਨੂੰ ਜ਼ੇਬ ਹੀ ਨਹੀਂ ਦਿੰਦਾ। ਉਹ ਮੈਂ ਆ ਮੈਂ ਕੀ ਕਰ ਲਿਆ? ਆ ਲਓ ਉਹ ਬਾਹਰ ਨੂੰ ਲਾ ਲਿਆ। ਉਹ ਗੁੰਝਲ ਪਾ ਲਿਆ ਉਹ ਮੈਂ ਵਿੱਚ ਸ਼ਰਟ ਵੀ ਸੀ ਲਈ। ਇਹ ਜਿਹੜਾ ਉਸਤਾਦ ਜੀ ਕੁਲਜਲਾ ਪਈ ਹੋਈ ਆ। ਤੁਹਾਨੂੰ ਨਾ ਫੌਰਨ ਸ਼ਾਦੀ ਕਰਨੀ ਚਾਹੀਦੀ ਉਸਤਾਦ ਜੀ। ਇਹ ਉਹਨੇ ਕਿਹਾ ਵਾ, शेक्सपियर ने कहा वा कि जिस शख्स का बटन टूटा हुआ हो उसे फौरन शादी कर लेनी चाहिए। पता नहीं यार, फिर मेरे मुंह निकल गया क्या शेक्सपियर साहब ने ਉਸਤਾਦ ਜਿਹੜਾ ਬਟਨ ਲਾ ਕੇ ਜਲਦੀ ਜਿਹੜਾ ਮੇਰੇ ਮਸਾਇਲ ਦਾ ਨਾ ਸੀਰੀਅਸ ਹੱਲ ਕਰੋ ਯਾਰ। ਨਾ ਉਹਨਾਂ ਨੂੰ ਕਰਨ ਦੇ ਤਸੱਲੀ ਨਾਲ, ਮੋੜ ਕੇ ਜਲਦੀ ਚ ਨਾਲ ਮਾੜਾ ਜਿਹਾ ਬਾਅਦ ਚੋਂ ਕਹਿਣਾ ਮਾਸ ਦੇ ਟਾਂਕੇ ਕੱਟਦੇ ਯਾਰ। ਇਹ ਗਲਤ ਲਾ ਕੇ ਬਾਅਦ ਚ ਕਹਿੰਦੇ ਤੁਸੀਂ ਗੱਲਾਂ ਚ ਲਾਇਆ ਮੇਰੇ ਕੋਲ। ਇਹ ਨਾ ਹੋਵੇ ਸ਼ਰਟ ਉਦੋਂ ਹੀ ਬਟਨ ਧੁਨੀ ਤੇ ਲੱਗਾ ਹੋਵੇ ਮੁੜ ਕੇ ਦੂਸਰੀ ਸਾਈਡ ਤੇ ਕਾਜ ਕਰਾਂਦੇ ਫਿਰਦੇ। ਇਹ ਗੋਡਿਆਂ ਚੂੰ ਪੈ ਦੀ ਆਵਾਜ਼ ਆਉਣ ਰਹੀ ਹੈ ਜੀ ਮੇਰੇ। ਉਹ ਮੈਡੀਸਨ ਖਾਣ ਨਾਲ। ਕਿਹੜੀ ਮੈਡੀਸਨ? ਉਹ ਜਿਹੜੀ ਮੈਂ ਕੰਨ ਗਾਲ ਨਾਕ ENT ਦੀ ਖਾਣ ਡਿਆ ਮੈਂ, ENT ਦੀ। ਉਹ ਮੈਨੂੰ ਗਰੂਦ ਕੀ ਬਹੁਤ ਪਾਉਂਦੀ ਮੈਡੀਸਨ ਪਾਉਂਦੀ, ਉਹ ਜ਼ੋਰ ਇੰਜ ਕਰਕੇ ਉਹ ਲੜਦੀ ਮੇਰੇ ਨਾਲ। ਪਹਿਲੇ ਉਸਤਾਦ ਜੀ ਮੈਂ ਖਾਣਾ ਸੀ ਦਿਨੇ, ਮੈਨੂੰ ਪਤਾ ਲੱਗਾ ਵੀ ਯਾਰ ਦਿਨੇ ਮੇਰੇ ਪਾਸੇ ਨਹੀਂ ਸਹੀ। ਮੈਂ ਐ ਸੀ ਮੈਨੂੰ 8 ਨਜ਼ਰ ਆਉਣ ਲੱਗੇ ਸੀ। ਇੱਕ ਤਾਂ ਨਾ 4 2 ਮੈਂ ਇੱਕ ਗੋਲੀ ਖਾਧੀ 2 ਨਜ਼ਰ ਆਏ, 2 ਖਾਧੀਆਂ 4 ਫਿਰ ਮੈਂ 3 ਗੋਲੀਆਂ ਖਾਧੀਆਂ 8 ਨਜ਼ਰ ਆਉਣ ਲੱਗੇ। 6 ਵਿੱਚੋਂ ਮਿਸ। ਮੈਨੂੰ ਲਾਡਲਾ ਬੰਦਾ ਮਿਲਿਆ, ਉਹਨੂੰ ਕਹੀ ਯਾਰ ਮਿੱਠਾ ਜੀ ਦਾ ਪ੍ਰੋਪਰ ਹੱਲ ਵਾ, ਮੈਡੀਸਨ ਤੂੰ ਖਾ ਹੀ ਰਾਤ ਨੂੰ। ਮੈਂ ਰਾਤ ਨੂੰ ਖਾਉਂਦਾ ਵਾ, ਉਹ ਫੇਰ ਜ਼ੋਰ ਪਾਉਂਦੀ ਆ। ਉਹ ਜ਼ੋਰ ਕੀ ਪਾਉਂਦੀ? ਡਾਕਟਰ ਨੂੰ ਕਹਿੰਦਾ ਮਿੱਠਾ ਮੈਨੂੰ ਕੋਈ ਪਰਹੇਜ਼,
ਉਹ ਕਹਿੰਦਾ ਇਹੀ ਪਰਹੇਜ਼ ਆ, ਬਸ ਮੇਰੇ ਕੋਲ ਗਾਂ ਤੋਂ ਨਹੀਂ ਹੋਣਾ ਤੂੰ। ਹਾਂ ਮੇਰਾ ਹੀ ਬਰੇ ਆਵਾਜ਼ ਹੁਣ ਤੇਰੇ ਸਾਹ ਨਾਲ ਜਿਹੜੀ ਨੀਂਦ ਆਉਂਦੀ ਯਾਰ ਕੀ ਹੱਲ ਵਾ ਯਾਰ। ਯਾਰ ਤੂੰ ਨਾ ਇਹ ਕੋਈ ਦਵਾਈ ਖਾ ਕੇ ਨਾ ਤੂੰ ਖਵਾਜਾ ਸਰਾ ਦੇ ਨਾਲ ਤੂੰ ਰੈਸਲਿੰਗ ਵੇਖ ਲਈ ਹੈ ਬੈਠ ਇਹ ਤੈਨੂੰ ਉਲਟ ਹੋ ਗਿਆ ਕੰਮ। ਉਹ ਇਹ ਨਹੀਂ ਹੁਣ ਛੇਤੀ ਨਹੀਂ ਹੋਣੀ। ਤੈਨੂੰ ਰੈਸਲਿੰਗ ਲੜ ਗਈ ਆ। ਨਹੀਂ ਮੈਂ ਸੀਰੀਅਸਲੀ ਮੈਂ ਕੋਈ ਗੱਲ ਗੁਫ਼ਤਗੂ ਵੀ ਕਰ ਰਿਹਾ ਹਾਂ ਨਾ, ਜਦੋਂ ਮੈਡੀਸਿਨ ਖਾਣਾ ਉਦੋਂ ਠੀਕ ਪੌਣੇ ਘੰਟੇ ਮੈਂ ਗੁਫ਼ਤਗੂ ਹੀ ਕਰਦਾ, ਮੈਂ ਸੌਂ ਜਾਂਦਾ ਗਨੂਦਗੀ ਮੈਨੂੰ ਗੱਲਾਂ ਹੋਰ ਮੂੰਹ ਨਿਕਲਦੀਆਂ ਵਾ। ਅਸੀਂ ਗੁਫ਼ਤਗੂ ਕਰਦੇ ਤੇ ਤੈਨੂੰ ਦੇਖਿਆ ਨਹੀਂ, ਜਦੋਂ ਦੇਖਿਆ ਭੌਂਕਦਾ ਹੀ ਵੇਖਿਆ ਗੁਫ਼ਤਗੂ ਤੇ ਅੱਛੇ ਲੋਕ ਕਰਦੇ, ਵੱਡੇ ਵੱਡੇ। ਅੱਛਾ ਪਤਾ ਕੀ ਗੱਲ ਆ, ਅਸੀਂ ਸੁਸਾਇਟੀ 'ਚ ਬੈਠੇ ਨਹੀਂ, ਇਹ ਭੌਂਕ ਪੁੜੇ ਨੂੰ ਗੁਫ਼ਤਗੂ ਹੀ ਕਹਿੰਦੇ ਆ। ਭੌਂਕ ਕੁੜਾ ਉਹ ਤੇਰੇ ਵਾਲ ਕਹਿੰਦੇ ਆ, ਹਾਂਜੀ ਤੇਰੇ ਵਾਲ ਕਹਿੰਦੇ ਹੋਣਗੇ ਤੁਹਾਡੇ ਤੇ ਹਰ ਗੱਲ ਸ਼ੇਕਸਪੀਅਰ ਕਰਨ ਦੇ, ਤੁਸੀਂ ਤਾਂ ਗੂੰਗੇ ਆ। ਯਾਰ ਇਹ ਤੇ ਹਟ ਜਾਊਗਾ। ਤੂੰ ਨਾ ਇੱਕ ਅੱਧਾ ਕਿਲੋ ਦੁੱਧ ਗਰਮ ਕਰਕੇ ਇੱਕ ਲੋਕ ਦੀ ਚਮਚੀ ਪਾ ਲੈਣੀ, ਉਹ ਵਿੱਚ ਮਿਕਸ ਲੁੱਕ ਐਟ ਦਿਸ ਦੀ ਹੈ। ਲੁੱਕ ਐਟ ਦਿਸ। ਆਹੋ ਜਿਹੜੀ ਪਾਉਂਦੇ ਸੜਕਾਂ ਤੇ। ਇਹਦਾ ਉਸਤਾਦ ਜੀ ਜ਼ਿਲ੍ਹੇ ਲਾਹੀ ਕੋਈ ਪ੍ਰੋਪਰ ਹੱਲ ਦੇ ਦਿਓ ਮੈਨੂੰ, ਮੈਂ ਬੜਾ ਪਰੇਸ਼ਾਨ ਆ। ਮੈਡੀਸਿਨ ਖਾਣਾ ਤਾਂ ਮਰਦਾ, ਨਾ ਖਾਵਾਂ ਤਾਂ ਮਰਦਾ ਵਾ, ਮੈਂ ਕੀ ਕਰਾਂ ਦੱਸੋ ਮੈਨੂੰ। ਯਾਰ ਇਹ ਗੱਲਾਂ ਇੱਥੇ ਡਿਸਕਸ ਕਰਨ ਵਾਲੀਆਂ ਨਹੀਂ। ਗੱਲਾਂ ਇੱਥੇ ਡਿਸਕਸ ਕਰਨ ਵਾਲੀ ਇਹ ਆ ਕਿ ਹੁਣ ਦੇਖੋ ਕਿੰਨੀ ਵੱਡੀ ਸਟਾਰ ਸੈਲੈਬ੍ਰਿਟੀ ਦੁਨੀਆ ਤੇ ਨਾਮ ਵੱਜਦਾ, ਵੱਡੇ ਵੱਡੇ ਸਟਾਰਾਂ ਨਾਲ ਬਹਿਣ ਖਲੋਣ, ਉਹ ਟੁੱਟੇ ਬਟਨ ਵਾਲੀ ਸ਼ਰਟ ਸੁੱਟ ਦੋ ਤੁਸੀਂ ਉਸਤਾਦ ਜੀ। ਇਹ ਅੱਜ ਸੀ ਆ ਬਲਗੇਟ ਨੇ ਵੀ ਆਪਣੀ ਜਰਾਬਾਂ ਆਪ ਧੋਤੀਆਂ ਵਾ। ਓਏ ਅੱਜ ਹੀ ਕਿਹੜੀ ਆ, ਅੱਜ ਹੀ ਆ। ਆ ਲਓ ਕਿਉਂ ਉਸਤਾਦ ਜੀ ਮਾਫੀ ਨਾਲ ਬਹੁਤ ਸੋਹਣੀ ਲੱਗੀ ਸ਼ਰਟ ਉਸਤਾਦ। ਵੈਰੀ ਕਿਊਟਨੈਸ। ਇਹ ਸੂਈ ਇੱਥੇ ਅੜਾ ਦਿਓ ਜੀ, ਕਿਸੇ ਦੀ ਹੱਡੀ ਨਾ ਪਾੜ ਦਿਓ। ਆ ਸੂਈ ਹੈ ਬੈਠੇ, ਸੂਈ ਤੈਨੂੰ ਪਤਾ ਉਸਤਾਦ ਜੀ, ਤੁਹਾਨੂੰ ਪਤਾ ਸੂਈ ਨੂੰ ਕੀ ਕਹਿੰਦੇ ਨੇ? ਨੀਡਲਸ। ਨੀਡਲਸ। ਸੂਈ ਨੂੰ ਮਾਂ ਵੀ ਕਹਿੰਦੇ ਨੇ। ਸੂਈ ਮਾਂ ਸੂਈ ਨੂੰ ਗੈਸ ਵੀ ਕਹਿੰਦੇ ਨੇ। ਸੂਈ ਨੂੰ ਸ਼ਾਦੀशुदा ਵੀ ਕਹਿੰਦੇ ਨੇ, ਸੂਈ ਨੂੰ ਮਾਂ ਵੀ ਕਹਿੰਦੇ ਨੇ। ਇਹ ਕੀ ਮਤਲਬ ਉਸਤਾਦ ਜੀ ਦਾ? ਇਹਨੂੰ ਡੈਫੀਨੇਸ਼ਨ ਕਰ ਦਿਓ ਜ਼ਰਾ। ਉਹ ਡੈਫੀਨੇਸ਼ਨ ਵਾਲੀ ਗੱਲ ਨਹੀਂ ਗੀ। ਇਹ ਮੇਰੇ ਨਾਲ ਦੇਖੋ ਜਰਾ, ਹਾਂਜੀ ਕੀ ਹੈ ਜੀ ਹੁਣ? ਥੋੜਾ ਜਿਹਾ ਮੇਰਾ ਮਤਵੱਜੋ ਹੋ ਹੋਇਆ ਕੀ ਆ? ਇਹ ਦੇਖੋ ਮੇਰੀਆਂ ਅੱਖਾਂ 'ਚ ਕੀ ਨਜ਼ਰ ਆਉਣ ਡਿਆ? ਬਗੈਰ ਢੋਂ ਨਹੀਂ, ਦਵਾਈ ਕਿਹੜੀ ਖਾ ਰਿਹਾ ਤੂੰ? ਉਹੀ ਜਿਹੜੇ ਡਾਕਟਰ ਨੇ ਦੱਸੀ ਆ, ਉਹਦੇ ਨਾਲ ਹੁਣ ਕੀ ਹੋ ਰਿਹਾ ਤੈਨੂੰ? ਉਹਦੇ ਨਾਲ ਮੈਨੂੰ ਗਨੂਤ ਕੀ ਦਵਾਈ। ਆਪਰੇਸ਼ਨ ਕਿਉਂ ਨਹੀਂ ਕਰਾ ਰਿਹਾ ਤੂੰ? ਉਸਤਾਦ ਜੀ ਮੈਂ ਨੇਲੇ ਤੇ ਦਿਲ ਸੁੱਟਾਂਗੇ ਮਤਲਬ ਮੈਂ ਡਾਕਟਰ ਫੜਨਾ ਵਾ। ਮਤਲਬ ਮੈਂ ਹੁਣ ਮੈਡੀਸਨ ਉਹਨੇ ਖਾ ਲਈ ਹੈ, ਉਹੀ ਰਿਪੋਰਟਸ ਆਪਾਂ ਜਾਣਾ ਕਿ ਹੋਰ ਡਾਕਟਰ ਕੋਲ ਲੈ ਕੇ ਆਪਣਾ ਸਲਮਾਨ ਸਰ ਨੇ ਕਿਹਾ ਸਾਡੇ ਮਹੱਲੇ ਡਾਕਟਰ ਆ ENT ਦਾ ਬੜਾ ਓਕੇ। ਮੈਂ ਕਿਹਾ ਰਿਪੋਰਟ ਲਕੋ ਦਾਂਗੇ, ਡਾਕਟਰ ਨੂੰ ਸਾਰਾ ਚੈੱਕਅਪ ਕਰਾਵਾਂਗੇ, ਅਗਰ ਉਹਨੇ ਆਪਰੇਸ਼ਨ ਦੱਸਿਆ ਫਿਰ ਉਹ ਡਾਕਟਰ ਸੱਚਾ, ਅਦਰਵਾਈਜ਼ ਅਗਰ ਉਹਨੇ ਆਪਰੇਸ਼ਨ ਨਾ ਦੱਸਿਆ ਉਹਨੇ ਕਿਹਾ ਮੈਡੀਸਨ ਆ ਠੀਕ ਹੋਣਾ, ਮੈਂ ਜਲਾਓ ਕਰਾਓ ਕਰਾਂਗਾ ਉਹ ਡਾਕਟਰ ਦਾ। ਬਸ ਤੂੰ ਇਹਨਾਂ ਚੱਕਰਾਂ ਦੇ ਵਿੱਚ ਨਾ ਦੂਜਾ ਕੰਨ ਵੀ ਹਾਂਜੀ ਤੇ ਇਧਰ ਨੱਕ ਵੀ ਸਾਰਾ ਕੋਈ ਬੇੜਾ ਕਰ ਕਰ ਲੈਣਾ। ਨਹੀਂ ਹਫਤੇ ਦਾ ਉਹਨੇ ਟਾਈਮ ਦਿੱਤਾ ਉਹਨੂੰ, ਹਫਤੇ ਤੈਨੂੰ ਕੁਝ ਨਹੀਂ ਹੋਣ ਲੱਗਾ। ਲੇਕਿਨ ਹੁਣ ਜਿਹੜੀ ਮੈਂ ਮੈਡੀਸਨ 5 ਗੋਲੀਆਂ ਵਾ, ਆ ਪੋਟੇ ਜਿਹੜੀ ਗੋਲੀ ਆ ਉਹ ਮੈਨੂੰ ਪਾਉਂਦੀ ਹੈ ਜ਼ੋਰ, ਮੈਂ ਦੇਖਦਾ ਵਾ। ਉਸਤਾਦ ਜੀ ਆ ਮੈਨੂੰ ਸਿਰਫ ਪੁੱਛਦੇ ਸੀ ਕੋਲ ਇਹ ਜ਼ੋਰ ਕੀ ਬੰਦੀ ਜ਼ੋਰ ਪਾਉਂਦੀ ਹੈ ਨਾ। ਗਮ ਥੋੜਾ ਕੁਝ ਚੇਂਜਿੰਗ ਲਿਆ ਦੇਣੀ। ਚੇਂਜਿੰਗ ਮੈਂ ਬੈਠਾ ਰਹਿਣਾ ਜਿੱਥੇ ਮੈਂ ਨਾ ਉੱਥੇ ਹੀ ਆ। ਬੋਂਦਲ ਜਾਂਦਾ ਜਲਦੀ। ਤੁਸੀਂ ਪੁੱਛੋ ਭਾਨ ਫੈਸਲ, ਤੁਸੀਂ ਮੈਨੂੰ ਕਿੰਨੀ ਵਾਰੀ ਕਿਹਾ ਤੂੰ ਕੋਲ ਸੌਂਕ ਨਹੀਂ? ਮੈਂ ਕਹਾਂ ਯਾਰ ਮੈਨੂੰ ਮੈਡੀਸਨ ਖਾਧੀ ਹੈ, ਮੈਨੂੰ ਨਾ ਬੁਲਾਓ। ਮੈਨੂੰ ਕਸਮ ਲੱਗੇ ਮੈਂ ਮੈਡੀਸਨ ਆਰਜ਼ੀ ਤੌਰ ਤੇ ਹੋ ਸਕਦਾ ਕਿ ਤੂੰ ਠੀਕ ਹੋਵੇ ਵੀ ਜਿੰਨੀ ਦੇਰ ਆਪਰੇਸ਼ਨ ਨਹੀਂ ਕਰਾਉਂਦਾ ਤਾਂ ਉਨੀ ਦੇਰ ਦੇ ਦੇਣਾ, ਉਹ ਮੁਸਤਕਿਲ ਹੱਲ ਨਹੀਂ ਹੈਗਾ। ਅਗਰ ਇੱਕ ਚੀਜ਼ ਦਾ ਹੱਲ ਆਪਰੇਟ ਹੈ ਨਾ ਤੇ ਕਨਫਰਮ ਆ ਵੀ ਆਪਰੇਟ ਇਹਦਾ ਹੱਲ ਆਪਰੇਟ ਹੀ ਆ, ਫਿਰ ਉਹ ਮੈਡੀਸਨ ਨਾਲ ਸਿਰਫ ਉਹਦੀ ਕੋਈ ਦਰਦ ਸ਼ਿੱਦਤ ਘਟ ਜਾਏਗੀ ਉਹਦੀ, ਲੇਕਿਨ ਇਹ ਨਹੀਂ ਕਿ ਵੀ ਤੂੰ ਠੀਕ ਹੋਈ ਜਾ ਰਿਹਾ। ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਹੁਣ ਉਹਦੇ ਕੰਨ ਦਾ ਵੀ ਮਸਲਾ, ਨੱਕ ਦਾ ਵੀ ਮਸਲਾ, ਬੁੱਲਾਂ, ਇਹ ਟੋਟਲ ਨਵਾਂ ਬਣਨ ਵਾਲਾ ਜੈਨ ਨੂੰ ਕਹਿ ਰਿਹਾ। ਹਾਂਜੀ ਆਂਡਾ ਪੀਸ ਕਰਾਓ ਇਹਨੂੰ। ਇਹਨੂੰ ਕੋਲ ਆਇਆ ਜੇ ਤੂੰ ਗੱਡੀ ਕੀਤੀ ਹੁੰਦੇ ਆ ਸੀਰੀਅਸਲੀ ਗੋਡਿਆਂ ਦੇ ਵਿੱਚ ਝੂੰ ਪੈਂ ਦੀ ਆਵਾਜ਼ ਆਉਣ ਲੱਗੀ ਸਾਰੀ। ਕਿਹੜੀ ਝੂੰ ਪੈਂ ਇਹ ਗੋਡਿਆਂ 'ਚ ਆਵਾਜ਼ ਨਹੀਂ ਆਉਂਦੀ, ਆਵਾਜ਼ ਦੀ ਵਜ੍ਹਾ ਤੋਂ ਗੋਡੇ ਜਾਂਦੇ ਰਹਿੰਦੇ ਆ। ਨਹੀਂ ਉਹ ਮੈਡੀਸਨ ਹੁਣ ਦੱਸੋ ਮੈਂ ਕੀ ਕਰਾਂ? ਤੂੰ ਵੀਰੇ ਰੋਲ ਦੱਸ ਯਾਰ। ਉਸਤਾਦ ਜੀ ਰੋਲ ਕੇ ਮਰਨ ਨਾਲੋਂ ਨਾ ਖੁਸ਼ੀ ਕਰ ਲਵੇ ਚੰਗਾ ਰਹੇ ਜੇ। ਅੱਲਾ ਮਾਫੀ ਨੂੰ ਕਹਿਣਾ ਨਹੀਂ ਚਾਹੀਦਾ, ਇਹਦੀ ਗੱਲ ਮੈਂ ਸਹਿਮਤ ਹਾਂ। ਰੋਲ ਕੇ ਮਰਨ ਨਾਲੋਂ ਨਾ ਇਹ ਦਵਾਈ ਖਾਈ ਜਾ, ਆਪੇ 20-25 ਸਾਲਾਂ 'ਚ ਮਰ ਜਾਏਗਾ। ਇਹਨੂੰ ਤਾਜੀ ਉਹ ਦਵਾਈ ਵੱਧ ਨਹੀਂ ਜਾਂਦੀ, ਬੰਦੇ ਨੂੰ ਆਰਾਮ ਆ ਜਾਏ ਖੁਰਾਕਾਂ, ਇਹ ਉਹ ਵੀ ਖਾ ਲੈਂਦਾ ਵਾ, ਕਹਿੰਦਾ ਦਾਇਆ ਕਾਤੋਂ ਕਰ ਵੀ ਤੂੰ ਠੀਕ ਹੋ ਗਿਆ ਛੱਡ ਦੇ ਤੂੰ ਵੱਧ ਕਰ। ਨਹੀਂ ਯਾਰ ਬਾਤ ਦਾ ਕੋਈ ਮੈਨੂੰ ਹੱਲ ਦੱਸੋ। ਸੀਰੀਅਸ ਦਾਰੀ ਮੈਂ ਸੀਰੀਅਸ ਕਹਿਣ ਡਿਆ, ਮੈਨੂੰ ਘਰ ਦੇ ਅੰਮੀ ਜੀ ਕਹਿੰਦੇ ਸੁੱਤਾ ਹੀ ਰਹਿਣਾ ਵਾ, ਸਮਝ ਨਹੀਂ ਆਉਂਦੀ, ਉੱਠ ਹੀ ਨਹੀਂ ਹੁੰਦਾ। ਸਮਝ ਨਹੀਂ ਆਉਂਦੀ, ਉਹ ਤਾਂ 85,000 ਲੱਖ ਰੁਪਇਆ ਆਪਰੇਸ਼ਨ ਦਾ ਲੱਗਣਾ, ਲਾ ਲਓ। ਯਾਰ ਹਾਂ ਤਾਂ ਇਹ ਲੌਜਿਕ ਨਹੀਂ ਬਣਦੀ, ਦਲਾਇਲ ਮੈਨੂੰ ਜਿੱਤਿਆ ਜਾਏ। ਤੈਨੂੰ ਜਦੋਂ ਡਾਕਟਰ ਨੇ ਕਹਿਤਾ ਕਿ ਇਹਦਾ ਹੱਲ ਆਪਰੇਸ਼ਨ ਹੀ ਆ, ਹਾਂਜੀ ਗੱਲ ਮੁੱਕੀ। ਹੁਣ ਤੁਸੀਂ ਆਪ ਹਿਸਾਬ ਲਾਓ, ਉਹਨੂੰ ਵੀ ਥੋੜਾ ਪਾ ਦਿਓ। ਆ ਕੈਲਕੂਲੇਟਰ ਬੋਲੀਏ। ਹੁਣ ਤੁਸੀਂ ਆਪ ਹਿਸਾਬ ਲਓ, ਅਗਰ ਇਹਦਾ ਹੱਲ ਆਪਰੇਸ਼ਨ ਸੀ, ਉਹਨੂੰ ਮੈਨੂੰ 2 ਹਫ਼ਤਿਆਂ ਦੀ ਦਵਾਈ ਕਿਉਂ ਦਿੱਤੀ? ਕਿਉਂਕਿ ਉਹਨੂੰ ਪਤਾ ਇਹਨੇ ਨਹੀਂ ਕਰਾਉਣਾ। ਮੈਂ ਕਰਾਉਣਾ ਵਾ, ਮੈਂ ਦੀਰ ਚ ਰੱਖਣੀ, ਮੈਂ ਡਰਦਾ ਵਾ, ਮੈਂ ਥੋੜਾ ਜਿਹਾ ਮੈਂ ਕਹਿੰਦਾ ਬੱਚਾ ਮੇਰਾ ਤਾਂ ਹੋ ਜਵੇ, ਕੋਈ 10-15 ਸਾਲਾਂ ਦਾ ਹੋ ਜਵੇ, ਚੱਲ ਮੈਨੂੰ ਆਸਰ ਨੂੰ ਆਪਰੇਸ਼ਨ ਕਰਾ ਕੇ ਪਿਆ ਰਹੂੰਗਾ। ਸਹੀ ਗੱਲ ਹੈ ਉਸਤਾਦ ਜੀ, ਉਹ ਬਰੀਕ ਬੀਨੀ ਨਾਲ ਦੇਖ ਰਿਹਾ ਵਾ। ਜੇ ਬੱਚੇ ਤੋਂ ਪਹਿਲੇ ਤੂੰ ਤਾਂ ਹੋ ਗਿਆ ਤੇ
ਹੈ ਹਾਂਜੀ, ਅੱਲਾ ਨਾ ਕਰੇ ਉਸਤਾਦ ਜੀ, ਕਿਉਂ ਨਾ ਕਰੇ। ਤੁਸੀਂ ਉਸਤਾਦ ਦੀ ਗੱਲ ਨਾ ਕਰਿਆ ਕਰੋ, ਕਿਤੇ ਕਿਉਂ ਨਾ ਕਰੇ। ਇਹੋ ਜਿਹੀ ਗੱਲ ਨਾ ਕਰਿਆ ਕਰੋ। ਤੁਹਾਨੂੰ ਪਤਾ ਕਿ ਤੁਹਾਡੀ ਸੁਣਦੇ ਮੈਂ ਹੁਣ ਕਈ ਐਸੀਆਂ ਟੈਨਸ਼ਨਾਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਹੀ ਨਹੀਂ ਕਰਦਾ, ਕਿਉਂਕਿ ਤੁਹਾਡੀ ਡਾਇਰੈਕਟ ਸੁਣੀ ਜਾਂਦੀ ਬੇੜੇ ਇਹ ਕਰ ਤੁਹਾਡਾ ਸਿਰਫ ਵਹਿਮ ਆ, ਕੋਈ ਏਦਾਂ ਦਾ ਚੱਕਰ ਨਹੀਂ ਦਾ। ਉਸਤਾਦ ਜੀ ਮੈਨੂੰ ਫਿੱਟ ਕਰੋ, ਮੇਰਾ ਦਿਲ ਕਰਦਾ ਮੈਂ ਫਿਲਮ ਕਰ ਲਵਾਂ ਫਟਾਫਟ, ਫਿਲਮ ਕਰਕੇ ਨਾ ਫਿਰ ਉਸ ਤੋਂ ਬਾਅਦ ਪਰੇਸ਼ਾਨੀ ਫਿਰ ਮੈਂ ਆਪਰੇਸ਼ਨ ਕਰਾ ਲਾਂਗਾ। ਲੇਕਿਨ ਬੈਠੇ ਮਾਫੀ ਦੇ ਨਾਲ ਉਸਤਾਦ ਜੀ ਮੈਂ ਇੱਕ ਗੱਲ ਕਰਾਂਗਾ, ਇਹਨੂੰ ਪੁੱਛੋ ਜੀ ਫਿਲਮ ਕਰਨੀ ਚਾਹ ਰਿਹਾ, ਸਭ ਤੋਂ ਪਹਿਲੇ ਨੰਬਰ ਤੇ ਫਿਲਮ ਕਰਨ ਤੋਂ ਪਹਿਲੇ ਕਈ ਲੋਕ ਹੁੰਦੇ ਨੇ ਬਰਾਦਰੀ ਤੋਂ ਬਾਹਰ ਫਿਲਮ ਨਹੀਂ ਕਰਦੇ, ਇਹਨੂੰ ਪੁੱਛੋ ਬਰਾਦਰੀ ਤੋਂ ਬਾਹਰ ਫਿਲਮ ਕਰ ਲੇਗਾ? ਇਹ ਭਾਈ ਕਿਤੇ ਵੀ ਕਰ ਲੈਂਦੇ ਆ। ਫਿਲਮ ਬਰਾਦਰੀ 'ਚ ਕਰਨੀ ਹੈ ਗੋਬੜਾਂ 'ਚ? ਨਹੀਂ ਇਹ ਫੈਸਲੇ ਜ਼ਿੰਦਗੀ ਦੇ ਆ, ਭੈੜੇ ਆ, ਸੋਚ ਸਮਝ ਕੇ ਮਸ਼ਵਰੇ ਨਾ ਕਰਨੇ ਆ। ਉਸਤਾਦ ਜੀ ਮੈਂ ਕਹਿੰਦਾ ਇਹਦੀ ਤਮਾਈ ਵਿੱਚ ਫਿਲਮ ਕਰਾ ਦਿਓ ਇਹਦੀ, ਉਹ ਜਿਹੜੇ ਸਟੇਡੀਅਮ 'ਚ ਨਹੀਂ ਕਰਾਉਂਦੇ। ਆ ਜਿਹੜਾ ਸਟੇਡੀਅਮ 'ਚ ਪੂਰਾ ਸਟੂਡੀਓ ਲੱਗਾ ਹੁੰਦਾ ਉਹਦੇ 'ਚ ਕਰਾ ਦੇ। ਉਹ ਭਾਜੀ ਮੈਂ ਵਿਆਹ ਵਾਲੀ ਫਿਲਮ ਦੀ ਗੱਲ ਨਹੀਂ ਕਰ ਰਿਹਾ। ਨਹੀਂ ਮਿੱਠੇ ਤੂੰ ਫਿਲਮ ਕਰਨੀ ਆ, ਹਾਂ ਉਹਨੂੰ ਦੱਸ ਬਰਾਦਰੀ ਚ ਕਰਨੀ ਕਿ ਬਰਾਦਰੀ ਤੋਂ ਬਾਹਰ ਕਰਨੀ? ਆਲੂ ਅਰਜਨ ਜੱਟ ਵਾ ਵੀ ਮੈਂ ਹੁਣ ਮੈਂ ਕਹਿੰਦਾ ਆਲੂ ਅਰਜਨ ਸਾਹਮਣੇ ਕਹਿੰਦੀ ਉਹ ਕਿਹੜਾ ਜੱਟ ਵਾ। ਉਹ ਉਧਰ ਕਰਨੀ ਯਾਰ ਫਿਲਮ ਦਾ ਫਿਲਮ ਕਰਨਾ ਤੇ ਵੀਲਿੰਗ ਕਰਨਾ। ਉਹ ਯਾਰ ਸੌਰੀ ਯਾਰ, ਮੈਂ ਕਿਸੇ ਮੇਥੇ ਨਹੀਂ ਖਾਇਆ ਕਰਨਾ, ਸੌਰੀ ਯਾਰ ਨਾਲ ਸੁਲਾ ਵੀ ਨਹੀਂ ਮਾਰੀ ਕਿਤੇ। ਨਹੀਂ ਉਹ ਬਾਤ ਹੁੰਦੀ ਕਰ ਕਰੋ ਪਰ ਅੱਛਾ ਉਸਤਾਦ ਜੀ ਇਹਨੇ ਫਿਲਮ ਕਰਨੀ, ਐਟੀਟਿਊਡ ਹੁੰਦੇ ਆ। ਅੱਛਾ ਫਿਲਮ ਕਰਨੀ ਮਿੱਠੇ ਚੈਨਮਨ ਕਹਿੰਦਾ ਮਸ਼ਵਰਾ ਦੀਵਾਰਾਂ ਕੋ ਲਵੋ, ਪੁੱਛ ਪ੍ਰਤੀਸ਼ ਕਰੀ ਦੀ ਜਾ ਬਸ ਕੇ ਕਰਦਾ ਤੇ ਉਹਨੂੰ ਉਹ ਰਾਤ ਉੱਤੇ 2 ਵਜੇ ਕੰਧ ਨਾਲ ਖਲੋਤਾ ਸਵੇਰ ਤੱਕ ਲੱਗਾ ਰਵੇ, ਕੀ ਫਿਰ ਤੇਰਾ ਕੀ ਖਿਆਲ ਆ, ਕਰ ਲਈਏ ਕਿ ਨਾ? ਦੀਵਾਰਾਂ ਕੋ ਨਾ ਕਹਿ ਦੋ ਮਸ਼ਵਰਾ ਲੈ ਦੋ, ਬੇਵਕੂਫ ਆ। ਇਹਨੂੰ ਉਸਤਾਦ ਜੀ ਮਾਫੀ ਦੇਣਾ, ਮਿੱਠਾ ਭਰਾ ਹੈ ਸਾਡਾ। ਚਾਰ ਦੀਵਾਰਾਂ ਨੇ, ਚਾਰਾਂ ਤੋਂ ਮਸ਼ਵਰਾ ਲਵੇ, ਚਾਰੇ ਲੈਦਾ ਮਸ਼ਵਰਾ ਦੇ ਦੇਣ, ਆਪਸ ਚ ਦੀਵਾਰਾਂ ਨੂੰ ਲੜਾ ਦੇਵੇ। ਦੀਵਾਰਾਂ ਸਵੇਰੇ ਇੰਜ ਹੋਈਆਂ ਪਈਆਂ ਹੁਣ। ਉਹ ਫਿਲਮ ਕਰਨ ਤੋਂ ਪਹਿਲੇ ਪੁੱਛ ਪ੍ਰਤੀਸ਼ ਕਰਨੀ ਚਾਹੀਦੀ ਹੈ, ਇੱਕ ਦੀਵਾਰ ਜਾ ਕੇ ਵੇਖਣਾ ਚਾਹੀਦਾ, ਸਾਰਾ ਕੁਝ ਵੇਖੀਦਾ। ਜਿੰਨੀ ਮਰਜ਼ੀ ਪੁੱਛ ਪ੍ਰਤੀਕ ਕਰਕੇ ਫਿਲਮ ਕਰ ਲਓ, ਹਾਂਜੀ ਜੇ ਨਹੀਂ ਨਾ ਚੱਲਣੀ ਇਹ ਨਹੀਂ ਚੱਲਣੀ। ਲੇਕਿਨ ਉਸਤਾਦ ਮਰਜ਼ੀ ਪੈਸਾ ਲਾ ਲਾ ਫਿਲਮ ਤੇ, ਨਾ ਇਹਦੇ 500 ਵਿੱਚ ਪਾਲਾ ਤੂੰ ਐਕਟਰ, ਜੇ ਨਹੀਂ ਚੱਲਣੀ ਇਹ ਐਂਡ ਬਸ, ਜੇ ਨਹੀਂ ਚੱਲਣੀ ਤੇ ਨਹੀਂ ਚੱਲਣੀ। ਤੇ ਜੇ ਸਟਾਰਟ ਤੋਂ ਹੀ ਡਿਸੀਜਨ ਅੱਛੇ ਲਏ ਹੋਣ, ਜੇ ਸਟੋਰੀ ਸਮਝ ਲਈ ਜਾਏ ਸਟਾਰਟ ਤੋਂ ਹੀ, ਕੋਈ ਡਾਇਰੈਕਟਰ ਦੀ ਮੰਨ ਲਈ ਜਾਏ। ਭਾਜਨ ਵਿੱਚ ਕੋਈ ਵਿਲਨ ਐਸਾ ਨਿਕਲ ਆਉਂਦਾ ਵੀ ਹੀਰੋ ਹੀ ਦਾ ਨਿਕਲ ਆਉਂਦਾ ਫੇਰ। ਉਸਤਾਦ ਜੀ ਮੈਂ ਤੇ ਇੱਕ ਗੱਲ ਜਾਣਦਾ ਵਾਂ ਕਿ ਸਕ੍ਰਿਪਟ ਸਮਾਨਾਂ ਤੇ ਬਣਦੇ ਆ, ਤੇ ਤੁਸੀਂ ਇੱਥੇ ਉਸਤਾਦ ਜੀ ਇਸ ਉਹ ਭਾਈ ਅੱਗੇ ਵੀ ਫਿਲਮਾਂ ਭਰਾ ਨਾਲ ਵੀ ਫਿਲਮਾਂ ਕਰ ਲਈਆਂ, ਤੂੰ ਹੁਣ ਕਿਹੜੀ ਫਿਲਮ ਕਰਨਾ ਚਾਹੁੰਦਾ? ਉਸਤਾਦ ਜੀ ਨਾਲ ਕਰ ਜਾ ਕੋਈ ਦੋ ਮੈਂ ਚਾਰ। ਖੁਆਇਸ਼ ਜ਼ਾਹਰ ਕੀਤੀ ਮੇਰੇ ਆ। ਨਾਲ ਕਰ ਤੇ ਗਿਆ ਫਿਲਮ, ਨਹੀਂ ਹੋ ਏਸੀ ਦੀ ਕਰ ਗਿਆ, ਉਹਦੀ ਕਰ ਗਿਆ, ਬੜੀਆਂ ਇੱਟਾਂ ਦੀ ਕਰ ਗਿਆ। ਅੱਛਾ ਹੁਣ ਤੂੰ ਫਿਲਮ ਬਾਹਰ, ਮੇਰੇ ਨਾਲ ਤੇ 3-4 ਫਿਲਮਾਂ ਕਰ ਗਏ। ਹੁਣ ਤੂੰ ਫਿਲਮ ਬਾਹਰ ਕਰਨੀ ਹੈ ਤੇ ਪਾਕਿਸਤਾਨ ਚ ਕਰਨੀ ਹੈ? ਮੈਨੂੰ ਬਾਹਰ ਚੂਕੇ ਕਰਾਓ। ਇਹ ਧੂਮ-ਧਾਮ ਨਾਲ ਫਿਲਮ ਕਰਨੀ, ਵੱਡੀ ਫਿਲਮ ਕਰਨੀ ਕਿ ਬਸ 4 ਬੰਦਿਆਂ 'ਚ ਕਰ ਲੈਣੀ। ਹੀਰੋਇਨ ਨੂੰ ਬਸ 3 ਕੱਪੜਿਆਂ 'ਚ ਫਿਲਮ ਕਰਾਉਣੀ ਹੈ ਜਾਂ ਉਸਤਾਦ ਜੀ ਪਤਾ ਕੀ ਗੱਲ ਆ, ਪਹਿਲੇ ਪੁੱਛ ਪਤੀਸ਼ ਹੋਣੀ ਚਾਹੀਦੀ ਨਾ ਕਿ ਹੀਰੋਇਨ ਦੀ ਡਿਟੇਲ ਤੋਂ ਲਵੋ, ਹੀਰੋ ਦੀ ਡਿਟੇਲ ਲਵੋ। ਉਹ ਯਾਰ ਮੈਂ ਚਾਹੁੰਦਾ ਕਿ ਬੱਚਾ ਮੇਰਾ 15 ਸਾਲਾਂ ਦਾ ਹੋ ਜਾਵੇ, ਯਾਰ ਮੈਂ ਨਹੀਂ, ਫਿਲਮ ਕਰ ਲਵਾਂ। ਫੈਸਲ ਭਾਈ ਸਹੀ ਕਹਿ ਰਹੇ, ਪੁੱਛ ਪ੍ਰਤੀਤ ਬੜੀ ਲਾਜ਼ਮੀ ਆ। ਤੁਸੀਂ ਹੀਰੋਇਨ ਨੂੰ ਪਹਿਲੇ ਚੈੱਕ ਕਰੋ, ਉਹਦਾ ਉਹ ਕਿਸੇ ਕਹਿੰਦਾ- ਹੋਰ ਨਾਲ ਨਾ ਸੀਨ ਚੱਲ ਰਿਹਾ ਹੋਵੇ। ਨਵਾਂ ਕਟਾ ਖੁੱਲ ਗਿਆ, ਨਵਾਂ ਕਟਾ ਖੁੱਲ ਗਿਆ। ਅੱਛਾ ਯਾਰ ਮੇਰੀ ਗੱਲ ਸੁਣ, ਫਿਲਮ ਨੂੰ ਛੱਡ ਦੇ। ਗੱਲ ਇਹ ਆ ਕਿ ਨਾਜ਼ਰੀਨ ਬਸ ਦੁਆ ਕਰਨਾ, ਅਸੀਂ ਕੁਝ ਕਰਨ ਲੱਗੇ ਆ ਸੈਟਅਪ ਅਨਕਰੀਬ ਇਨਸ਼ਾਅੱਲਾ ਤਾਲਾ ਧੂਮ ਧਾਮ ਦੇ ਨਾਲ। ਤੇ ਉਹ ਬਸ ਤੁਸੀਂ ਜਿਹੜੇ ਨਾ ਸਾਡੇ ਜਿੱਦਾਂ ਨਹੀਂ ਹੁੰਦਾ ਇੱਕ ਬੰਦਾ ਕੋਈ ਕੰਮ ਕਰਦਾ ਵਾ ਤੇ ਉਹ ਕਹਿੰਦਾ ਯਾਰ ਸਾਡੇ ਮਾਰਕੀਟਿੰਗ ਤੇ ਇਹ ਉਹ ਨਿਜ਼ਾਮ, ਬਸ ਇੱਕ ਗੇਮ ਹੈ ਲੱਗੇ ਆ ਪਾਉਣ ਥੋੜੀ ਦੇਰ ਦਾ, ਫਿਰ ਤੁਸੀਂ ਉਹਨੂੰ ਬਸ ਸਾਡੇ ਨਾਲ ਨਾ ਹਾਲਾ ਲਾਲਾ ਪਾ ਦੇਣੀ ਹੈ। ਧੱਕਾ ਪੂਰਾ ਤੁਸੀਂ ਲਾਉਣਾ ਇਨਸ਼ਾਅੱਲਾ। ਹਾਂਜੀ, ਅਸੀਂ ਗੱਡੀ ਸਟਾਰਟ ਕਰ ਲਾਂਗੇ, ਥੋੜੀ ਰੇੜਾਂਗੇ, ਮਗਰੋਂ ਧੱਕਾ ਸਾਰਾ ਤੁਸੀਂ ਲਾਉਣਾ। ਜੀ ਉਹ ਇਹਨਾਂ ਦੇ ਧੱਕੇ ਨਾਲ ਹੀ ਅੱਗੇ ਫਿਰ ਕੰਮ ਹਾਂ ਧੱਕਾ ਤੁਸੀਂ ਲਾਉਣਾ ਵਾ। ਐਦਾਂ ਹੀ ਈਦ ਤੇ ਅਸੀਂ ਲਾਂਚ ਕਰ ਰਹੇ ਹਾਂ ਇੱਕ ਨਿਜ਼ਾਮ ਨਵਾਂ, ਲੈ। ਉਹ ਵੱਡਾ ਇਸ ਲੇਕਿਨ ਉਸਤਾਦ ਈਦ ਤੋਂ 15-20 ਦਿਨ ਬਾਅਦ, ਈਦ ਤੋਂ 15 ਤੋਂ 20 ਦਿਨ ਬਾਅਦ ਜਿਹੜਾ ਈਦ ਤੇ ਮੈਂ ਤੁਹਾਨੂੰ ਗਿਫਟ ਦੇਣਾ, ਸਟੈਚੂਆਂ ਵਾਲੀ ਸਟੋਰੀ ਉਸਤਾਦ ਜੀ ਅੜੀ ਹੋਈ ਏ, ਉਹ ਤੇਰੀ ਕਸਮ ਵਾਲੀ ਗੱਲ ਜੇ ਐਸਓਟੀ ਕੋਲ ਹੈ। ਸਟੈਚੂਆਂ ਵਾਲਾ ਸ਼ੋਅ ਈਦ ਤੇ ਹੀ ਮੈਂ ਕਹਿੰਦਾ ਹੁਣ ਕਰਨਾ, ਨਹੀਂ ਕਰਨਾ। ਯਾਰ ਮੈਂ ਤੈਨੂੰ ਰੋਕਿਆ ਫੈਸਲ, ਕੈਮਰੇ ਇੱਥੇ, ਕੈਮਰਾਮੈਨ ਇੱਥੇ, ਤੂੰ ਇੱਥੇ ਕਰ ਲੈ, ਮੇਰੀ ਜਾਨ ਕੋ ਖਾਣੇ ਆ। ਉਹ ਨਹੀਂ ਬਣਦਾ ਪਿਆ, ਉਹ ਜਿਹਨੇ ਬਣਨਾ ਉਹ ਕਿਉਂ ਨਹੀਂ ਬਣਦਾ? ਉਸਤਾਦ ਜੀ ਜੋ ਹਾਲਤ ਦੱਸਣ ਦੇ ਸਟੈਚੂ ਦੀ, ਉਹ ਮੈਂ ਹਾਨੋ ਰੈਟ ਹੋ ਜਾਣਾ ਵਾ ਵੀ ਕਹਿੰਦੇ ਫੁੱਲ ਸਰਦੀ ਦੇ ਵਿੱਚ ਤੂੰ ਐ ਨਿੱਕਰ ਪਾਈ ਆ ਤੇ ਐ ਤੇਰੇ ਮੈਂ ਚੂਨਾ ਮਲਣਾ, ਮੈਂ ਉੱਤੇ ਪਾਣੀ ਪਾਉਣਾ, ਮੈਂ ਤੂੰ ਐ ਘੰਟਾ 2 ਘੰਟੇ ਖਲੋਤੇ ਰਹਿਣਾ, ਇਹ ਕੋਈ ਸਕ੍ਰਿਪਟ ਆ ਭਲਾ? ਨਹੀਂ ਕੁਛ ਨਹੀਂ, ਅਮਰੇਸ਼ਪੁਰੀ ਸਾਹਿਬ ਦੇ ਅਗਲੇ ਨੇ ਪਟਾ ਗਲੇ ਚ ਪਾ ਕੇ ਉਹਨਾਂ ਨੇ ਕੁੱਤਾ ਬਣਾਤਾ, ਉਹਨਾਂ ਨੇ ਐਕਟਿੰਗ ਦੇ ਵਿੱਚ ਅਗਲੇ ਬਣੇ ਨੇ। ਤੂੰ ਚੂਨਾ ਨਹੀਂ ਮਲਵਾ ਸਕਦਾ? ਚਲੋ ਜੀ ਮੈਂ ਚੂਨਾ ਬੁਲਵਾ ਲਾਂਗਾ, ਗਾਹਾਂ ਡਿਮਾਂਡਾਂ ਵਧੀ ਜਾਂਦੀਆਂ ਵਾ। ਕੀ? ਜੇ ਹੁਣ ਗਾਹਾਂ ਇਹਨੇ ਕਹਤਾ ਤੇਰੇ ਵੀ ਪਟਾ ਪਾਉਣਾ, ਫੇਰ ਕੋਈ ਗੱਲ ਨਹੀਂ ਪਟਾ ਨਹੀਂ, ਸਟੈਚੂ ਦੇ ਕਾਹਤੋਂ ਪਟਾ ਪਾਉਣਾ? ਨਹੀਂ ਪਟਾ ਹੈਗਾ ਉਸਤਾਦ। ਪਟਾ ਵੀ ਪਾਉਣਾ ਉਹਨੂੰ? ਪੱਟੇ ਤੋਂ ਮੁਰਾਦ ਐ ਨਹੀਂ, ਉਹਨੂੰ ਸੰਗਲੀ ਨਾਲ ਬੰਨਿਆ ਹੋਇਆ ਸਟੈਚੂ ਨੂੰ,
ਅੱਛਾ ਉਸ ਸਟੈਚੂ ਨੂੰ ਬਕਾਇਦਾ ਤੋਂ ਨਹੀਂ ਜਦੋਂ ਹੈ ਜੋ ਸਟੈਚੂ ਆ ਤੈਨੂੰ ਬੰਨਿਆ ਕਿਉਂ ਆ? ਨਹੀਂ ਉਹ ਖਿਆਲ ਦਿਖਾਇਆ, ਹਾਂ ਖਿਆਲਾਤੀ। ਇਹ ਬੜੀ ਵੱਡੀ ਸਟੋਰੀ ਤੁਹਾਡੀ ਵੀ ਉਹ ਸਟੋਰੀ ਕੋਈ ਏਡੀ ਹੈ ਹੀ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਤਾਂ ਲੇਕਿਨ ਤੁਹਾਡੀ ਹੈ ਹੀ ਨਹੀਂ। ਨਹੀਂ ਉਹ ਤੁਹਾਡੀ ਨਜ਼ਰ ਤੇ ਏਡੀ ਨਹੀਂ ਹੈ ਕਿਉਂਕਿ ਉਸਤਾਦ ਦੇ ਪੁੱਤਰ ਮੈਂ ਇੱਥੇ ਦੱਸਣਾ ਹੀ ਨਹੀਂ ਚਾਹ ਰਿਹਾ। ਸਟੋਰੀ ਕੱਲ ਨੂੰ ਚੋਰੀ ਹੋ ਜਾਏ, ਦਿਲ ਕਰੇ ਕੱਲ ਨੂੰ ਹੋਰ ਕੋ ਜਦੋਂ ਚੂੜੀਆਂ ਫਿਲਮ ਸੀ ਨਾ, ਹਮਾਇੂ ਸਈ ਸਾਹਿਬ ਕਹਿੰਦੇ ਕਿ ਮੈਂ ਜੋ ਕੱਢੀ ਹੈ ਨਾ, ਹਮਾਇੂ ਸਈ ਨੂਰ ਸਾਹਿਬ ਕਹਿੰਦੇ ਮੈਂ ਜੋ ਕੱਢੀ ਹੈ ਫਿਲਮ, ਤੇ ਉਹ ਕਹਿੰਦੇ ਸੀ ਕਿ ਯਾਰ ਕੱਖ ਵੀ ਹੈ ਨਹੀਂ। ਜਦੋਂ ਆਇਆ ਹਮਾਇੂ ਸਈਦ ਨੂਰ ਸਾਹਿਬ, ਉਹ ਜਦੋਂ ਕਹਿੰਦੇ ਆ ਵੱਜੀ ਹੈ ਨਾ, ਉਹਨੇ ਜ਼ੋਰ ਪਾਇਆ, ਹਿੱਟ ਹੋ ਗਈ ਫਿਰ। ਹਮਾਇੂ ਸਈਦ ਨੂਰ ਸਾਹਿਬ ਹਾਂਜੀ ਉਸਤਾਦ ਜੀ ਬੜੇ ਵੱਡੇ ਤੇ ਡਾਇਰੈਕਟਰ। ਕਿੰਨਾ ਉਹਨੇ ਰਿਕਾਰਡ ਬਿਜ਼ਨਸ ਕੀਤਾ ਫਿਰ, 16-17 ਲੱਖ ਰੁਪਏ ਵਟਿਆ ਉਸ ਫਿਲਮ ਨੇ। ਹੁਣ ਤੂੰ ਫਿਲਮ ਕਰਨੀ ਆ। ਉਸਤਾਦ ਜੀ ਮੈਨੂੰ ਬਲਰ ਨਜ਼ਰ ਆਉਣ ਡਿਆ, ਸੀਰੀਅਸਲੀ ਮੈਨੂੰ ਬੈਕ ਕੁਝ ਵੀ ਨਜ਼ਰ ਨਹੀਂ ਆਉਂਦਾ, ਮੈਨੂੰ ਤੁਸੀਂ ਸਾਦਾ ਬੈਠੇ ਮੈਨੂੰ ਐ ਕਰਦੇ ਨਜ਼ਰ ਆਉਣੇ ਆ। ਉਹ ਮੈਂ ਕਰਨ ਨੇ ਸਾਲਿਆ ਅਤੇ ਹੁਣ ਹਟਿਆ ਹੋ ਗਿਆ ਨਾ ਸਹੀ। ਹਾਂ ਬਸ ਇਹ ਦਵਾਈ ਛੱਡ ਦੇ ਫਿਰ। ਦਵਾਈ ਛੱਡ ਦੇ ਮਿੱਠੇ। ਬੱਚਾ ਮੇਰਾ 15 ਸਾਲਾਂ ਦਾ ਹੋ ਜਵੇ, ਮੈਂ ਫਿਲਮ ਕਰ ਲਵਾਂ, ਉਸ ਤੋਂ ਬਾਅਦ ਮੈਂ ਨਿਸ਼ਚਿਤ ਹੋ ਕੇ ਬੇਫਿਕਰ ਹੋ ਕੇ ਸਟੇਜ ਤੇ ਪੈ ਕੇ ਆਪਰੇਸ਼ਨ ਕਰਾਉਂਗਾ। ਤੁਸੀਂ ਆਪ ਕਹੋਗੇ ਲੈ ਵੀ ਅੱਲਾ ਕਰ ਕੋਈ ਗੱਲ ਫਿਲਮ ਨਹੀਂ। ਤੇਰੀ ਦਵਾਜੜ ਨਾਲ ਕਰ ਲੇਗਾ। ਉਹ ਯਾਰ ਪਤਾ ਕੀ ਗੱਲ ਹੈ, ਜਿਗਰਾ ਨਹੀਂ, ਪੈਸੇ ਖਰਚਣ ਦਾ ਜਿਗਰਾ ਨਹੀਂ ਹੈਗਾ। ਹਾਏ 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 ਹਾਏ। ਪੈਸੇ ਖਰਚ ਸਹੀ ਕਹਿ ਰਿਹਾ ਸਹੀ ਤੂੰ, ਗੱਲ ਉਸਤਾਦ ਜੀ। ਜਿਗਰਾ ਨਹੀਂ ਹੈਗਾ। 10 ਲੱਖ ਵੀ ਤਨਖਾਹ ਇਹਦੀ ਹੋ ਜਾਵੇ ਨਾ, ਇਹਦੇ ਕੋਲ 3000 ਖਰਚਣ ਦਾ ਜਿਗਰਾ ਨਹੀਂ। ਉਹ ਜਿਗਰੇ ਨੇ ਇਹਨਾਂ ਨੂੰ ਸਾਰੀ ਜ਼ਿੰਦਗੀ ਮਾੜਾ ਰੱਖਣਾ, ਇਸ ਤਰ੍ਹਾਂ ਹੀ। ਉਹ ਜਿਗਰਾ ਨਹੀਂ ਹੈਗਾ। ਹਕੀਕਤ ਗੱਲ ਉਸਤਾਦ ਜੀ। ਸਹੀ ਗੱਲ ਆ ਕਿ ਉਹਨੇ ਕਿਹਾ ਕਿ ਇੰਨੇ ਪੈਸੇ ਲੱਗਣੇ, ਨਹੀਂ ਉਹ ਜਿਗਰਾ ਹੈ ਹੀ ਨਹੀਂ। ਮਾਂ ਪਿਓ ਨੂੰ ਸਿਖਾਇਆ ਹੀ ਨਹੀਂ ਵੀ ਪੁੱਤਰ ਜੇ 1000 ਆ ਗਿਆ ਤਾਂ ਖਰਚ ਦੇ, ਰੱਬ ਹੋਰ ਦੇ ਦੂ। ਨਹੀਂ, ਮੌਤ ਪਈ ਆ ਉਸਤਾਦ ਜੀ। ਇਹ ਮੈਨੂੰ ਜੱਟ ਹੁਣ ਜੇ ਜੱਟ ਨਾ ਕਹੀ ਮੇਰੇ ਸਾਹਮਣੇ, ਨਹੀਂ ਹੈ, ਦਾਦ ਨਾਲ। ਨਹੀਂ ਹੈ ਉਸਤਾਦ ਉਹ ਜੀ। ਜੱਟ ਤੇ ਇੰਜ ਦੇ ਹੁੰਦੇ ਨੇ, ਲਟਾ ਲਟੂ ਦਿੰਦੇ ਨੇ ਅਗਲੇ, ਜ਼ਮੀਨਾਂ ਯਾਰਾਂ ਨੂੰ ਦਿੰਦੇ। ਓਏ ਮੇਰੇ ਯਾਰ ਨੂੰ ਦੇ ਦੇ ਜ਼ਮੀਨ ਮੇਰੀ। ਹਾਂਜੀ। ਉਹ ਤੂੰ 3200 ਦਾ ਲਾਇਸੈਂਸ ਨਹੀਂ ਬਣਵਾਇਆ, ਤੂੰ 4 ਬੰਦੇ ਨੂੰ ਜ਼ਮੀਨ ਕਰਾਤਾ। ਉਸਤਾਦ ਜੀ ਅਗਲੇ ਬੰਦੇ ਨੇ ਪੂਰਾ ਸੈਟਅਪ ਕਰਕੇ, ਤਸਵੀਰਾਂ ਲੈ ਕੇ, ਸਾਰਾ ਕੁਝ ਕਰਕੇ, ਬੱਚੇ ਉਹ ਕੱਲ ਸਹੀ ਫੇਰ ਕਰ ਲਾਂਗੇ, ਉਹ ਕਰ ਲਾਂਗੇ। ਬੜੀ ਵੱਡੀ ਮੈਂ ਤੈਨੂੰ ਕਹਿੰਦਾ ਇਹਨੂੰ ਤੂੰ 5 ਲੱਖ ਰੁਪਇਆ ਫੜਾ ਦੇ ਜੇਬ 'ਚ, ਇਹ ਸਿੱਧਾ ਘਰ ਜਾ ਕੇ ਕਿਤੇ ਦੱਬੂਗਾ। ਇਹਨੂੰ ਰਸਤੇ 'ਚ 5000 ਦੀ ਚੀਜ਼ ਨਹੀਂ ਲੈਣੀ ਆਪਣੀ ਜ਼ਾਤ ਵਾਸਤੇ। ਅਲਹਮਦੁਲਿਲਾ ਉਹਨੇ 85000 ਕਹਿਤਾ ਆਪਰੇਸ਼ਨ ਦਾ, ਮਰ ਜਾਊਗਾ, ਆਪਰੇਸ਼ਨ ਨਹੀਂ ਕਰਾਊਗਾ। ਮੈਂ ਪਹਿਲੇ ਕਰਾਏ ਹੋਏ ਆਪਰੇਸ਼ਨ ਸਾਡੇ ਹੱਥ 85 ਵਾਲਾ ਨਹੀਂ ਕਰਾਇਆ ਤੂੰ, ਮੈਂ 1.5 ਲੱਖ ਵਾਲਾ ਵੀ ਕਰਾਇਆ ਨਹੀਂ ਹੋਇਆ। ਕਰਾਇਆ। ਗੱਲ ਨੂੰ ਫੋਲੋ ਕਰੀਦਾ। ਮੈਂ ਆਪਣੀ ਇਨਕਮ ਦਾ 90% ਜਿਹੜਾ ਨਾ ਉਹ ਆਪਣੀ ਫੈਮਿਲੀ ਤੇ ਲਾਉਣਾ। ਤਨਖਾਹ ਇੰਨੀ ਕਿ ਦਿਲ ਦਾ ਡਾਕਟਰ ਆ ਜਿਵੇਂ, ਤੇ ਰਾਤ ਨੂੰ ਕੈਪਟਨ ਦੇ ਟੋਟੇ ਚੁੱਕ ਕੇ ਪੀਣ ਤੱਕ ਤਿਆਰ ਹੋ ਜਾਂਦਾ ਵਾ। ਨਹੀਂ ਕੁਝ ਨਹੀਂ, ਮੈਂ ਤੈਨੂੰ ਦੱਸਿਆ ਨਹੀਂ ਕੋਈ ਚੱਕਰ ਖਰਚਦਾ ਨਹੀਂ। ਨਹੀਂ। ਮੈਂ ਜਾਟੀ ਅਲਹਮਦੁਲਿਲਾ, ਮੈਂ ਕੋਈ ਚਤਰਵੈਦੀ ਯਾਰ ਨਹੀਂ ਓਏ ਤੂੰ ਜੱਟ ਨਹੀਂ ਹੈਗਾ ਯਾਰ ਮਿੱਠੇ। ਉਹੀ ਰੋਜ਼ ਉਹੀ ਟੌਪਿਕ ਉਹੀ ਨਾ ਕਰੀ। ਨਹੀਂ ਹੁਣ ਅੱਛਾ ਅਸੀਂ ਤੈਨੂੰ ਪੁੱਛਿਆ, ਤੈਨੂੰ ਕਿਉਂ ਦੱਸਣਾ? ਅੱਜ ਤੈਨੂੰ ਪੁੱਛਿਆ ਤੂੰ ਕੌਣ? ਇਹ ਗੱਲ ਹੀ ਨਾ ਤੂੰ ਭਾਵੇਂ ਜੱਟਾਂ, ਭਾਵੇਂ ਮਲਕਾ, ਭਾਵੇਂ ਸ਼ੇਖ, ਤੇਰੇ 'ਚ ਪੈਸੇ ਖਰਚਣ ਦਾ ਜਿਗਰਾ ਨਹੀਂ ਹੈ। ਮੈਂ ਯਾਰ ਘਰ ਖਰਚਦਾ, ਮੈਂ ਆਪਣੇ ਔਰ ਬੱਚੇ ਜਿੰਨੀ ਦੇਰ ਤੱਕ ਤੁਸੀਂ ਨਹੀਂ ਖੁੱਲੇ ਦਿਲ ਨਾਲ ਖਰਚਦੇ, ਜਿੱਥੇ ਖਰਚਣ ਵਾਲੇ ਆ, ਆਪਣੀ ਜ਼ਾਤ ਤੇ ਨਹੀਂ ਲਾਉਂਦੇ, ਜਿੱਥੇ ਕੋਈ ਪ੍ਰਾਹੁਣਾ ਆ ਗਿਆ ਉਹਦੇ ਤੇ ਨਹੀਂ ਲਾਉਂਦੇ, ਆਪਣੀ ਤੁਹਾਡੇ ਕੋਲ ਹੈਗੇ ਨਹੀਂ ਲਾਉਂਦੇ, ਤੁਹਾਨੂੰ ਜ਼ਰੂਰਤ ਨਹੀਂ ਲਾਉਂਦੇ, ਤੁਹਾਨੂੰ ਰੱਬ ਉਹਨੇ ਦਿੰਦਾ ਹੀ ਨਹੀਂ ਵੱਧ। ਉੱਥੇ ਕੀ ਮੈਂ ਕਈ ਵਾਰੀ ਕਿਹਾ ਰੱਬ ਕੋਲੋਂ ਲੈਣ ਦਾ ਤਰੀਕਾ ਹੀ ਨਹੀਂ ਹੈਗਾ ਤੁਹਾਨੂੰ। ਸਹੀ ਬਾਤ ਉਸਤਾਦ ਜੀ। 1000 ਰੁਪਏ ਤੁਹਾਡੀ ਜੇਬ 'ਚ, ਤੁਸੀਂ ਇਹ ਕਹਿੰਦਾ ਵੀ ਵਿੱਚੋਂ 50 ਵਰਤੇ 950। ਅਗਲੇ ਕਹਿੰਦੇ ਯਾਰ 1000 ਜੇਬ 'ਚ ਪ੍ਰਾਹੁਣਾ ਆ ਗਿਆ, ਲਾ ਦੇ 1000, ਰੱਬ ਸਵੇਰੇ ਹੋਰ ਦੇ ਦੂ, ਉਹਨੂੰ ਰੱਬ ਦੇ ਵੀ ਦਿੰਦਾ। ਏਦਾਂ ਬੇਸ਼ੱਕ। ਆਹਾ ਵਾਹ ਉਸਤਾਦ ਜੀ, ਕਸਮ ਵਾਲੀ ਗੱਲ ਹੈ ਜੇ, ਇਹ ਸਾਰੀ ਨੇਚਰ ਮੇਰੀ, ਆਦਤਾਂ ਮੇਰੀਆਂ, ਆ ਪਤੀਲਾ ਭਰ ਕੇ, ਕਸਮ ਵਾਲੀ ਗੱਲ ਪਤਾ ਹੈ। ਲੱਗਾ ਮੈਂ ਕਿਹੜਾ ਕੋਈ ਜਾਦੂ ਕਰਾਂ, ਮੈਂ ਤੈਨੂੰ ਹੀ ਵੇਖਿਆ ਤੇ ਦੱਸਣ ਨੇ। ਆਹੋ ਨਾ, ਮੈਨੂੰ ਕਿਹੜਾ ਗੈਪ ਲਾਈ ਲੱਗ ਅੱਲਾ ਦੇ ਬੰਦੇ, ਤੂੰ ਕਦੋਂ ਦੱਸਣ ਰਿਹਾ? ਤੇਰੇ ਵੱਲ ਵੇਖ ਕੇ ਤੇ ਮੈਨੂੰ ਪਤਾ ਲੱਗਾ ਮੈਨੂੰ ਕੋਈ ਲਹਾਮ ਹੋਣਾ ਸੀ। ਮੈਂ ਤੈਨੂੰ ਵੇਖਿਆ ਏਦਾਂ ਕਰਦੇ ਆ ਅਦੇ ਨਾ। ਮੈਂ ਕਿਹਾ ਵੀ ਪੈਸੇ ਲਾਉਣੇ ਨੇ ਜਿੱਥੇ ਬਣਦੇ ਹੋਣ, ਇਹ ਵੀ ਕਿਹਾ ਮੈਂ ਨਾਲ। ਹੁਣ ਇਹ ਨਹੀਂ ਵੀ ਹੁਣ ਇੱਕ ਗੱਡੀ ਲੈ ਲਓ ਐਸੀ ਵੀ ਜਿਹੜੀ ਅੱਲਾ ਮਤੋਂ ਉਹਦੇ ਤੇ ਲਾਈ ਜੋ ਤੇ ਆਪਣੇ ਆਪ ਨੂੰ ਇਹ ਕਹੀ ਨਾ ਲਾ ਉਸਤਾਦ ਨਹੀਂ ਤੇ ਕਹਿ ਰਹੇ ਸੀ ਤੂੰ ਦਿਨਾ ਵਾ। ਮੈਂ ਕਹਿੰਦਾ ਉਸਤਾਦ ਜੀ, ਜਿੱਥੇ ਵੀ ਖਾਣ ਪੀਣ ਦੀ ਅਕਲ ਵੀ ਹੁੰਦੀ, ਅਕਲ ਉਸਤਾਦ ਜੀ। ਪਤੀਲਾ ਭਰ ਕੇ ਚੋਲਾਂ ਦਾ ਨਾਲ ਮਸਰ ਉਸਤਾਦ ਜੀ, ਪੂਰੀ ਟੀਮ। ਮੈਂ ਤੁਸੀਂ ਕੱਲਿਆਂ ਨੇ ਕਿਹਾ ਸੀ, ਮੈਂ ਕਹਿੰਦਾ ਪੂਰੀ ਟੀਮ ਲਿਆਓ, ਪੂਰੀ ਟੀਮ ਨੂੰ ਖਵਾਏ ਉਸਤਾਦ ਜੀ। ਤੇ ਐਡਾ ਦੇਸ਼ ਕਰ ਵਾਈਟ ਚਨੇ ਦੇ ਨਾਲ ਉਸਤਾਦ, ਸੱਚੀ ਮੁੱਚੀ ਉਸਤਾਦ ਜੀ। ਰੱਬ ਦਿੰਦਿਆਂ ਨੂੰ ਦਿੰਦਾ ਤੇ ਅਸੀਂ ਦਿੰਦੇ ਆ, ਅਲਹਮਦੁਲਿਲਾ। ਇਹ ਸਾਨੂੰ ਪਤਾ ਵਾ ਭਾਜੀ, ਤੁਸੀਂ ਦਿੰਦੇ ਆ, ਲੇਕਿਨ ਉਹਨੂੰ ਵੀ ਇਹ ਸਿਖਾਓ। ਹਾਂਜੀ, ਤੁਸੀਂ ਵੀ ਸਿੱਖੋ, ਤੁਸੀਂ ਵੀ ਦਿਓ। ਆਹ ਹੱਥ ਕਰੋ ਮਿੱਠਾ ਜੀ। ਆਪਣਾ 3200 ਨਹੀਂ ਖਰਚੇ ਉਸਤਾਦ ਜੀ, ਇਹਦਾ ਮੁੰਡਾ ਹੀ ਨਹੀਂ ਵੱਡਾ ਹੁੰਦਾ, ਉਹਦੇ ਤੇ ਕੋਈ ਪੈਸਾ ਧੇਲਾ ਹੀ ਨਹੀਂ ਖਰਚਦਾ। ਅਲਹਮਦੁਲਿਲਾ ਜੀ, ਮੈਂ ਦੱਸਣਾ ਨਹੀਂ ਸੀ ਚਾਹੁੰਦਾ। ਵੱਡਾ ਹੋ ਵੀ ਗਿਆ, ਇਹਨੇ ਦੱਸਣਾ ਨਹੀਂ ਕਿਸੇ ਨੂੰ। ਮੈਨੂੰ ਨਾ ਅਲੀ ਬਾਬਾ ਟਾਈਮ ਹੀ ਸਮਝਦੇ, ਮੈਂ ਲਾਉਣਾ ਚਾਹੁੰਦਾ ਹੀ ਨਹੀਂ। ਮੈਂ ਪਲਾਨਿੰਗ ਕਰਦਾ, ਅੱਜ ਜੁਮੇ ਵਾਲੇ ਦਿਨ ਮੈਂ ਆਪਣੇ ਯਾਰਾਂ ਦੋਸਤਾਂ ਸਕੂਲ ਦੇ ਸਾਰਾ ਯਾਰਾਂ ਦੋਸਤਾਂ ਦੀ ਦਾਵਤ ਕੀਤੀ। ਅਲਹਮਦੁਲਿਲਾ ਬੱਕਰਾ ਪਕਾਇਆ, ਬੱਕਰਾ ਹੁਣ ਤੁਰੀ ਸ਼ੁਗਰ ਲੱਲੂ ਕਰ। ਓਏ ਤੁਹਾਡੇ ਬੱਕਰਾ ਹੀ ਤੇ ਕੁੱਕੜ ਪੱਕਦਾ ਵਾ। ਬੱਕਰਾ ਪਕਾਇਆ ਔਰ ਗਜਰੇਲਾ। ਲਓ ਜੀ, ਸ਼ੁਰੂ ਦੇ ਵਿੱਚ ਮੈਂ ਅੱਲਾ ਨੂੰ ਜਾਣ ਦੇਣੀ ਆ। ਨਾ ਸੀ ਇਸ ਗੱਲ ਤੋਂ ਮੰਨਦੇ ਹੀ ਨਹੀਂ। ਉਹ ਜਿਹੜੀ ਕੁਕੜੀ ਨਹੀਂ ਉਸਤਾਦ ਜੀ ਵਿਆਹ ਤੋਂ ਘੁਮਾ ਕੇ ਸੁੱਟਦੇ, ਉਹ ਕੀਪਰਾਂ ਤਰ੍ਹਾਂ ਝੁੱਪਦੇ ਆ, ਡਾਈਆਂ ਮਾਰ ਮਾਰ ਕੇ। ਲਓ ਜੀ, ਸੀਰੀਅਸਲੀ ਓਏ ਚੁੱਪ, ਉਹ ਕੁਕੜੀ ਨਹੀਂ ਜਿਹੜੀ ਘੁਮਾਣ ਵਾਲੀ ਹੁੰਦੀ ਉਸਤਾਦ ਜੀ,
ਉਹ ਮੋੜ ਦੀ ਕਰਕੇ ਲਿਆਇਆ ਸੀ। ਆਹੋ ਕਹਿੰਦਾ 3 ਵਾਰ ਦੇਣੇ ਤੇ ਬਾਅਦ ਚੋਂ ਵਾਪਸ ਕਰ ਦੋ। ਆਹੋ ਉਹ ਮੈਂ ਇਸ ਚੀਜ਼ ਦੇ ਮੈਂ ਤੁਹਾਡੀ ਹੁਣੇ ਤੁਸੀਂ ਕਾਲ ਬੁਲਾ ਲਏ ਦੋਸਤਾਂ ਨੂੰ ਬੱਕਰਾ ਸਟਾਰਟ ਚ ਡਰਾਈ ਫਰੂਟ ਕਿਉਂਕਿ ਰੋਜ਼ਾ ਵੀ ਸ਼ਬੇ ਬਰਾਤ ਤੋਂ ਅਗਲੇ ਦਿਨ ਉਹਨਾਂ ਨੇ ਰੋਜ਼ਾ ਵੀ ਖਿਲਾਇਆ ਵਾ ਬੱਕਰਾ ਗਜਰੇਲਾ ਚਾਏ ਭੱਲੇ ਚਾਵਲ ਲੈ ਵੀ ਜਦੋਂ ਇੰਜ ਕਰਕੇ ਮੇਰੀ ਬੈਠਕ ਦਾ ਦਸਤਰਖਾਨ ਮੈਂ ਸਾਰਾ ਭਰਿਆ ਨਾ ਚਲੋ ਉਸਤਾਦ ਜੀ ਕਰੋ ਫੋਨ, ਉਹਨੇ ਕਿਹਾ ਫੋਨ ਕਰਕੇ ਛੱਡ ਦੀ ਇਹਨੇ ਇੰਨੀ ਕੁਕੜੀ ਵਾਰੀ ਇੰਜ ਕਰਕੇ ਬਾਹਰ ਕੇ ਥੱਲੇ ਰੱਖਿਓ ਥੱਲੇ ਖਲੋਤੀ ਵੈਂਜ ਘੁੰਮੀ ਜਾਂਦੀ ਉਹਦੇ ਕੋਲ ਸਿੱਧਾ ਟ੍ਰੇਨ ਨਹੀਂ ਉਹਨੇ ਸਮਝਿਆ ਇਹੀ ਜ਼ਿੰਦਗੀ ਆ ਹੁਣ ਬਸ ਉਹ ਇੰਜ ਘੁੰਮ ਕੇ ਡਿੱਗੀ ਜੇ ਉਹਨੂੰ ਉਸਤਾਦ ਜੀ ਇੰਨਾ ਘੁਮਾਇਆ ਉਹ ਸਮਝਦੀ ਮੈਂ ਸਾਈਕਲ ਚੈਂਪੀਅਨ ਆ। ਦਾਨਸ਼ ਬਾਦਸ਼ਾਹ ਤੈਨੂੰ ਤਾਂ ਮੇਰੀ ਦਰਿਆ ਦਿਲੀ ਦਾ ਪਤਾ ਵਾ ਕਿ ਮੈਂ ਯਾਰ ਡੇਲੀ ਫਲ ਖਾਉਂ ਅੱਛਾ ਸਟੂਡੀਓ ਫਲ ਖਾਉਣ ਲਿਆਉਂਦਾ ਉਸਤਾਦ ਜੀ ਫਲ ਵਾਲਾ ਕਿਹੜਾ ਲੈਂਦਾ ਸੀ? ਕਿਤੇ ਅੱਧਾ ਕਿਲੋ ਬੇਰ ਲਿਆਇਆ ਮੈਨੂੰ ਕਹਿੰਦਾ ਖਾ, ਉਹ ਪਹਿਲਾਂ ਹੀ ਗੱਲ ਨੂੰ ਪੈ ਗਈ। ਅੱਛਾ ਯਾਰ ਉਹ ਗੱਲ ਘੁੱਟੂ ਕੇ ਲੈ ਗਿਆ ਤੇ ਉਹਨੂੰ ਕਹਿੰਦਾ ਫਲ ਹਾਂਜੀ ਅੱਛਾ ਜੀ ਇੱਕ ਦਿਨ ਸ਼ਾਪਰ ਚ ਅੱਧਾ ਕਿਲੋ ਸ਼ੇਕਰ ਕਹਿੰਦੀ ਤੇ ਲਿਆ ਕੇ ਦੇ ਰਿਹਾ ਜ਼ਰਾ ਉਬਾਲ ਦੇ। ਨਹੀਂ ਤੇਰਾ ਕਿਲੂ ਹਫਤਾ ਪੂਰਾ ਪੇ ਦਰ ਪੇ ਖਾਦਾ ਵਾ ਐਡਾ ਕਿਲੂ ਪੇ ਦਰ ਪੇ ਐਡਾ ਕਿਲੂ ਨਹੀਂ ਸੀ 10 ਸਰਗੋਟੋ ਹਾਂ ਮੇਲ ਦਾ ਕਿਲੂ 450 ਰੁਪਏ ਦਰਜਨ ਲਿਆ ਕੇ ਸੁੱਟਿਆ ਤੇਰੇ ਤੇ ਸ਼ਾਪਰ ਕਹਾ ਯਾਰ ਪੁੱਛ ਉਸਤਾਦ ਜੀ ਨੇ ਮੈਨੂੰ ਕਿਹਾ ਨਹੀਂ ਉਸਤਾਦ ਜੀ ਕੇ ਮਿੱਠਾ ਸਾਹਿਬ ਜਰਾ ਕੰਨ ਦਾ ਤੁਸੀਂ ਤਿਆਰ ਕਰੋ ਲੇਕਿਨ ਕਿਲੂ ਮੈਂ ਉਦੋਂ ਛੱਡਤਾ ਮੇਰੇ ਘਰ ਹਾਲੇ ਵੀ 2 ਬੋਰੇ ਭਰੇ ਪਏ ਬਸ ਕਰਦੇ ਹੋ ਜਿਹੜੇ ਉਸਤਾਦ ਜੀ ਲਈ ਕੋਕੋ ਵੱਡੇ ਕਿੰਨੂ ਲਿਆਇਆ ਸੀ ਉਹ ਤੂੰ ਚੋਰੀ ਕਰ ਕਰਕੇ ਖਾਂਦਾ ਨਹੀਂ ਰਿਹਾ। ਉਸਤਾਦ ਜੀ ਇਹਨਾਂ ਨੇ ਮੈਨੂੰ ਕਿਹਾ ਖਾ ਲਾ, ਮੈਂ ਕਿਹਾ ਨਹੀਂ ਚੋਰੀ ਦਾ ਮੈਂ ਨਹੀਂ ਖਾਂਦਾ। ਬੜਾ ਮਿੱਠਾ ਇਹ ਦਿਲ ਵੱਡਾ ਕਰੋ ਪੈਸੇ ਖਰਚਣੇ ਸਿੱਖੋ ਅੱਲਾ ਹੋਰ ਦਿੰਦਾ ਉਸਤਾਦ ਜੀ ਤੁਸੀਂ ਹੁਣ ਤੱਕ ਤੂੰ ਵੇਖ ਲਿਆ ਤੇਰੇ ਕੋਲ ਕੋਈ ਜੁੜੇ ਆ ਕੱਖ ਵੀ ਨਹੀਂ। ਪੈਦਾ ਕੀ ਇਹਦੇ ਮੈਂ ਤਾਂ ਪੈਸੇ ਤੇ ਬਲੀਵ ਹੀ ਨਹੀਂ ਕਰਦਾ ਉਹਦੀ ਜ਼ਾਤ ਤੇ ਤਵੱਕਲ ਆ। ਹੁਣ ਦੇਖੋ ਤੁਸੀਂ ਇਹ ਵੀ ਨਹੀਂ ਮੰਨਣਾ ਕਿ ਯਾਰ ਬਸ ਸਵੇਰੇ ਉਹਦੀ ਜ਼ਾਤ ਤੇ ਤਵੱਕਲ ਥੋੜਾ ਘਟਾ ਕੇ ਆਪਣਾ ਵੀ ਥੋੜਾ ਖਰਚ ਵੀ ਆਪਣੇ ਲਕੋ ਲੈਣਾ ਤੇ ਉਹਦੀ ਜ਼ਾਤ ਤੇ ਤਵੱਕਲ ਕਰੀ ਫਿਰਦਾ ਨਾ 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 ਉਹ ਤਵੱਕਲ ਉਹ ਕਹਿੰਦਾ ਇਹਦੇ ਮੈਂ ਦਿੱਤੇ ਲਾ ਨਾ ਤੂੰ ਇਹ ਮੁਕਾ ਅੱਗੋਂ ਮੇਰੇ ਤੇ ਤਵੱਕਲ ਕਰ ਭਾ ਆਪਣੀ ਜ਼ਾਤ 1500 ਦੀ ਕਦੀ ਤੂੰ ਚੀਜ਼ ਨਹੀਂ ਆਪਣੇ ਵਾਸਤੇ ਲਈ ਉਹਦੀ ਜ਼ਾਤ ਤੇ ਕਿਹੜਾ ਤਵੱਕਲ ਆ। ਲੋ ਜੀ ਭਾ ਦਾਨਿਸ਼ ਇਸ ਗੱਲ ਦਾ ਗਵਾਹ ਵਾ ਸੈਲਰੀ ਆਉਂਦੀ ਬਾਅਦ ਚ ਮੈਂ 5-7 ਦਿਨਾਂ ਸਾਰੇ ਪਾਸੇ ਲਾ ਦਿੰਦਾ। ਹਾਂਜੀ ਉਹ ਲਾ ਲੈਂਦਾ ਨਾ ਉਹ ਜਿੱਥੇ ਸਾਰੇ ਪਾਸੇ ਲੱਗਦੀ ਉਸ ਤੋਂ ਇਲਾਵਾ ਵੀ ਕਿਤੇ ਲਾ। ਅੱਛਾ ਤੁਸੀਂ ਮੰਨੋਗੇ ਤੁਸੀਂ ਯਕੀਨ ਕਰਵਾ ਕਸਮ ਦੇਣ ਨੂੰ ਤਿਆਰ ਆ ਸਿਰ ਨਿਹਾਰ ਉੱਠਿਆ ਵਾ ਗਾਜਰ ਜੂਸ ਕਿੰਨੇ ਕਿੱਥੇ ਸੀ? ਅੱਛਾ ਕਹਿੰਦਾ ਸਵੇਰੇ ਨਿਹਾਰ ਉੱਠਿਆ ਵਾ ਵੀ ਉੱਠ ਕੇ ਸਿਰ ਨਿਹਾਰ ਗਾਜਰ ਸਵੇਰੇ ਕਦੀ ਕੋਲ ਇੰਜ ਵੀ ਉੱਠਦਾ ਕੋਈ ਵੀ ਮੈਂ ਰੱਜ ਕੇ ਉੱਠਿਆ ਸਵੇਰੇ ਉੱਠਦੇ ਕੋਈ ਦੰਦਾਂ ਚ ਵੀ ਦਿਲ ਨਹੀਂ ਮਾਰਦੇ ਆਹ ਮਜ਼ਾ ਆ ਗਿਆ। ਆਹ ਸਵੇਰੇ ਉੱਠ ਕੇ ਗਾਜਰ ਜੂਸ ਨਾ ਪੀਤਾ ਹੋ ਮੈਂ ਜ਼ਿੰਮੇਦਾਰ ਆ। ਸਵੇਰੇ ਉੱਠਦੇ ਉਹਨੇ ਜੂਸ ਵੀ ਕਿਹੜਾ ਪੀਤਾ ਗਾਜਰ ਜੂਸ ਹਾਏ ਹਾਏ ਵਿੱਚ ਚੁਕੰਦਰ ਪਾਉਣੀ ਆ ਵਿੱਚ ਇਧਰ ਹਲਕੇ ਜਿਹੇ ਪੱਤੇ ਪੁਦੀਨੇ ਦੇ ਪਾਉਣੇ ਆ ਲੰਬਾ ਕੱਟ ਕੇ ਅਦਰਕ ਪਾਉਣਾ ਠੀਕ ਆ ਮਾਲਟਾ ਵਿੱਚ ਪਾਉਣਾ ਟੋਟਲ ਹੀ 15 ਰੁਪਏ ਲੱਗਦੇ ਨੇ ਉਹ ਜਿੰਨੇ ਤੂੰ ਕਰਤੇ ਦੱਸੇ ਇੰਨੇ ਕੁ ਬਣਦੇ। ਉਹ 15 ਰੁਪਏ ਲੱਗਦੇ ਨੇ ਟੋਟਲ ਉਸਤਾਦ ਜੀ 30 ਰੁਪਏ ਕਿਲੋ ਗਾਜਰ ਵਾ 1 ਕਿਲੋ ਗਾਜਰ ਦੇ ਵਿੱਚੋਂ ਗਲਾਸ ਨਿਕਲਦਾ ਵਿੱਚ ਚੁਕੰਦਰ ਨਹੀਂ 1 ਕਿਲੋ ਚੋਂ ਨਹੀਂ ਨਿਕਲਦਾ ਲੋਕ ਕੱਢ ਕੇ ਦੇਖ ਲਓ ਤੁਸੀਂ ਕਦੀ ਪੀਤਾ ਹੋ ਤੁਹਾਨੂੰ ਪਤਾ ਹੋਵੇ। ਕੱਲ ਤੂੰ ਆਪ ਦੱਸ ਰਿਹਾ ਸੀ ਕਿ 10 ਰੁਪਏ ਕਿਲੋ ਗਾਜਰਾਂ ਧੱਕੇ ਖਾਂਦੀਆਂ, ਤੂੰ ਹੀ ਗੱਲ ਕਰ ਰਿਹਾ ਨਹੀਂ ਸੀ। ਧੱਕੇ ਨਹੀਂ ਖਾਣੀਆਂ ਆਰਾਮ ਆਰਾਮ ਨਾਲ ਜਾਣ ਰਹੀਆਂ ਵਾ ਧੱਕੇ ਨਹੀਂ। ਔਰ ਗਾਜਰ ਜੂਸ ਤੋਂ ਬਾਅਦ ਲੈ ਤੁਸੀਂ ਕਾਰ ਬਣਾ ਲਈ ਮੇਰੇ ਮੀਰ ਸ਼ੱਕਰ ਵਾਲਾ ਦੁੱਧ ਤੇ ਨਾਲ 5 ਖਜੂਰਾਂ ਮਮਰੂਮ ਇੰਜ ਖੋਲ ਕੇ ਧੋ ਕੇ ਨਾ ਖਾਦੀ ਹੁਣ ਮੈਂ ਜ਼ਿੰਮੇਦਾਰ। ਉਹ ਪਿਛਲੇ ਉਮਰਾ ਜਿਹੜਾ ਕਰਕੇ ਆਇਆ ਉਹ ਤੇਰੀ ਕਿਸੇ ਦਾ ਖਜੂਰਾ ਹੋ ਗਈ ਜਾਂ ਕਿਸੇ ਨੂੰ ਅੱਲਾ ਮਾਫੀ ਦੇ ਦਿੱਤੀਆਂ ਹੋਣਗੀਆਂ ਜ਼ਿੰਦਗੀ 'ਚ ਨਾ ਸੋਚ। ਉਹ ਖਜੂਰਾ 100 ਖਜੂਰ ਆ ਨਾ ਉਹ ਹੁਣ 250-300 ਹੋ ਗਈ ਉਹ ਨਾਲ ਪਈ ਪਈ ਵਿੱਚੋਂ ਉੱਗ ਵਧੀ ਜਾਂਦੀ ਛਾਪਰ ਵੱਡਾ ਹੋ ਗਿਆ ਹੁੰਦੇ। ਮੈਂ 33 ਕਿਲੋ ਖਜੂਰ ਲਿਆਂਦੀ ਸੀਗੀ ਆਪਣੀ ਤੇ 33 ਕਿਲੋ ਮਿਜੀ ਦੇ ਨਾਂ ਦੀ ਔਰ ਹਕੀਕਤ ਬਤਾ ਅਮਨ ਡਰਾਈ ਫਰੂਟ ਤੋਂ ਹੋਰ ਲਿਆ ਕੇ ਮੈਂ ਵਿੱਚ ਪਾ ਕੇ ਫਿਰ ਮੰਡੀਆਂ ਘਟ ਗਈ ਜੀ ਖਜੂਰ। ਉਹ ਤੂੰ ਉਹ ਚ ਵੀ ਤੂੰ ਮਿਕਸਿੰਗ ਕਰਤੀ ਇੰਨਾ ਵਜ਼ਨ ਅਲੋਈ ਨਹੀਂ ਹੁੰਦਾ। ਨਹੀਂ ਹੁੰਦਾ। 33 ਕਿਲੋ ਕੱਲੀ ਖਜੂਰ ਨਾਲ ਕੱਪੜਿਆਂ ਦੇ ਬੈਗ ਨਾਲ ਕੁਆਬੇ ਜ਼ਮਜ਼ਮ ਵੀ ਇਹ ਮਤਲਬ ਮਾਲਾ ਸਹਿ ਲੱਗਦਾ ਉਹਨਾਂ ਦਾ। ਮੈਂ ਦੱਸਦਾ ਜੀ 100 ਕਿਲੋ ਨੂੰ ਕੱਲੇ ਨੂੰ ਵਜ਼ਨ ਉਹਨਾਂ ਦੇ ਦਿੱਤਾ। ਮੈਂ ਦੱਸਦਾ ਸਰ ਮੈਂ ਦੱਸਦਾ ਸਾਡੇ ਨਾਲ ਇੱਕ ਹੋਰ ਫੈਮਿਲੀ ਸੀ ਉਹਨੇ ਕਿਹਾ ਭਾਈ ਸਾਡਾ ਵਜ਼ਨ ਨਹੀਂ ਹੈਗਾ ਵੀ ਤੂੰ ਲੈ ਜਾ। ਹਾਂਜੀ ਹਾਂ ਠੀਕ ਹੈ ਇਦਾਂ ਹੀ ਹੁੰਦਾ। ਇਹ ਹਰ ਇੱਕ ਨੂੰ ਟੱਕਰ ਜਾਂਦੀ ਹੁੰਦੀ ਫੈਮਿਲੀ ਜਦੋਂ ਕੋਈ ਬੰਦਾ ਇਦਾਂ ਗੱਲ ਕਰ ਬੈਠੇ ਨਾ 4 ਬੰਦੇ ਫਿਰ ਇਹ ਫੈਮਿਲੀ ਉੱਥੇ ਹੁੰਦੀ ਏਅਰਪੋਰਟ ਤੇ ਖੜੀ ਕਿ ਤੂੰ ਗੱਲ ਕਰਨੀ ਜੇ ਤੂੰ ਗੱਲ ਕਰਨੀ ਆ ਤੇ ਅਸੀਂ ਖੜੇ ਆ ਸਾਡਾ ਵਜ਼ਨ ਤੂੰ ਹੀ ਲੈ ਕੇ ਜਾਣਾ। ਅੱਛਾ ਲੈ ਵੀ ਸੀਰੀਅਸਲੀ ਜਿਸ ਦਿਨ ਮੈਂ ਗਾਜਰ ਜੂਸ ਨਾ ਪੀਣਾ ਮੇਰੇ ਮੀਰ ਨੂੰ ਕਾਲ ਕਰ ਲਿਓ। ਉਹ ਯਾਰ ਗਾਜਰ ਜੂਸ ਕਿਹੜਾ ਅੱਲਾ ਮਾਫੀ ਦੇਵੇ 15 ਰੁਪਏ ਦੀ ਗਾਜਰ ਆ ਕਿਲੋ 2 ਜੂਸ ਇੰਨੀ ਕਿ ਚਕੰਦਰ ਪਾ ਲਈ ਇੰਨਾ ਕਾ ਅਗਰ 8 ਚੌਂ ਚੀਜ਼ਾਂ ਗਨਾਤੀਆਂ ਤੂੰ 23 ਰੁਪਏ ਕਿੰਨੇ ਪੈਸੇ ਬਣਦੇ ਗਲਾਸ ਦੇ ਬੇਟੇ ਮੂੰਹ ਗਾਜਰ ਜੂਸ ਮੈਂ ਪੀ ਲਿਆ ਵੀ ਗਾਜਰ ਲੱਭਦੀ ਨਹੀਂ ਬਲੈਕ ਤੇ ਵਿਕੰਦਾ ਹੀ ਗਾਜਰ ਵੀ ਤੂੰ ਉਹਦਾ ਜੂਸ ਪੀ ਲਿਆ ਬੇਟੇ ਮੂੰਹ ਲੈ ਸਵੇਰੇ ਗਾਜਰ ਅੱਲਾ ਮਾਫੀ ਸਾਰਾ ਬਾਜ਼ਾਰ ਬੰਦ ਹੋ ਜਾਵੇ ਗਾਜਰਾਂ ਵਾਲੇ ਫਿਰ ਬੈਠੇ ਹੁੰਦੇ। ਇਹ ਤੁਹਾਨੂੰ ਲੱਭਣੀ ਨਹੀਂ ਆ ਰਮਜ਼ਾਨ ਸ਼ਰੀਫ ਆਉਣ ਦਿਓ ਇਹ ਤੁਹਾਨੂੰ ਗਾਜਰ ਲੱਭਣੀ ਨਹੀਂ ਤੁਸੀਂ ਤਰਸਣਾ। ਗਾਜਰ ਕੀ ਕਰਦੀ ਭਲਾ ਜਿਗਰ ਠੰਡਾ ਕਰਦੀ ਹੈ ਜੀ ਮੀਦਾ ਥੋੜਾ ਖੁੱਲਾ ਕਰਦੀ ਆ ਦਾਣੇ ਨਹੀਂ ਬਣਨਗੇ ਤੁਹਾਡੇ ਤੁਹਾਨੂੰ ਕਹਿ ਨਹੀਂ ਹੈਗੀ ਇੰਜ ਕਰਦੇ ਉਹ ਨਹੀਂ ਆਏਗੀ। ਨਹੀਂ ਫ੍ਰੈਂਚ ਨਹੀਂ ਦੱਸ ਕਿੰਨੇ ਕੁ ਦੀ ਗਲਾਸ ਬਣਦਾ 15 ਰੁਪਏ ਦਾ ਤੇਰਾ ਗਲਾਸ ਬਣਦਾ ਮੈਂ ਦੱਸਦਾ ਤੱਕ ਪਾ ਕੇ 15-20 ਦਾ ਬਣਦਾ ਉੱਠ ਕੇ ਤੂੰ ਇੰਜ ਦੱਸੇ ਬਲੈਕ ਕਾਫੀ ਕਿਤੇ ਅੱਲਾ ਮਾਫੀ ਦੇ ਵੱਡੇ ਰੈਸਟੋਰੈਂਟ 'ਚ ਬਹਿ ਕੇ ਪੀਣਾ
ਸਰ ਤੁਸੀਂ ਮੇਰੀ ਗੱਲ ਨੂੰ ਨਾ ਡਿਨਾਈ ਕਰੋ। 700 ਰੁਪਏ ਦਾ ਗਾਜਰ ਦਾ ਬੋਰਾ ਲਿਆਂਦਾ ਜੀ। ਬੋਰਾ ਹਾਂਜੀ, ਨਾਲ ਭਰਾ ਨੇ ਬਾਹਰ ਥੜੇ ਤੇ ਲਾਈਆਂ ਵੀ ਨਾ, ਉਹਦੇ ਕੋਲੋਂ ਫਿਰ 2 ਚੁੱਕ ਕੇ ਬਣਾ ਲੈਂਦਾ। ਬੋਰਾ ਲਿਆਂਦਾ ਅੱਜ ਤੁੰਨ ਕੇ ਕੈਬਨ ਭਰੇ ਕਿਚਨ ਦੇ। ਉਸ ਤੋਂ ਬਾਅਦ ਭਾਜੀ ਚਿਕੰਦਰ 2 ਕਿਲੋ ਚਿਕੰਦਰ ਲਿਆ। ਚਿਕੰਦਰ ਹੁਣ ਕੀ ਭਾ 200 ਰੁਪਏ ਕਿਲੋ ਚਿਕੰਦਰ ਵਾ। ਉਹ ਪਤਾ ਵੀ ਵਿੱਚ ਪਾਉਂਦੇ, ਪਤਾ ਜਿਹੜਾ ਉਹ ਲਹਿਦਾ ਲਾ ਕੇ ਫਿਰ 300 ਰੁਪਏ ਪੈਂਦੀ ਆ। ਇਹ ਚੁਕੰਦਰ ਗਾਜਰ ਇੰਨੀ ਸਟਾ ਲੈਂਦਾ ਵਾ ਕਿ ਉਹ ਸੀਜ਼ਨ ਲੰਘ ਜਾਂਦਾ। ਉਸ ਸੀਜ਼ਨ ਤੋਂ ਬਾਅਦ ਅਗਲੇ ਸੀਜ਼ਨ ਗਾਜਰ ਆਉਂਦੀ ਨਾ, ਤਾਂ ਬੰਦਾ ਕਹਿੰਦਾ ਗਾਜਰ ਲੈ ਲਓ, ਕਹਿੰਦਾ ਨਹੀਂ ਯਾਰ ਇਹਨੇ ਪਿਛਲੇ ਸੀਜ਼ਨ ਦੀ ਪਈ ਹੈ। ਇੰਜ ਕਰਦੇ ਗਾਜਰ। ਨਾਲੇ ਲਫ਼ਜ਼ ਚੁਕੰਦਰ ਨਹੀਂ ਹੁੰਦਾ, ਚੁਕੰਦਰ ਹੁੰਦਾ ਵਾ। ਉਹ ਭਾਈ ਮਾਫੀ ਦੇ ਦਿਓ ਤੁਸੀਂ ਇੱਥੇ। ਚਲੋ ਭਾਜੀ ਚਲੋ। ਤਾਜੀ ਇਹਨਾਂ ਦੇ ਮਹੱਲੇ ਗਾਜਰਾਂ ਲਓ ਨਾ, ਵਿੱਚ ਬਾਮਣਾ ਵੀ ਆ ਜਾਂਦੀ। ਉਹ ਡੋਬਾ ਸਾਨੂੰ ਕਿਸੇ ਜੂਸ ਪੀਨੇ ਇਹ ਨਹੀਂ ਬੜੀ ਗੱਲ ਹੈ, ਬੜੀ ਗੱਲ ਹੈ। ਜਿਸ ਦਿਨ ਦਾ ਮੈਂ ਗਾਜਰ ਜੂਸ ਸ਼ੁਰੂ ਕੀਤਾ ਵਾ ਨਾ, ਇਹ ਤੂੰ ਜਿਸ ਦਿਨ ਦਾ ਕੀਤਾ ਦੱਸੀ ਦਾ ਨਹੀਂ ਹੁੰਦਾ। ਇੰਨੀ ਅੱਲਾ ਮਾਫੀ, ਤੂੰ ਦੱਸ ਕੇ ਨਜ਼ਰ ਲਗਾਉਣੀ ਆਪਣੇ ਆਪ ਨੂੰ। ਜਿਸ ਦਿਨ ਦਾ ਤੂੰ 4 ਬੰਦੇ ਬਹਿ ਕੇ ਦੱਸੀ ਨਾ ਮੈਂ ਸਵੇਰੇ ਗਾਜਰ ਜੂਸ ਪੀਣਾ, ਪਾਗਲ ਆ ਤੂੰ। ਔਰ 4 ਵਿੱਚ ਦਾਣੇ ਜਿਹੜੇ 4 ਦਾਣੇ ਹਲਕੇ ਜਿੰਜ ਕਰਕੇ ਜ਼ਾਫਰਾਂ ਦੇ ਸੁੱਟਣੇ। ਗਾਜਰ ਜੂਸ ਚ ਕੋਲ ਜ਼ਾਫਰਾਨ ਸਾਦੀ ਨਹੀਂ ਉਹ ਪਾ ਲੈਂਦਾ ਭਾਈ, ਪੈਸਾ ਹੀ ਬੜਾ ਵਾ। 25-30 ਰੁਪਏ ਦਾ ਡਾਲ ਦਿੰਦਾ ਸਵੇਰੇ ਸਵੇਰੇ ਉੱਠਦੇ ਹੀ। ਐਦਾਂ ਹੀ ਉਸਤਾਦ। ਦਰਸ਼ ਭਾਈ ਅਗਰ ਮੈਂ ਝੂਠ ਬੋਲਾਂ ਨਾ, ਇੱਥੇ ਹੀ ਮੈਂ ਕਾਲਾ ਹੋ ਜਾਵਾਂ ਸੀਰੀਅਸਲੀ। ਲੈ ਉਹ ਤੇਰੀ ਕਿਸਲਾ ਝੂਠ ਬੋਲਦਾ ਵਾ। ਦਾਰਚੀਨੀ, ਇਲਾਇਚੀ, ਸੌਂਫ, ਹਲਕੀ ਜਿਹੀ ਅਦਰਕ ਦੀ ਡੰਡੀ ਤੇ ਵਿੱਚ ਨਿੰਬੂ ਪਾ ਕੇ ਕਾਫੀ ਨੂੰ ਪੱਕਣ ਦੇਣਾ। ਇੰਜ ਕਰਕੇ ਆਹ ਪੱਕ ਪਕਾਈਆ ਹੋ ਰਿਹਾ। ਜਦੋਂ ਪੱਕ ਕੇ ਪੌਣਾ ਕੱਪ ਰਹਿੰਦਾ, ਫੇਰ ਤੁਹਾਡੀ ਭਾਬੀ ਨੇ ਲੈ ਕੇ ਕਹਿਣਾ ਲਓ ਜੀ ਇਹ ਤੁਹਾਡਾ ਕਾਵਾ ਤਿਆਰ ਹੋ ਗਿਆ। ਉਹ ਮੈਂ ਪੀਣਾ ਸਾਰ ਨਿਕਦਾ ਹੈ। ਅੱਛਾ ਚਲੋ ਇਹ ਦੱਸੋ ਜੀ, ਛੋਟੇ ਹੁੰਦੇ ਕਿਸ ਬੰਦੇ ਨੇ ਇੱਥੋਂ ਇੰਜ ਸੂਈ ਪਰੋ ਕੇ ਇੰਜ ਕਰਦੇ ਹੁੰਦੇ ਸੀ? ਉਸਤਾਦ ਜੀ ਮੈਂ ਕੀਤਾ ਹੈ। ਸਾਰੇ ਕਰਦੇ ਇਹ ਵੀ ਕਿਹਾ ਸੀਗਾ ਇੰਜ ਕਰਕੇ ਨਾ, ਇੱਥੋਂ ਇੰਜ ਕਰਕੇ ਸੀਤਾ ਉਸਤਾਦ ਕਰਦੇ ਨੇ। ਇੰਜ ਕਰਦੇ ਹੁੰਦੇ ਸੀ। ਵਾਹ ਵਾਹ ਵਾਹ। ਓਹੋ ਮਾਫੀ ਦੇ ਨਾਲ ਅੱਲਾ ਮਾਫੀ ਦੇਵੇ, ਮੈਂ ਸਵੇਰੇ ਉੱਠ ਕੇ ਬਦਾਨਾ ਨਾਲ ਉਹਦਾ ਗਲਾਸ ਨਹੀਂ ਨਹੀਂ ਨਹੀਂ, ਮੈਂ 1% ਵੀ ਝੂਠ ਬੋਲਿਆ ਹੋਵੇ ਨਾ, ਮੈਂ ਜਾਨ ਰੱਬ ਨੂੰ ਦੇਣੀ ਆ। ਮੈਂ ਚ ਕੋਈ ਮੁਫਾਫਤ ਨਹੀਂ ਕੀਤੀ। ਮਿੱਠਾ ਜੀ ਇਹ ਖਾਂਦਾ ਪੀਂਦਾ ਨਜ਼ਰ ਆਉਂਦਾ ਪਿਆ। ਕਿਹੜਾ ਮੁਗਲ? ਇਹ ਫਲਾਵਟ ਆ, ਲੱਗਦਾ ਮਖੀਲ ਲੜਿਆ ਵਾ। ਕਿਹੜਾ? ਖਾਤਾ ਪੀਤਾ ਨਹੀਂ ਤੁਸੀਂ, ਖੂਨ ਦੇ ਕੇ ਫੁੱਲੇ ਆ। ਉਹ ਮੇਰੀ ਜਾਨ ਫੁੱਲਿਆ ਨਹੀਂ, ਇਹ ਹੁਣ ਡਾਈਟ ਦਾ ਸਿਸਟਮ ਹੋਣ ਡਿਆ, ਫੁੱਲਣ ਡਿਆ ਜਿਸਮ ਮੇਰਾ ਲੜਕਣ ਤੇਰੇ ਡਿਆ। ਘਰ ਚ 2 ਅਨਾਰ ਤੈਨੂੰ ਕੋਲ ਜਾਂਦਾ ਵੇਖ ਲਿਆ, ਤੈਨੂੰ FIA ਪੈ ਜਾਂਦੀ। ਹਾਂ ਇਸ ਜਗ੍ਹਾ ਤੇ ਇਹ ਚੀਜ਼ ਜਾ ਨਹੀਂ ਸਕਦੀ। ਇਹ ਕਿੱਥੋਂ ਆਏ ਨੇ ਪੈਸੇ ਤੇਰੇ ਕੋਲ? ਪਾਗਲ ਆ ਤੂੰ। ਤੁਹਾਡੀ 700 ਦੀ ਕਮੇਟੀ ਨਿਕਲੀ ਤਾਂ ਨੈਪ ਪੈ ਗਈ ਸੀਗੀ। ਵੀ ਦੱਸੋ ਹਿਸਾਬ ਦਿਓ ਕਿੱਥੋਂ ਲਏ ਆ। ਇਹਨਾਂ ਦੇ ਬੰਦੇ ਛੱਲੀਆਂ ਮਿਲਦੀਆਂ, ਛੱਲੀ ਛੱਲੋ ਅੰਦਰ ਅਨਾਰ ਲੱਗੇ ਨੇ। ਤੁਹਾਡਾ ਗੈਰ ਮਹਿਰੂ ਬਾਲੂਰ ਦਾ ਪਿੰਡਾ ਵਾ। ਇਹ ਏਡਾ ਕਿਸਮਤ ਮਾੜੀ ਹੈ। ਅਨਾਰ ਵੀ ਖੋਲਦੇ ਨਾ ਵਿੱਚੋਂ ਛੱਲੀ ਵਾਲੇ ਦਾਣੇ ਨਿਕਲਦੇ। ਮਿੱਠੇ ਕਸਮ ਵਾਲੀ ਗੱਲ, ਜਦੋਂ ਦੀ ਡਾਈਟ ਕਰ ਰਿਹਾ ਸਕੂਨ ਚ ਆ। ਅਨਾਰ ਦਾ ਜੂਸ ਸਵੇਰੇ ਉੱਠ ਕੇ, ਉਸ ਤੋਂ ਬਾਅਦ ਕੈਪੀਚੀਨੋ। ਕਿਹੜੀ ਉਹ ਕੈਪੀ ਜੀ ਨੂੰ ਕੱਲ ਗੁੱਜਰ ਮਗਰ ਨਸਣ ਦੇ ਕਹਿੰਦੇ ਰੋਜ਼ ਖੁਰਲੀ ਚੋਂ ਢੇਰੀਆਂ ਖਾ ਜਾਂਦਾ। ਕੈਪੂਚੀਨੋ ਦੇ ਸਪੈਲਿੰਗ ਆਉਂਦੇ ਆ? CAPHOUD ਚੂਨੋ। CHO। ਤੂੰ ਦੱਸ, ਸਵਾਲ ਪੁੱਛ ਰਿਹਾ ਤੂੰ ਦੱਸ। ਮੋ ਦੱਸ ਦਾਂਗੇ, ਅਸੀਂ ਇੱਥੇ ਹੀ ਚੱਲੇ ਨਹੀਂ ਆਡੀਅנס ਦੇ ਸਾਹਮਣੇ। ਤੁਹਾਨੂੰ ਇਸ ਚੀਜ਼ ਦਾ ਪਤਾ ਬਦਾਨਾ ਅਨਾਰ ਦਾ ਰੇਟ ਕੀ ਆ? ਹਾਂਜੀ ਸਿਰਫ ਬਦਾਨਾ ਦਾ ਪਤਾ। ਆਹੋ ਉਹ ਵੀ ਜੁਮਰਾ। ਇਹ ਬਦਾਨਾ ਨਹੀਂ, ਇਹ ਬਗਾਨਾ ਅਨਾਰ ਖਾਂਦੇ ਆ। ਬਦਾਨਾ ਨਾਲ ਕੀ ਐਲੇ ਕਹਿੰਦਾ ਲਿਆ ਉੱਥੋਂ ਮੇਰਾ ਬਗਾਨਾ ਅਨਾਰ। ਉਸਤਾਦ ਜੀ ਸੱਚੀ ਮੁੱਚੀ ਮੈਂ ਕਹਿਣ ਡਿਆ, ਜਿਹੜੇ ਅਨਾਰ ਹੈ ਨਾ ਮਿੱਠੇ, ਮੈਨੂੰ 6 ਮਹੀਨੇ ਅੱਗੇ ਲੈ ਗਏ। ਨਾਰਾ ਹੈ? ਹਾਂ ਅਨਾਰਾਂ ਦਾ ਜੂਸ। ਉਹ ਤੁਹਾਨੂੰ ਤਾਂ ਡਾਕਟਰ ਨੇ ਕਿਹਾ ਸੀ ਯਾਰ ਤੂੰ ਭੁੱਜੇ ਚਣੇ ਖਾਇਆ ਕਰ। ਤੁਸੀਂ ਪੂਰੇ ਫੈਸਲਾਬਾਦ ਦੀਆਂ ਸਾਰੀਆਂ ਫੌਜੀਆਂ ਅਟੈਂਡ ਕਰ ਲਈਆਂ ਸੀ। ਕੂਲਾਂ ਦੇ ਖਤਮ ਬੋਰੇ ਭਰ ਲਿਆਂਦੇ ਤੁਸੀਂ। ਨਹੀਂ ਨਾਰ ਚੁੱਕ ਕੇ ਜਦੋਂ ਦੌੜਦਾ ਨਾ, ਹਾਂਜੀ ਤੇ ਮਗਰ ਦੌੜਦਾ ਰੇੜੀ ਵਾਲਾ, ਉਹ ਫਿਰ ਇਹਨੂੰ ਨਾਰ ਬਹੁਤ ਅੱਗੇ ਤੱਕ ਲੈ ਜਾਂਦਾ। ਘਰ ਤੋਂ ਵੀ ਅੱਗੇ ਤੱਕ। ਅੱਛਾ ਯਾਰ ਇੱਕ ਮਿਸਾਲ ਆ, ਤੂੰ ਨਾਰਾਂ ਦਾ ਜੂਸ ਪੀ ਲੈਣਾ ਤੇ ਹੁਣ ਸਾਡਾ ਕਿਉਂ 15 ਮਿੰਟ ਇਸ ਚ ਕੀ ਮਤਲਬ ਕਿ ਬਹੁਤ ਅਨਾਰ ਕਸਤੂਰੀ ਹੈ, ਕੋਈ ਲੱਭਦੀ ਨਹੀਂ ਵੀ ਤੂੰ ਪੀਣਾ। ਨਹੀਂ ਜਿਹੜਾ ਮਾਦੀ ਮਾੜਾ ਮੋਟਾ ਬੰਦਾ 200-150 ਰੁਪਏ ਖਰਚ ਕੇ ਨਾਰ ਗੱਲ ਉਸਤਾਦ ਜੀ ਉਹੀ ਆਂਟੀ ਵਧਾ ਕੇ ਸ਼ੋਅ ਚ ਬਹਿ ਕੇ ਮੈਂ ਨਾਰਾਂ ਦਾ ਜੂਸ ਪੀਣਾ, ਉਹ ਮੈਂ ਗਾਜਰ ਦਾ ਜੂਸ ਪੀਣਾ। ਲੈ ਦੱਸ ਤੁਹਾਡੀ ਗੱਲ ਤੋਂ ਮੈਂ ਗੱਲ ਕਰਨ ਡਿਆ, ਤੁਸੀਂ ਅੱਛਾ ਯਾਰ ਤੂੰ ਪੀਣਾ ਵਾ, ਅੱਛਾ ਤੂੰ ਪੀ ਲੈਂਦਾ ਹੋਏਗਾ ਇਹਦੇ ਚ ਕਿਹੜੀ ਐਸੀ ਗੱਲ ਆ? ਕਿਹੜੀ ਗੱਲ? ਤੂੰ ਨਾਰਾਂ ਦਾ ਜੂਸ ਪੀਣਾ। ਮੈਂ ਕਹਿਣ ਡਿਆ ਵਾ ਕਿ ਇਹ ਵੀ ਸ਼ਖਸੀਅਤ ਆਪਣੀ ਨਿਖਾਰਨ। ਹਾਂ ਨਿਖਰੇ ਤੇ ਨਜ਼ਰਾਨ। ਨਖਾਰੀ ਨਹੀਂ, ਗਾਜਰ ਦਾ ਜੂਸ ਕਿਤੇ ਆਮ ਆ? ਇਹਨੂੰ ਤੁਸੀਂ ਆਮ ਸਮਝਦੇ? ਹਾਏ 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 ਹਾਏ। ਛੋਟੇ ਛੋਟੇ ਕੰਮ ਕਰਕੇ ਨਾਰਾਂ ਦਾ ਗਾਜਰਾਂ ਦਾ ਜੂਸ ਪੀ ਕੇ ਇੱਥੇ ਚਰਚਾ ਕਰਨ ਦੇ ਅਸੀਂ ਚੁੱਪ ਕਰਕੇ ਬੈਠੇ। ਸਾਡਾ ਵੀ ਖੁਰਾਕ ਠੀਕ ਆ ਉਸਤਾਦ ਜੀ। ਸਵੇਰ ਨੂੰ ਉੱਠੀ ਦਾ 2 ਕਿਲੋ ਘਿਓ, 2 ਕਿਲੋ ਦੁੱਧ ਵਿੱਚ ਦੇਸੀ ਘਿਓ ਦਾ ਉਸਤਾਦ ਜੀ ਸੁੱਟ ਕੇ ਢੇਲਾ ਇੰਜ ਗਟਾ ਗਟ ਪੀ ਲਈਦਾ। ਲੇਕਿਨ ਅੱਜ ਤੱਕ ਸ਼ੋਅ 'ਚ ਗੱਲ ਨਹੀਂ ਕੀਤੀ। ਦੁੱਧ 'ਚ ਹਲਕਾ ਜਿਹਾ ਉਸਤਾਦ ਜੀ ਜ਼ਾਫਰਾਨ ਵੀ ਸੁੱਟੀ ਦਾ। ਇੰਜ ਇਹਦੇ ਨਾਲ ਮਹਿੰਗੀਆਂ ਚੀਜ਼ਾਂ ਨੇ। 3 ਲੱਖ 2 ਲੱਖ ਰੁਪਏ ਕਿਲੋ ਜ਼ਾਫਰਾਨ, 4 ਲੱਖ ਰੁਪਏ ਕਿਲੋ ਜ਼ਾਫਰਾਨ। ਦੇਸੀ ਘਿਓ ਬੜਾ ਮਹਿੰਗਾ। ਹੁਣ ਚਕੰਦਰ ਤੇ ਜ਼ਾਫਰਾਨ ਦਾ ਫਰਕ ਦੇ। ਔਰ ਸ਼ੁਕਰ ਅੱਲਾ ਦਾ ਕਿ ਅਸੀਂ ਦੇਸੀ ਘਿਓ ਤੇ ਚਿਕੰਦਰ ਸਾਫਰਾ ਨਹੀਂ ਪੀਂਦੇ। ਹਾਲ ਤਾਂ ਦੇਖੋ ਕੀ ਹੋਇਆ ਹੋਇਆ। ਅੱਛਾ 2 ਕਿਲੋ ਸਵੇਰੇ ਉੱਠ ਕੇ
ਘਿਓ ਦੁੱਧ ਤੇ ਉਹਦੇ ਵਿੱਚ ਦੇਸੀ ਘਿਓ ਤੇ ਜ਼ਾਫਰਾਨ। ਹਾਂਜੀ ਇੰਜ ਕਟਾ ਕੱਟ ਅੱਛਾ ਡੇਲੀ। ਚਿਹਰਾ ਵੀ ਤੇ ਫਰੈਸ਼ ਹੈ ਤੇਰਾ। ਲੇਕਿਨ ਚਿਹਰਾ ਫੇਰ ਤੇਰਾ ਕਟਾ ਕਾਟਾ ਵਰਗਾ ਵਾ। ਨਹੀਂ ਇੱਕ ਮਿੰਟ, ਜ਼ਾਫਰਾਨ ਵੀ ਪਾਉਂਦਾ ਵਿੱਚ? ਸਾਫ ਇਹ ਓਏ ਮੈਂ ਸੁਣਿਆ ਜਿਹੜੀਆਂ ਤੁਹਾਡੇ ਕੋਲ ਮੱਝਾਂ ਸੀ ਉਹਨਾਂ ਦੇ ਨਾਲ ਕਸਤੂਰੀ ਵੀ ਲੱਗੀ ਹੁੰਦੀ ਥੱਲੇ ਹਿਰਨ ਟੈਪ। ਕਸਤੂਰੀ ਸਾਜੀ ਉਹਨਾਂ ਦੇ ਥੱਲੇ ਨਹੀਂ, ਤੇ ਉਹ ਰੰਨਾਂ ਲੱਗੀ ਹੁੰਦੀ, ਕਿਹਦੇ ਨਾਲ? ਰੰਨਾਂ ਲੱਗੀ ਹੁੰਦੀ। ਉਹ ਇਹਨਾਂ ਦੀਆਂ ਮੱਝਾਂ ਨਾਲ ਵੀ ਲੱਗੀ ਹੁੰਦੀ। ਤਾਂ ਫਰਕ ਇਹ ਆ ਕਿ ਉਹਦੀ ਇੱਕ ਨਾਕ ਦੇ ਕੋਲ ਕਸਤੂਰੀ ਦੀ ਢੇਲੀ ਹੁੰਦੀ, ਉਹ ਇੱਕੋ ਵਾਰੀ ਜਦੋਂ ਕਿਤੇ ਵੱਜਦੀ ਨਾ ਤੇ ਉਹ ਡਿੱਗ ਪੈਂਦੀ ਹੈ। ਇਹਨਾਂ ਦੀਆਂ ਮੱਝਾਂ ਥੋੜੇ ਥੋੜੇ ਫਾਸਲੇ ਤੇ ਕਸਤੂਰੀ ਛਿੱਟਦੀਆਂ ਜਾਂਦੀਆਂ। ਤੇ ਲੋਕੀ ਕਹਿੰਦੇ ਨੇ ਯਾਰ ਧਿਆਨ ਨਾਲ ਹੀ ਹੋਇਆ ਕਸਤੂਰੀ ਦਾ ਪੈਡਲ ਵੇੜ ਲਈ। ਹਾਂ, ਔਰ ਇਹਨਾਂ ਕੋਲ ਬਹੁਤ ਕਸਤੂਰੀ ਹੈ ਔਰ ਬੜੀ ਮਹਿੰਗੀ ਹੋ। ਔਰ ਇਹਨਾਂ ਦੇ ਜਦੋਂ ਕਸਤੂਰੀ ਵੱਜੇ ਫਿਰ ਉਹਨੂੰ ਇਹ ਥੋੜੇ ਥੋੜੇ ਪੀਸ ਬਣਾ ਕੇ ਕੰਨਾਂ ਨਾਲ ਲਾ ਕੇ ਸੁਕਾ ਵੀ ਲੈਂਦੇ। ਔਰ ਇਹਨਾਂ ਦੀ ਕਸਤੂਰੀ ਦੀ ਢੇਲੀ ਦੇ ਉੱਤੇ ਇੰਜ ਹੱਥ ਉਂਗਲਾਂ ਵੀ ਚੱਟ ਜਾਂਦੀਆਂ। ਸਾਡੀ ਕਸਤੂਰੀ ਫਸਲਾਂ ਦੇ ਵਿੱਚ ਵੀ ਸੁੱਟਦੇ ਆ। ਉਹ ਤੂੰ ਦੁੱਧ ਪਾ ਕੇ ਖਾਣਾ? ਨਹੀਂ ਉਹ ਤਾਂ ਉਸਤਾਦ ਜੀ ਨੇ ਹੁਣ ਨਹੀਂ ਉਹ ਦੁੱਧ ਚ ਪਾਉਂਦਾ ਜਾਫਰ ਜਲਵਤਰੀ ਕਸਤੂਰੀ। ਹਾਂ, ਤਾਂ ਕਿ ਕਸਤੂਰੀ ਦੀ ਸਮੈਲ ਨਾ ਆਵੇ, ਫਿਰ ਜਲਵਤਰੀ ਪਾਉਂਦਾ। ਇਹ ਆ ਸਵੇਰ ਦੀ ਰੁਟੀਨ। ਅੱਛਾ ਇਹ ਹਲੇ ਸੁਬਾਹ ਦੀ ਆ। ਸੁਬਾਹ ਦੀ। ਦੁਪਹਿਰ ਨੂੰ ਉਸਤਾਦ ਜੀ ਸੈਲਡ ਖਾਈਦਾ ਵਾ। ਚੀਕੂ ਫਲ ਦਾ ਇਹਨਾਂ ਨੇ ਸਿਰਫ ਨਾਮ ਹੀ ਸੁਣਿਆ। ਹਾਂ ਹਾਏ ਹਾਏ। ਉਹ ਵਿੱਚ ਕੱਟ ਕੇ ਪਾਈਦਾ। ਉਹ ਇੱਕ ਉਹ ਹਰਾ ਜਿਹਾ ਜਿਹੜਾ ਤੁਹਾਡੀ ਸਲਾਦ ਚ ਹੁੰਦਾ, ਹਾਂ। ਉਹਨੂੰ ਕੀ ਕਹਿੰਦੇ? ਉਹ ਤਾਂ ਤੂੰ ਨਾ ਤੁਲੇ। ਉਹ ਸ਼ਰੀਫਾ olive oil। ਹਾਂ, ਸ਼ਰੀਫਾ ਨਹੀਂ ਹੈ। ਐਵਾਕਾਡੋ ਐਵਾਕਾਡੋ ਸਪੈਸ਼ਲ ਇੱਥੋਂ ਨਹੀਂ ਲੱਭਦਾ, ਲੇਕਿਨ ਪਤਾ ਨਹੀਂ ਕਿੱਥੋਂ ਮੰਗਾਉਂਦਾ ਉਹ। ਦੁਬਈਓ ਉਸਤਾਦ ਜੀ ਮੰਗਾਈ। ਦੁਬਈਓ ਆਉਂਦਾ ਵੇਲਾ। ਵਿੱਚ ਉਹ ਅਨਾਨਾਸ ਪੀਲਾ ਜਿਹਾ ਖੱਟੇ ਰੰਗ ਦਾ ਜਿਹੜਾ ਓਏ। ਉਹ ਫਿੱਕਾ ਜਿਹਾ ਹੁੰਦਾ ਉਸਤਾਦ ਜੀ, ਇੰਨਾ ਮਜ਼ੇਦਾਰ। ਨਹੀਂ ਲੇਕਿਨ ਉਹ ਸਿਹਤ ਵਾਸਤੇ ਬਹੁਤ ਅੱਛਾ ਹੈ। ਇਹ ਨਾ ਇਹ ਬਣਿਆ ਇੱਕ ਗਲਾਸ ਪੂਰਾ ਕੋਈ 1000 1500 2000। ਨਹੀਂ, ਇਹਨੇ ਤੁਹਾਡੀ ਛੱਡੀ ਸਲਾਦ ਕਿਤੇ ਮਾੜੀ ਜੀ ਖਾ ਲਈ ਆ ਔਰ ਸਾਰਾ ਦੱਸੇ ਤੇ ਆ ਉਹ। ਜੇ ਤੁਸੀਂ ਆਪ ਸਾਰਾ ਗੁੱਜਰ ਤੇ ਆ 25 ਵਾਰੀ ਸ਼ਾਟ ਪਈ ਉਹਨੂੰ ਦੇਖੋ ਤਾਂ। ਯਾਰ ਇਹ ਦੁਨੀਆ ਦੇ ਮਾਮਲਾ ਤਾਂ ਸਕਿਨ ਹੋਰ ਗੱਲਾਂ ਨਾਲ ਖਰਾਬ ਹੋਈ, ਅੰਦਰੋਂ ਮੈਂ ਸਟਰੋਂਗ, ਠੀਕ ਹੈ ਨਾ ਉਸਤਾਦ ਜੀ। ਹੁਣ ਉਹ ਦੁਪਹਿਰ ਨੂੰ ਸਿਰਫ ਸੈਲਡ, ਰਾਤ ਨੂੰ ਰੋਟੀ ਨਹੀਂ ਖਾਦੀ ਕਦੀ ਅੱਜ ਤੱਕ। ਹਾਏ ਮਿਲਦੀ ਨਹੀਂ। ਰੋਟੀ ਨਹੀਂ ਮਿਲਦੀ। 21 ਚਲਗੋਜ਼ੇ ਖਾ ਕੇ ਸੋਨੇ, ਕਿੰਨਾ ਮਹਿੰਗਾ ਚਲਗੋਜ਼ਾ। 21 ਚਲਗੋਜ਼ੇ 21 ਚਲਗੋਜ਼ੇ ਚਲਗੋਜ਼ੇ ਹੁੰਦੇ ਤੁਹਾਡੇ ਘਰ? ਮੁੱਕਦੇ ਹੀ ਨਹੀਂ। ਇਹਦੀ ਅੰਮੀ ਜੀ ਕਹਿੰਦੇ ਸੀ ਨਾਰਾ ਤੂੰ ਚੱਲਾ ਤੇ ਹਾਂ ਅੱਜ ਕਾਲੇ ਚਲਗੋਜ਼ੇ ਪਕਾ ਲਈਏ। ਉਸਤਾਦ ਜੀ ਸਿਰਫ ਔਰ ਸਿਰਫ ਚੰਗਿਓਜ਼ੀਅਨ ਦਾ ਪਰਫੈਕਟ ਲੇਟ ਦੱਸ ਦੇਵੇ ਮੈਨੂੰ ਕੀ ਹੈ, ਮੈਂ ਇਹਨੂੰ ਜੁਰਮਾਨਾ ਦਵਾਂਗਾ। ਲੈਂਜਰ ਮਾਰਨ ਦਾ। ਚਲੋ ਜੀ ਮੈਂ ਦੱਸ ਦਿੰਦਾ ਚੱਲ। ਸਾਡੇ ਤੇ ਘਰ ਦੀ ਉਸਤਾਦ ਜੀ ਮੁੱਕਣ ਹੀ ਨਹੀਂ ਦੇ। ਨਹੀਂ ਉਹਨੂੰ ਕੀ ਪਤਾ, ਉਹ ਜਿਹੜਾ ਲਿਆਉਂਦਾ ਵਾ ਸੌਦਾ ਉਹਨੂੰ ਪਤਾ ਹੋਵੇ ਇਹਨੇ ਤੇ ਖਾਣੇ ਆ। ਹਾਂ, ਇਹ ਨਹੀਂ ਉਸਤਾਦ ਜੀ, ਚੰਗਿਓਜ਼ਿਆਂ ਦਾ ਪਤਾ ਇਹਨੂੰ ਕੀ ਰੇਟ ਹੈਗਾ? ਜਿਹਦਾ ਇਹ ਜਿਹੜੇ ਚੰਗਿਓਜ਼ੇ ਹੁੰਦੇ ਨੇ, ਚੰਗਿਓਜ਼ੇ ਉਸਤਾਦ। ਮਾਰਾ ਬੰਦਾ ਹਮੇਸ਼ਾ ਸਭ ਤੋਂ ਪਹਿਲੇ ਗੂਗਲ ਦਾ ਰੇਟ ਦਾ ਪਤਾ ਹੀ ਕੀ ਹੈ। ਫਿਰ ਤੇ ਉਹ ਖਾਣ ਵਾਲੀ ਗੱਲ ਕਰ। ਜੀ ਓਹੋ, ਇਹ ਕਹਿੰਦੇ 21 ਚੰਗਿਓਜ਼ੇ ਖਾਂਦਾ ਹੈ 21 ਚਲਗੋਜ਼ੇ ਇੰਨੇ ਕ ਬਣਦੇ ਆ। ਤੇ ਕਿੰਨੇ ਨੇ? ਕਿੰਨੇ ਦਾ ਕਿਲੋ? 5000 4000 5000 ਰੁਪਏ ਕਿਲੋ ਆ। ਨਹੀਂ 12000 ਰੁਪਏ ਕਿਲੋ ਜੀ। ਲਿਆਓ ਮੈਂ ਤੁਹਾਨੂੰ 6000 ਲਿਆਓ ਜੀ। ਉਹ 2 ਨੰਬਰ ਛੋਟਾ ਚਲਗੋਲ ਹੋ, ਵੱਡਾ ਹਾਮੀਦ ਦਾ। ਵੱਡਾ ਪਿੱਛੇ ਮੁੱਠ ਵੀ ਲੱਗੀ ਹੋਵੇ, ਵੱਡਾ ਕੀ? ਜੇ ਅੰਦਰ ਵੀ ਪਰੋ ਦੇ ਵੱਡਾ ਬਾਈ ਵੀ ਚਲਗੋਜ਼ਾ। ਓਏ 6000 ਰੁਪਏ ਮਤਲਬ 10 ਚਲਗੋਜ਼ਿਆਂ ਦਾ ਪਿੱਛੇ ਰੱਸੀ ਬੰਨ ਕੇ ਝਾੜੂ ਟੈਪ ਵੀ ਬਣਾਇਆ ਮੈਨੂੰ, ਐਡਾ ਚਲਗੋਜ਼ਾ ਹੋਵੇ। ਨਹੀਂ ਫਿਰ ਤੁਸੀਂ ਐਨੇ ਨੇ ਫੜ ਕੇ ਛਿੱਲ ਤੇ ਉਹਨਾਂ ਨੂੰ ਕੱਲੇ ਨੂੰ। ਨਹੀਂ ਫਿਰ ਤੁਸੀਂ ਚਲਗੋਲੇ ਦੇਖੇ ਹੀ ਨਹੀਂ। ਉਹ ਚਾਹ ਹੈ। ਸਾਡੇ ਉਹਦਾ ਸਭ ਤੋਂ ਸਸਤਾ ਚਲਗੋਲਾ, ਸਭ ਤੋਂ ਛੋਟਾ ਛਾਂਟੀ ਪੈਂਦੀ। ਮੈਂ ਯਕੀਨ ਮੰਨੋ ਯਾਰ, ਮੈਂ ਗਿੱਠ ਜਿਹੜਾ ਚਲਗੋਲਾ ਦੇਖਿਆ ਵਾ। ਕਿਹੜਾ? ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਗੁੱਲੀ ਜੀ ਕਿਹਦੀ ਆ? ਸਿਰਫ ਦੇਖਿਆ ਵਾ ਮਿੱਠੇ, ਤੁਹਾਨੂੰ ਇਹਦੇ ਟੇਸਟ ਦਾ ਪਤਾ ਹੀ ਨਹੀਂ। ਇਹਦੇ ਉੱਤੋਂ ਜਿਹੜਾ ਇੱਕ ਬਰੀਕ ਜਿਹਾ ਛਿਲਕਾ ਲੱਥਦਾ ਨਾ ਉਸਤਾਦ ਜੀ, ਉਹਦੀ ਔਕਾਤ ਨਹੀਂ ਹੈ ਇਹਨਾਂ ਦੀ। ਸਹੀ ਗੱਲ ਹੈ। ਤਾਜੀ ਭਾਜੀ ਇੰਜ ਕੇਲੇ ਤਰ੍ਹਾਂ ਛਿਲਿਆ ਜਾਂਦਾ ਚਲਗੋਲਾ ਇੰਜ। ਆ ਲੋ ਜੀ, ਇਹ ਖਬਰ ਹੈ ਕਿ ਭੁੱਜੇ ਦਾਣਿਆਂ ਨੂੰ ਚਨਗੋਜ਼ਾ ਕਹਿੰਦੇ ਆ। ਨਹੀਂ ਇਹ ਸੀਰੀਅਸਲੀ ਉਸਤਾਦ ਜੀ, ਆਪਣੇ ਕੋਲ ਜਿਹੜੀ ਹੈ ਨਾ ਸਭ ਤੋਂ ਸ਼ਾਰਟ ਆਈਟਮ ਆਪਣੇ ਕੋਲ ਆਉਂਦੀ ਬੇਸਿਕਲੀ ਸਾਡੇ ਕੋਲ ਚਲਗੋਜਾ ਵੀ ਲੰਡੇ ਦਾ ਹੁੰਦਿਆ ਵਾ। ਔਰ ਵੱਡਾ ਹਾਈ ਲੈਵਲ ਗਿੱਠ ਜਿਹੜਾ ਚਲਗੋਜਾ ਨਾਲ ਹੋਵੇ, ਅਸੀਂ ਜ਼ਿੰਮੇਦਾਰ ਆ ਭਾਈ। ਤੁਸੀਂ ਦੇਖੋ ਬਾਹਰਲੇ ਮਾਟਾ ਜਾ ਕੇ, ਮੈਂ ਸਵੇਰ ਚੌਧਰੀ ਜਾ ਕੇ ਦੇਖਿਆ। ਉਹ ਜਿਹੜਾ ਫਲ ਜਿਹੜਾ ਹੁੰਦਾ ਉਸਤਾਦ ਜੀ, ਉਹ ਜਿਹੜਾ ਅੱਧਾ ਕਟਿਆ ਹੀ ਹੁੰਦਾ ਉਤੋਂ, ਉਹਨੂੰ ਸਿਰਫ ਇੰਜ ਕਰੀਦਾ, ਉਹ ਕਿਹੜਾ ਹੁੰਦਾ ਭਲਾ? ਇਹ ਤਾਂ ਕਈਆਂ ਨੂੰ ਕਰੀਦਾ ਵਾ। ਕਿਹੜਾ? ਉਹ ਜਿਹੜਾ ਫਲ ਹੁੰਦਾ ਹੈ, ਉਹ ਕਟਿਆ ਹੁੰਦਾ, ਉਹਨੂੰ ਇੰਜ ਕਰਕੇ ਕਰੀਦਾ। ਪਿਸਤਾ। ਹਾਂਜੀ ਪਿਸਤਾ ਪਿਸਤਾ ਕੀ? ਪਿਸਤਾ ਨਹੀਂ ਖਾਦਾ? ਗਰੀਬ ਹੈ, ਗਰੀਬ ਗੁਰਬਤ ਉਹ ਕੀ। ਫਲ ਕਿਦੋਂ ਡਰਾਈ ਫਰੂਟ ਆ ਯਾਰ। ਡਰਾਈ ਫਰੂਟ ਕਹਿੰਦੇ ਕਿਹਨੂੰ ਨੇ? ਤਾਜੀ ਇਹਨੇ ਗੁਲਤਰੀਆ ਵੀ ਖਾਦਾ ਵਾ, ਪਿਸਤਾ ਤੇ ਬਹੁਤ ਦੂਰ। ਪਿਸਤਾ ਕੁੱਤਾ ਛੋਟਾ। ਬੇਸਿਕਲੀ ਤੁਸੀਂ ਰਸ ਭਰੀ ਖਾਧੀ ਉਸਤਾਦ ਜੀ? ਰਸ ਭਰੀ ਐਡੀ ਕੁ ਹੁੰਦੀ ਆ। ਪਲੇ ਵਕਤਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਸੀ ਨਾ, ਸਾਨੂੰ ਪਤਾ ਵਾ, ਇੱਕ ਭੰਬੋਲ ਹੁੰਦਾ ਸੀ, ਭੰਬੋਲ। ਓਏ ਤੂੰ ਪਰੀਆਂ ਦਾ ਹੀ ਜ਼ਿਕਰ ਕਰਦਾ ਉੱਥੇ ਮੁਸ਼ਾਰੇ 'ਚ ਬਈ, ਇਹ ਪਰੀ ਦਾ ਜ਼ਿਕਰ ਇੱਥੇ ਟੀ ਟਾਈਮ ਦੇ ਵਿੱਚ ਵੀ ਤੂੰ ਰਸ ਭਰੀ ਕਹਿਣ ਡਿਆ। ਉਹ ਯਾਰ ਕੀ ਕਹਿਣਾ ਚਾਹ ਰਿਹਾ ਤੂੰ ਉਸਤਾਦ ਜੀ ਨੂੰ?
ਭਾਜੀ ਉਸਤਾਦ ਜੀ 400-500 ਰੁਪਏ ਨੂੰ ਕਿਲੋ ਆ ਰਸ ਭਰੀ, ਤੁਸੀਂ ਖਾ ਕੇ ਦੇਖਣਾ ਤੁਹਾਡੀ ਰੂਹ 400-500 ਰੁਪਏ ਦੀ ਕਿਲੋ ਆ। ਓਏ ਹੋਏ ਹੋਏ ਆਮ ਬੰਦਾ ਅਫੋਰਡ ਕਰ ਸਕਦਾ? ਨਾ ਕਦੀ ਵੀ ਨਹੀਂ। ਅੱਛਾ ਚਲਿਏ ਉਹਦਾ ਤੁਸੀਂ ਕਹਿ ਰਹੇ ਹੋ ਜੀ 5000 ਰੁਪਏ ਦਾ ਕਿਲੋ ਮੈਂ ਲੈ ਰਿਹਾ। ਸਰ 8000 ਰੁਪਏ ਦਾ ਕਿਲੋ 6000 ਰੁਪਏ ਤੋਂ ਲੈ ਕੇ ਨਹੀਂ 6000 7000 ਬਹੁਤ ਹਾਈ ਕਲਾਸ 8000 ਵੀ ਦੀ 6-7 ਦੇ ਵਿੱਚ ਆ। 13000 ਰੁਪਏ ਕਿਲੋ ਉਸਤਾਦ ਜੀ। ਮੇਰਾ ਦੋਸਤ ਵਾ, ਮੈਂ ਕੋਈ ਤਸਵੀਰ ਮੰਗਵਾ ਕੇ ਦਿੰਦਾ ਤੁਹਾਨੂੰ, ਚਲਗੋਜਾ ਜੀ ਤੁਸੀਂ ਕਹਣਾ ਯਾਰ ਸ਼ਕਰਕੰਦੀ ਜੀ ਡੇੜਾ ਯਾਰ ਐਡਾ ਚਲਗੋਇਆ ਭਾਈ ਯਾਰ ਐਡਾ ਚਲਗੋਇਆ। ਓਏ ਉਹਨਾਂ ਨੂੰ ਕੀ ਗੱਲ ਸੋਜਾਂ ਪਈਆਂ ਚਲਗੋਦਿਆਂ ਨੂੰ? ਓਏ ਉਹ ਖੀਰੇ ਹੋਣੇ ਆ, ਤੂੰ ਦੂਰੋਂ ਵੇਖਿਆ ਹੋਣਾ, ਐਡਾ ਚਲਬੋਦਾ ਨਹੀਂ ਹੁੰਦਾ। ਲੈ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਕੋਲ ਰਹਿੰਦ ਖੂਦ ਆਉਂਦੀ ਆ। ਚਲਗੋਜਾ ਹੁਣ ਸਾਰਾ ਬਣਦਾ ਕਿੱਥੇ? ਕਰਗਸਤਾਨ ਸਾਰਾ ਬਣਦਾ ਵਾ। ਕਿੱਥੇ ਕਰਗਸਤਾਨ ਬਣਦਾ ਵਾ। ਬੇਸਿਕਲੀ ਇਹ ਹੈਗੀ ਰੇਤ ਦੀ ਪਦੈਸ਼, ਰੇਤ ਦੀ ਪੈਦਾਵਾਰ ਆ, ਉੱਥੇ ਬਣਦਾ ਸਾਰਾ। ਪਹਿਲੇ ਸਾਰਾ ਸਪੋਰਟ ਹੋ ਜਾਂਦਾ, ਫਿਰ ਇੰਪੋਰਟ ਹੁੰਦਾ ਵਾ। ਚਲ ਚੰਗਾ ਗੱਲ। ਇਹ ਗੱਲ ਭਾਈ ਫੈਸਲ ਕਰਦੇ ਤੇ ਕੁਝ ਸਮਝ ਵੀ ਜਾਂਦੀ ਸੀ, ਤੂੰ ਕੀਤੀ ਬਿਲਕੁਲ। ਇਹਨਾਂ ਨੂੰ ਪਤਾ ਹੀ ਨਹੀਂ ਗੱਲ ਕਰਨ ਦਾ ਯਾਰ, ਕਿੱਥੇ ਬੈਠੇ ਆ, ਕਿੱਥੇ ਸ਼ੋਅ ਲੈ ਕੇ ਜਾਂਦੇ ਆ। ਸਵੇਰੇ ਉੱਠ ਕੇ ਯਾਰ ਤਾਜੀ ਮੈਂ ਕਿ ਦਹੀਂ ਖਾਣ। ਅੱਛਾ ਦਹੀਂ ਖਾ ਵੇ ਨਾ, ਐ ਹੁੰਦੀ ਹੈ ਗੱਲ ਬਾਬਾ ਜੀ। ਉਹਨੇ ਵਿਚਾਰੇ ਨੇ ਕੋਈ ਐਨ ਸ਼ੌਕ ਹੀ ਨਹੀਂ ਮਾਰੀ, ਕੱਲੀ ਦਹੀਂ ਚੀਨੀ ਪਾ ਕੇ ਵਿੱਚ ਜਾਂ ਕੁਝ ਹੋਰ। ਤਾਜੀ ਹਲਕੀ ਜੀ ਚੀਨੀ ਪਾ ਲਈ ਦੀ ਆ ਤੇ ਨਾ ਥੋੜਾ ਜਿਹਾ ਸੋਨਾ ਭੋਰ ਕੇ ਮਿਕਸ ਕਰਕੇ ਪੀਸ ਕੇ ਉਹ ਵਿੱਚ ਪਾ ਲੈਣਾ ਨਾ, ਤੋਲਾ ਕਰ ਸੋਨਾ ਪਾ ਲਿਆ ਦੇਖ ਉਹਦਾ ਨਾ ਲਾਲਗੀ ਰਹਿੰਦੀ ਬੰਦੇ ਦੀ। ਲੋ ਤੁਸੀਂ ਕਿੰਨੇ ਦਾ ਤੋਲਾ ਸੋਨਾ? 2,93,000 ਦਾ ਜੀ। ਇਹਦਾ ਗਲਾਸ ਤਾਂ ਸਭ ਤੋਂ ਮਹਿੰਗਾ ਬਣ ਗਿਆ ਨਾ। ਹਾਂਜੀ ਵਿੱਚ ਤਾਜੀ ਲੱਸੀ ਦੇ ਉੱਤੇ ਚਾਂਦੀ ਭੋਰ ਲੈਣਾ ਉਹਨਾਂ ਆ ਲੋ। ਤੇ ਫਿਰ ਵੀ ਪੁੱਠੀ ਕਿਰਲੀ ਵਰਗਾ ਮੂੰਹ ਕਿਉਂ ਆ? ਓਏ ਯਾਰ ਗੋਣਾ ਤਾਂ ਹੈ ਨੀ। ਆ ਕੇ ਹਾਂ ਦੱਸਣਾ ਦੇਸੀ ਘਿਓ। ਸ਼ਾਮ ਨੂੰ 4 ਵਜੇ ਚਾਹ ਪੀਦੀ ਹੈ ਨਾ ਸਾਡੀ, ਇੱਕ ਬਿਟਕੋਇਨ ਸਾਰੇ ਨੂੰ ਵਿੱਚ ਭੋਰ ਕੇ ਦੇ ਦਿੱਤਾ। ਲੈ ਕਰੋ ਇਸ ਤੋਂ ਵੱਡਾ। ਕਿਤੇ ਕਿਤੇ ਤਾਜੀ ਸਾਗ ਦੇ ਉੱਤੇ ਹੀਰਾ ਗਰਮ ਕਰਕੇ ਮੈਂ ਇਹ ਫਿਰ ਤਦੇ ਬਾਲਦਾ ਕਹਿੰਦੀ ਮੇਰੇ ਕਾਂਟੇ ਪੀ ਗਿਆ। ਇਹ ਉਹ ਤਾਂ ਨਹੀਂ ਪੀ ਗਿਆ ਕਿ ਦਹੀਂ ਚ ਪਾ ਕੇ? ਇਹਦਾ ਪਤਾ ਫਿਰ ਸੋਨਾ ਤੇਰੇ ਕੋਲ ਕਿਲੋਆਂ ਦੇ ਹਿਸਾਬ ਨਾਲ ਪਿਆ, ਜਿਹੜਾ ਰੋਜ਼ ਤੋਂ ਇੱਕ ਤੋਲਾ ਉੱਤੇ ਛਿੜਦਾ। ਹਾਂਜੀ ਤਾਜੀ ਉਹ ਮੈਂ ਲਿਆ ਕੇ ਰੱਖਿਆ ਵਾ ਐਡਵਾਂਸ, ਯਾਨੀ ਕਿ ਅੱਧਾ ਪਾਈਆ ਕੇ ਜਦੋਂ ਰਹਿ ਜਾਂਦਾ ਨਾ ਉਦੋਂ 2 ਕਿਲੋ ਹੋਰ ਲੈ ਨਾਲ। ਵਾਹ ਵਾਹ। ਇਹ ਦਫ਼ਤਰ ਆਇਆ ਨਾ ਬੰਦਾ ਪਿੱਛੇ ਫੋਨ ਕਰਕੇ ਕਹਿੰਦਾ ਭਾਈ ਤੁਹਾਡਾ ਬੋਰਾ ਬਾਹਰ ਥੜੀ ਤੇ ਰੱਖਤਾ ਸੋਨੇ ਦਾ, ਆ ਕੇ ਆਪੇ ਅੰਦਰ ਕਰ ਲਿਓ ਹਨਾ। ਉਹ ਫੜਾ ਦੇ। ਇੱਕ ਇਹਨੇ ਮੈਨੂੰ ਦੁੱਧ ਦਾ ਗਲਾਸ ਦਿੱਤਾ ਸਾਚੀ, ਵਿੱਚ ਕੰਨ ਆ ਗਿਆ, ਉਹਦੇ ਚ ਕਾਂਟਾ ਲੱਗਾ ਹੋਇਆ ਸੀ ਸੋਨੇ ਦਾ। ਤਾਜੀ ਬਾਕੀ ਉਹ ਜਿਹੜਾ 5 ਕਿਲੋ ਵਾਲਾ ਪੈਕਟ ਹੈ ਨਾ ਸੋਨੇ ਦਾ, ਉਹਦੇ ਨਾਲ ਵਾਹਵਾ ਦਿਨ ਲੰਘ ਜਾਂਦੇ। ਹਾਂ ਉਹ ਕਿਤੇ 5 ਕਿਲੋ ਕਸ਼ਮੀਰ ਘਿਓ ਦੀ ਬਾਲਟੀ ਲਈ ਇਹਨੇ, ਉਹਨੂੰ ਸੋਨਾ ਕਹੀ ਜਾਂਦਾ ਵਾ। ਓਏ ਕੀਨੀਆਂ ਦਾ ਸੋਨਾ ਇਸਤੇਮਾਲ ਕਰਦੇ ਆ, ਉਹਦਾ ਰੰਗ ਵੀ ਬੜਾ ਅੱਛਾ ਨਿਕਲਦਾ। ਨਹੀਂ ਇੰਨਾ ਸੋਨਾ ਪੀ ਜਾਣ ਡਿਆ ਮੈਂ। ਉਹ ਅੱਲਾ ਦੇ ਬੰਦੇ ਆ, ਉਹ ਪਾਲੀ ਦਾ ਉੱਤੇ ਇਦਾਂ ਲੱਗਦਾ ਸ਼ੱਕਰ ਪਾਈ, ਹਾਂ ਉਹ ਬਰੌਨ ਜਿਹਾ ਹੋ ਜਾਂਦਾ ਬੜਾ ਕੰਮ। ਨਾਲੇ ਸੋਨੇ ਨਾਲ ਸ਼ੂਗਰ ਨਹੀਂ ਹੁੰਦੀ ਬੰਦੇ ਨੂੰ। ਉਹ ਯਾਰ ਤੁਸੀਂ ਤੇ ਹੁਣ ਛਡਾਣ ਤੇ ਲੱਗ ਨਹੀਂ ਨਾਲੇ ਉਸਤਾਦ ਜੀ ਵਾਲ ਸਾਹਿਬ ਆਏ ਸੀ, ਉਹ ਦੱਸਦੇ ਸੀਗੇ ਜਦੋਂ ਸ਼ਾਦੀ ਹੋਈ ਆ ਉਦੋਂ ਮਾਂ ਜੀ ਨੇ ਸਿਰਫ ਬੌਕਰ ਦੇ ਤੀਲੇ ਪਾਏ ਹੋਏ ਸੀਗੇ ਤੇ ਸੋਨਾ ਪੀਣ ਡਿਆ ਵਾ। ਫਿਰ ਅੱਗੋਂ ਹਾਲਾਤ ਬਦਲ ਗਏ ਨਾ। ਇਹਨਾਂ ਦੇ ਘਰ ਦੇ ਵਿੱਚ ਬੋਕਰ ਦਾ ਜਿਹੜਾ ਤੀਲਾ ਨਾ ਛੋਟਾ ਜਿਹਾ ਪਾਇਆ, ਉਹ ਜ਼ਿਆਦਾ ਕੀਮਤੀ ਹੁੰਦਾ, ਆਪ ਉਹ ਲੱਭਦਾ ਨਹੀਂ। ਸੋਨਾ ਤੇ ਜਦੋਂ ਮਰਜ਼ੀ ਲੈ ਲੈ। ਇਹ ਜ਼ਾਫਰਾਂ ਦਾ ਪਾਇਆ ਨੇ? ਨਹੀਂ ਉਹ ਹੁੰਦਾ ਬੋਕਰ ਦਾ ਤੀਲਾ। ਅੱਛਾ ਵੀ ਬਸ ਮਾੜੀਆਂ ਵਿਚਾਰੀਆਂ ਜਿਹੜੀਆਂ ਬੱਚੀਆਂ ਨਾ, ਉਹਨਾਂ ਦਾ ਜ਼ੇਵਰ ਹੁੰਦਾ। ਹਾਂ ਤੁਸੀਂ ਕੀ ਕਹਿਣ ਲੱਗੇ ਸੀਗੇ? ਉਹਦਾ ਇੱਕ ਹਿਸਾਬ ਹੁੰਦਾ ਲੌਜੀਕਲੀ, ਉਹਦੇ ਨਾਲ ਕੰਨ ਪੱਕਦੇ ਨਹੀਂ। ਪੱਕਦੇ ਨਹੀਂ। ਹਾਂਜੀ ਇਹਦੇ ਉਹਦਾ ਇੱਕ ਹਿਸਾਬ ਵੀ ਹੁੰਦਾ ਵਾ। ਲੇਕਿਨ ਉਹ ਹੋਰ ਹੁੰਦਾ ਉਸਤਾਦ ਜੀ। ਅਜੇ ਤੂੰ ਕੰਨ ਉਹ ਵੇਖਿਆ ਅੱਜ ਕੱਲ ਕਿਹੜਾ ਸਟਾਈਲ ਆਇਆ ਨਵਾਂ ਹੀ, ਪਹਿਲੇ ਮਸ਼ੀਨ ਜੀ ਕੰਨ ਲਾ ਕੇ ਟਿਕ ਕਰਦੇ ਆ ਤੇ ਚਲੋ ਜੀ। ਨਹੀਂ ਜੀ ਉਹ ਸਟੀਲ ਦਾ ਕਿੱਲ ਲਵੋ ਤੁਸੀਂ, ਇੰਜ ਕਰਕੇ ਬੱਚਾ ਥੱਲੇ ਲੰਮਾ ਪਾਓ, ਤੋਂ ਇੱਟ ਮਾਰੋ, ਸੋਹਣਾ ਕੰਨ ਬਿਨਿਆ ਜਾਂਦਾ। ਕਿੱਲ ਆਰ ਪਾਰ ਕਰੋ, ਉਸ ਤੋਂ ਬਾਅਦ ਵਾਲੀ ਪਾ ਦਿਓ। ਡਰਿੱਲਾਂ ਆਈਆਂ ਨਵੀਆਂ ਭਵਾਨੇ ਬਾਜ਼ਾਰ ਸਤਾਜ, ਬਰੀਕ ਜਿਹਾ ਵਰਮਾ ਲੱਗਾ ਹੁੰਦਾ, ਉਹ ਹਲਕਾ ਟਰ ਕਰੋ ਤੇ ਕੰਨ ਚ ਮੋਰੀ ਪਤਾ ਨਹੀਂ ਲੱਗਦਾ। ਸਹੀ ਗੱਲ। ਇਹਨੇ ਇਧਰੋਂ ਦੇ ਪਾਇਆ ਤੇ ਇਧਰਲੇ ਘਰ ਚੋਂ ਬਾਹਰ ਕੱਢਤਾ। ਏਦਾਂ ਕਰੋ ਲਿਆ। ਆਹੋ ਵਿੱਚ ਫਿਰ ਮੈਂ ਜਿੱਥੇ ਦਾ ਉਹ ਇੱਥੋਂ ਦੀ ਜਾ ਗਿਆ। ਉਹ ਮੇਰੇ ਕੋਲ ਵਰਮਾ ਵੱਡਾ ਲੱਗ ਗਿਆ ਸੀ। ਹਾਂ ਅੱਲਾ ਮਾਫ ਕਰੇ ਕਹਿਣਾ ਇੱਕ ਡਰੈਕੁਲਾ ਦੇ ਚੁੰਝ ਵਾਲੇ ਦੰਦ ਚ ਕੰਨ ਫਸਾ ਕੇ ਮੋਰੀ ਕਰ ਨਹੀਂ ਨਹੀਂ, ਇਹ ਵੀ ਅੱਜ ਕੱਲ ਬਗੈਰ ਦਰਦ ਤੋਂ ਅਗਰੇ ਕਰਨੇ ਕਰ ਦਿੰਦੇ ਨੇ ਸਾਹਬ। ਹਾਂਜੀ ਕੀ ਕਹਿਣਗੇ ਸੈਡ ਡੱਡੂ ਸਾਹਿਬ? ਅਸਲ ਤਾਂ ਤੁਹਾਨੂੰ ਲੌਜੀਕਲੀ ਗੱਲ ਦੱਸਾਂ, ਬੜੇ ਜਿਹੜੇ ਡਾਕਟਰ ਸਾਇੰਸਦਾਨ ਕਹਿੰਦੇ, ਤੁਸੀਂ ਕਦੀ ਬੱਚਾ ਦੇਖਿਆ ਜਦੋਂ ਮਾਂ ਦੇ ਪੇਟ ਦੇ ਅੰਦਰ ਹੁੰਦਾ, ਉਹਦੀ ਤਸਵੀਰ ਦੇਖੀ ਕਦੀ? ਬੜਾ ਇੰਜ ਕਰਕੇ ਬੈਠਾ, ਸੇਮ ਕੰਨ ਉਹਦੀ ਸ਼ਕਲ ਆ। ਕਦੀ ਕੰਨ ਨੂੰ ਤੇ ਉਸ ਬੱਚੇ ਨੂੰ ਦੇਖਣਾ। ਹਾਂਜੀ ਵਾਹ ਦਿਖਾਈ ਓਏ ਬੜੀ ਗੱਲ ਹੈ। ਤੂੰ ਗੌਰ ਕਰਨਾ, ਇੰਜ ਐਨੇ ਮੂੰਹ ਕਰ, ਇਹ ਹੀ ਅਸਤਾ ਸੇਮ ਇੰਜ ਹੁੰਦਾ ਬੱਚਾ। ਤੂੰ ਗੌਰ ਕਰ, ਜਦੋਂ ਬੱਚਾ ਹੁੰਦਾ ਮਾਂ ਦੇ ਪੇਟ 'ਚ ਉਦੋਂ ਇੰਜ ਹੁੰਦਾ। ਤੇ ਉਹ ਕਹਿੰਦੇ ਨੇ, ਕਈ ਡਾਕਟਰ ਕਹਿੰਦੇ ਇੱਥੇ ਇਹਨਾਂ ਦਾ ਹਿਸਾਬ ਹੁੰਦਾ, ਆ ਜਿਹੜਾ ਉੱਪਰ ਤੱਕ ਛਦਵਾਉਂਦੇ ਨੇ ਨਾ ਕੰਨ, ਹਾਂਜੀ ਇਹਨਾਂ ਦਾ ਕੋਈ ਹਿਸਾਬ ਹੁੰਦਾ ਉਹਦੇ ਨਾਲ ਨਾ, ਉਹਦਾ ਕੋਈ ਫਰਕ ਪੈਂਦਾ ਉਹਦਾ। ਕਈ ਯਾਰ 6-6 7 ਕੰਨ ਛਦਾਏ। ਹਾਂਜੀ ਹਾਂਜੀ ਹਾਂਜੀ। ਉਹ ਮੈਂ ਬੇਸਿਕ ਤੌਰ ਤੇ ਨਾ ਸੁਣਿਆ ਸੀ ਉਸਤਾਦ ਜੀ, ਜਿਹੜਾ ਹੁਣ ਦਿਮਾਗ ਹੈਗਾ, ਤੁਸੀਂ ਅਖਰੋਟ ਵੇਖ ਲਓ, ਅਖਰੋਟ ਨੂੰ ਤੁਸੀਂ ਜਦੋਂ ਛਿੱਲੋਗੇ ਤੇ ਉਹ ਸੇਮ ਦਿਮਾਗ ਦੀ, ਔਰ ਉਹ ਅਸਰ ਵੀ ਦਿਮਾਗ ਨੂੰ ਹੀ ਤੇਜ਼ ਕਰਦਾ। ਠੀਕ ਹੈ। ਤੁਸੀਂ ਤੁਹਾਡਾ ਅਗਰ ਦਿਮਾਗ ਖਰਾਬ ਹੋਇਆ ਨਾ, ਤੁਸੀਂ ਅਖਰੋਟ ਖਾਓ,
ਤੁਹਾਡੀ ਜ਼ੁਬਾਨ ਖਰਾਬ ਹੋਈ ਹੈ ਤਾਂ ਬੱਕਰੇ ਦੀ ਜ਼ੁਬਾਨ ਖਾਓ, ਠੀਕ ਹੈ ਨਾ। ਅਗਰ ਦਿਲ ਦਾ ਮਸਲਾ ਹੈ ਤੇ ਮੁਰਗੀ ਦੇ ਦਿਲ ਯਾਨੀ ਕਿ ਖਾਓ, ਜਾਂ ਬੱਕਰੇ ਦੇ, ਕੋਈ ਵੀ ਜਾਨਵਰ ਦਾ ਦਿਲ ਖਾਓ। ਤੇ ਅਗਰ ਜੋੜ ਕਮਜ਼ੋਰ ਨੇ ਤੇ ਉਹਨਾਂ ਦੇ ਉਹ ਪਾਵੇ ਜਿਹੜੇ ਨਾ, ਪਾਵੇ ਛੋਟੇ ਪਾਵੇ ਲੈਣੇ ਨੇ। ਅਗਰ ਵਾਲ ਝੜਦੇ ਨੇ ਤੇ ਵਾਲ ਖਾ ਜਾਈਏ ਹੁਣ। ਨਹੀਂ ਵਾਲ ਨਹੀਂ ਖਾਣੇ, ਹਾਂ, ਉਹ ਦਿਮਾਗ ਦੇ ਨਾਲ ਹੀ ਰਿਲੇਟਡ ਹੁੰਦੇ ਸਿਰ ਨੇ। ਖਾਓ ਕਿਸੇ ਦਾ। ਨਹੀਂ ਸਿਰ ਨਹੀਂ ਖਾਣਾ, ਇਹ ਚੀਜ਼ਾਂ ਨੇ। ਹੁਣ ਵਾਲ ਕਮਜ਼ੋਰ ਹੋ ਗਏ ਕੀ ਕਰਾਂਗੇ? ਹੁਣ ਦੰਦ ਕਿਸੇ ਦੇ ਮਾੜੇ ਹੋ ਗਏ, ਦੰਦ ਖਾਈ ਜਾਵੇ। ਦੱਸ ਨਾ, ਬਕਵਾਸ ਨਾ ਕਰਿਆ ਕਰ। ਤੈਨੂੰ ਛੱਤੀ ਸਾਡੀ ਮੈਂ ਨਹੀਂ ਕਿਹਾ, ਐਵੇਂ ਬਣ ਜਾਂਦਾ। ਵਿਲੀਅਮ ਸ਼ੇਕਸਪੀਅਰ ਨੇ ਕਿਹਾ, ਮੈਂ ਉਹ ਕਿਹਾ। ਓਏ ਉਹਨੇ ਕਿਤੇ ਚਵਾਰਾ ਲਿਆ ਤੁਹਾਡੇ ਤੇ? ਵਿਲੀਅਮ ਸ਼ੇਕਸਪੀਅਰ ਉੱਤੋਂ ਕਹਿੰਦਾ ਹਾਂ ਗੱਲ ਮੈਂ ਕਰਤੀ ਬਈ। ਦੱਸ ਯਾਰ, ਯਾਰ ਉਹ ਅਸਲ ਚ ਪੰਮੇ ਦਾ ਯਾਰ ਆ, ਉਹਦੇ ਨਾਲ ਫਿਰਦਾ ਤੁਰਦਾ ਉਸਤਾਦ ਜੀ। ਉਹ ਕਿੰਨੀਆਂ ਬੜੀਆਂ ਕੰਨ ਚ ਮੋਰੀਆਂ ਕਰਾ ਕੇ ਨੇ ਲੋਕੀ ਜ਼ੇਵਰ ਬੰਦੇ ਨੇ, ਕਿੰਨੀਆਂ ਬੜੀਆਂ ਕਰਾ ਲਈਆਂ। ਜ਼ੇਵਰ ਹੈ ਨਹੀਂ ਸੀ, ਤਸਮੇ ਪਾਏ ਵਿੱਚ। ਆਹੋ ਉੱਪਰ ਕੱਢ ਬੰਦੇ। ਤਾਜੀ ਤੁਹਾਨੂੰ 1 ਮਿੰਟ ਤੁਹਾਨੂੰ ਨਵੀਂ ਗੱਲ ਦੱਸਾਂ। ਤੁਸੀਂ ਕਹਣਾ ਯਾਰ ਮਿੱਠੇ ਮੇਰੇ ਦਾਦਾ ਜੀ ਤੇ ਨਾਨਾ ਜੀ ਆਹੋ 12 ਜਦੋਂ ਵਾਢੀਆਂ ਕਰਦੇ ਸੀ ਨਾ, ਉੱਥੋਂ ਵਿੱਚੋਂ ਨਿਕਲਦੇ ਸੀ ਟਟੀਰੀ ਦੇ ਆਂਡੇ। ਟਟੀਰੀ ਜਿਹੜੇ ਆਪਣੇ ਫੜੀ ਗਈ ਸੀ ਇੱਥੇ, ਉਹਦੇ 14 ਆਂਡੇ ਐਨੀ ਕਰਕੇ ਦਾਤੀ ਮਾਰ ਕੇ ਖਲੋਤੇ ਪੀ ਜਾਣੇ। ਉਹ ਟਟੀਰੀ ਦੇ ਆਂਡੇ ਪਤਾ ਕਿੰਨੇ ਤਾਕਤਵਰ ਹੁੰਦੇ ਆ। ਆਹੋ ਤੇ ਮੁੰਡੇ ਵੀ ਫਰੀਕ ਉਹਦੀਆਂ ਨਿੱਕੀਆਂ ਲੱਤਾਂ ਹੁੰਦੀਆਂ ਵਿਚਾਰੀ ਦੀਆਂ, ਉਹਦੇ ਇੱਕ ਤਾਕਤਵਰ ਆਂਡੇ ਹੁੰਦੇ। ਤੂੰ ਇਹ ਦੱਸਣਾ ਵੀ ਜਿਹੜੀ ਚੀਜ਼ ਬੰਦੇ ਹੁਣ ਅੱਡੀਆਂ ਪਾਟੀਆਂ ਹੁੰਦੇ, ਅੱਡੀਆਂ ਖਾਏਗਾ ਲੋਕਾਂ ਦੀ। ਉਸਤਾਦ ਪਿੰਨੀਆਂ 'ਚ ਦਰਦ ਹੋਵੇ ਤੇ ਪਿੰਨੀਆਂ ਨੂੰ ਚੱਕ ਵੱਡੀ ਜਾਏਗਾ। ਨਹੀਂ ਜਿਹੜੀ ਚੀਜ਼ 'ਚ ਦਰਦ ਹੋਵੇ ਉਹੀ ਚੀਜ਼ ਖਾਓ। ਯਾਰ ਤੇਰੇ ਮੋਹਰਿਆਂ 'ਚ ਦਰਦ ਹੋਵੇ, ਪਿੰਨੀਆਂ 'ਚ ਦਰਦ ਹੈ ਨਾ, ਤੇ ਪਿੰਨੀਆਂ ਬਣਦੀਆਂ ਨੇ ਉਸਤਾਦ ਜੀ, ਪਿੰਨੀਆਂ ਖਾਓ। ਅੱਛਾ ਉਹ ਦੂਜੀਆਂ ਪਿੰਨੀਆਂ। ਹਾਂਜੀ ਹਾਂ ਅਲਸੀ ਦੀਆਂ ਪਿੰਨੀਆਂ ਖਾਓ, ਤੁਹਾਨੂੰ ਪਤਾ ਹੀ ਨਹੀਂ ਤਾਕਤਾਂ। ਭਾਂਡਾ ਬਣਦਾ ਹੁੰਦਾ ਸੀ ਕਿਸੇ ਦੌਰ 'ਚ ਉਸਤਾਦ ਜੀ, ਤੇ ਪਤਾ ਹੀ ਨਹੀਂ। ਭਾਂਡਾ ਹੁਣ ਵੀ ਬਣਦਾ, ਚਿੜੀਆ ਘਰ ਜਾ ਕੇ ਦੇਖੋ ਉੱਥੇ ਫਿਰਦਾ ਹੁੰਦਾ ਵਾ ਭਾਂਡਾ। ਉਹ ਪਾਂਡਾ ਨਹੀਂ ਹਾਲੇ ਵੀ ਭਾਂਡਾ ਹਰ ਘਰ 'ਚ ਬਣਦਾ ਜੀ। ਜੇ ਘਰਾਂ 'ਚ ਬਣ ਜਾਂਦਾ। ਅਸੀਂ ਹਲੇ ਵੀ ਖਾਈਦਾ ਵਾ। ਪਤਾ ਨਹੀਂ ਤੂੰ ਕਿਹੜੇ ਦੌਰ 'ਚ ਆ। ਜਿਹੜੇ ਜਿਸਮ ਦੇ ਹਿੱਸੇ ਦੇ ਵਿੱਚ ਦਰਦ ਹੈ, ਕੁਝ ਵੀ ਅੱਖਾਂ ਕਮਜ਼ੋਰ ਹੋ ਗਈਆਂ ਨੇ ਫਿਰ। ਅੱਖਾਂ 'ਚ ਕਮਜ਼ੋਰ ਹੋ ਜਾਣ। ਮੈਂ ਵੀ ਗੱਲ ਕਰਨਾ, ਅਗਰ ਅੱਖਾਂ ਕਮਜ਼ੋਰ ਨੇ ਨਾ, ਜਾਂ ਕੋਈ ਵੀ ਸਿਰੀ ਲੈਣੀ ਹੈ ਤੁਸੀਂ ਬੱਕਰੇ ਦੀ ਉਸਤਾਦ ਜੀ, ਠੀਕ ਹੈ। ਉਹ ਬੱਕਰੇ ਦੀ ਸਿਰੀ ਯਾਨੀ ਕਿ ਨਾ, ਉਹ ਯਾਨੀ ਕਿ ਖਾਓ। ਪੂਰੀ ਉਹਦੇ 'ਚ ਅੱਖਾਂ ਵੀ ਹੁੰਦੀਆਂ। ਅੱਖਾਂ ਵੀ ਹੁੰਦੀਆਂ, ਪੂਰੀ ਨਹੀਂ, ਅੱਖਾਂ ਕੱਢ ਦਿਓ, ਅੱਖਾਂ ਕੱਢ ਲਓ। ਉਹਦੇ ਨਾਲ ਦਾ ਕੁਝ ਖਾ ਲਓ। ਹਾਂ ਠੀਕ ਆ। ਜ਼ਰੂਰੀ ਨਹੀਂ ਕੋਲ ਜਿਹੜਾ ਹੈਗਾ ਸਿਰੀ 'ਚ ਅੱਖਾਂ ਲੱਗੀਆਂ ਹੁੰਦੀਆਂ ਨੇ ਨਾ। ਇਹਨੂੰ ਉਸਤਾਦ ਜੀ ਡਾਕਟਰਾਂ ਨੇ ਕਿਹਾ ਸਿਰੀ ਖਾ, ਤੇ ਆਈਫੋਨ ਵਾਲੀ ਖਾ ਗਿਆ ਇਹ ਸਿਰੀ। MRC ਦਾ ਮਤਲਬ ਪਤਾ ਤੁਹਾਨੂੰ ਉਸਤਾਦ ਜੀ? ਰੀਤ MRC ਨਹੀਂ ਨਹੀਂ ਪਤਾ? ਮੈਨੂੰ ਡਾਕਟਰ ਕਹਿੰਦੇ ਉਹ ਕਰਾ। MRC ਉਹ ਨਾ ਕਰੇ। ਉਹ ਕਹਿਣ ਡੇ ਕਰਾ। ਉਹ ਜੇ ਕਨਫਰਮ ਹੋ ਗਿਆ ਵੀ MARCI ਤੈਨੂੰ ਕਿਹਾ ਹੋਣਾ ਉਹਨਾਂ ਨੇ। MARC MARC ਉਹ ਇਹੀ ਲਫ਼ਜ਼ ਸੀਗੇ ਕੋਈ MARCI। MARC ਆਈ। ਹਾਂ ਇਹ ਉਹਨੇ ਕਰਾ। ਮੈਨੂੰ ਕਿਹਾ, ਕਹਿੰਦੇ ਇਹ ਕਰਾ, ਇਸ ਤਰ੍ਹਾਂ ਪੋਜ਼ਿਟਿਵ ਆਏਗਾ, ਵੇਖ ਲਈ। ਇਹ ਅੱਗੇ ਵੀ ਮੈਨੂੰ ਲੱਗਦਾ ਇਹਦਾ ਹੈ। ਉਹ ਮਸ਼ੀਨ ਦੇ ਵਿੱਚ ਪਾਉਂਦੇ ਨੇ ਕਹਿੰਦੇ ਬੰਦਾ। ਇਹਦਾ ਤੇ ਕਨਫਰਮ ਪੋਜ਼ਿਟਿਵ ਆਇਆ ਨਾ। ਹਾਂਜੀ ਇਹ ਹੈ ਕੀ ਆ? ਟੈਸਟ ਆ। ਅੱਛਾ ਇਹ ਉਸਤਾਦ ਜੀ ਕਾਹਦਾ ਵੈਸੇ ਹੁੰਦਾ ਕਾਹਦਾ? ਇਹ ਬਰਾਦਰੀ ਦਾ ਹੁੰਦਾ ਜੀ। ਅੱਛਾ ਜੀ। ਹਾਂ ਨਹੀਂ ਤੁਸੀਂ ਮਾਸ਼ਾਅੱਲਾ ਖੁਸ਼ਹਾਲੀ ਤੁਹਾਡੇ ਘਰ ਘੁੱਟ ਕੇ ਭਰੀ ਆ, ਤੇ ਅੱਖਾਂ ਐਡੀਆਂ ਮਾਰ ਕੇ ਕਾਤੋਂ ਆ? ਗੁਲਗੁਲੇ ਵਰਗੀਆਂ ਅੱਖਾਂ ਵਾ। ਮਿੱਠੇ ਸੱਚੀ ਮੁੱਚੀ ਯਾਰ, ਮੈਂ ਠੀਕ ਨਹੀਂ ਹੈਗਾ। ਥੋੜਾ ਉੱਚੀ ਬੋਲੋ। ਮੈਂ ਠੀਕ ਨਹੀਂ ਹੈਗਾ ਜੀ ਘਰੋਂ ਘਰ ਹੀ ਹਾਲ। ਕੀ ਗੱਲ ਡਿਸਕ ਫਸ ਜਾਂਦੀ ਆ? ਪੁੱਲ ਤੇ ਚੜਦੇ ਪੁੱਸ ਕਰਦੇ ਆ, ਸਹੀ ਨਹੀਂ ਹੈ। ਪਟਾਕੇ ਮਾਰਦਾ ਉਹ। ਘਰੋਂ ਨਿਕਲਦੇ ਬੈਕ ਆਉਣ ਲੱਗ ਜਾਂਦੇ। ਆਹੋ ਨਹੀਂ ਮੈਂ ਸੱਚੀ ਮੁੱਚੀ ਠੀਕ ਨਹੀਂ ਹੈਗਾ ਯਾਰ। ਤੁਹਾਡਾ ਮੇਦਾ ਚੱਕ ਭਰ ਗਿਆ ਮੈਨੂੰ ਲੱਗਦਾ। ਮੈਨੂੰ ਹੈ ਮੇਦਾ ਚੱਕ ਭਰ ਗਿਆ ਉਸਤਾਦ ਜੀ। ਭਾਜੀ ਮੈਨੂੰ ਲੱਗ ਰਿਹਾ ਉਸਤਾਦ ਜੀ, ਫੈਸਲ ਤੂੰ ਤੇ ਮੈਂ ਹਾਂਜੀ ਅਨਕਰੀਬ ਪਹਿਲੇ ਲੱਗੇ ਜਾਣਾ। ਤੂੰ ਤੇ ਮੈਂ ਇਕੱਠਿਆਂ ਨਹੀਂ। ਲੇਕਿਨ ਉਸਤਾਦ ਜੀ ਇੱਕ ਵਿਸ਼ ਹੈ ਮੇਰੀ। ਇਹਨਾਂ ਨੇ ਰਹਿ ਜਾਣਾ, ਇਹਨਾਂ ਨੇ ਜੀਣਾ ਬਾਅਦ 'ਚ, ਆਪਾਂ ਲੱਗੇ ਜਾਣਾ ਪਹਿਲੇ। ਨਹੀਂ ਲੇਕਿਨ ਇੱਕ ਮੇਰੀ ਵਿਸ਼ ਹੈ ਉਸਤਾਦ ਜੀ, ਤੁਹਾਡੇ ਤੋਂ ਪਹਿਲੇ ਮੈਂ ਨਾ ਜਾਊਂ ਉਸਤਾਦ। ਮੈਂ ਪਹਿਲੇ ਮੇਰੇ ਕੋਲ ਗਮ ਬਰਦਾਸ਼ਤ ਹੀ ਨਹੀਂ ਹੋਣਾ ਉਸਤਾਦ ਦਾ। ਆਏ ਹਾਏ ਤੁਸੀਂ ਤਾਂ ਕਸਮ ਹੈ ਯਾਰ, ਮੇਰੇ ਕੋਲ ਗਮ ਨਹੀਂ ਬਰਦਾਸ਼ਤ। ਇੰਜ ਚੱਲਦੀ ਰਹਿਣੀ ਫੈਸਲ ਦਾ, ਤੇ ਬੜੇ ਚਲੇ ਗਏ ਨੇ, ਕੁਝ ਵੀ ਨਹੀਂ ਹੋਣਾ। ਹਾਂ ਨਹੀਂ ਬਾਅਦ 'ਚ ਤੁਸੀਂ ਇੰਜ ਸ਼ੋਅ ਕਰਦੇ ਹੋਣਾ ਵਾ। ਅਸੀਂ ਅੱਲਾ ਨਾ ਕਰੇ ਉਸਤਾਦ ਜੀ, ਇਹੋ ਜੀ ਗੱਲ ਕਦੇ ਭੁੱਲ ਕੇ ਵੀ ਨਾ ਕਰਨਾ। ਅੱਛਾ 4-5 ਸਾਲ ਬਾਅਦ ਉਸਤਾਦ ਜੀ ਨੇ ਇੱਕ ਛੋਟਾ ਜਿਹਾ ਟੋਟਾ ਚਲਾਉਂਦੇ ਹੁਣ, ਤੇ ਆ ਵੇਖ ਲਓ ਮੈਂ ਫੈਸਲ ਦੇ ਬਾਰੇ ਚ ਕੀ ਕਿਹਾ ਸੀ ਅੱਜ। ਹਾਂ 4-5 ਸਾਲ। ਭਾਈ ਇਸ ਬੇਸਿਕਲੀ ਉਸਤਾਦ ਜੀ ਨੇ ਆਪਣਾ ਕਿਉਂ ਦੇ ਕੋਲ ਭਾਈ ਦਾ ਪਟਾਕਾ ਪਵਾਉਣਾ ਹੀ ਨਹੀਂ ਮੈਂ ਫੈਸਲ ਦੀ, ਮੈਂ ਆਪਣੀ ਦੀ ਤਬੀਅਤ ਦਾ ਦੋਵਾਂ ਦਾ ਕਹਿ ਰਿਹਾ ਕਿ ਸਾਡਾ ਕੋਈ ਪਤਾ ਨਹੀਂ ਕਿਸ ਟਾਈਮ ਪਟਾਕਾ ਪੈ ਜੇ ਦੋਵਾਂ ਦਾ। ਨਹੀਂ। ਇਸ ਤਰ੍ਹਾਂ ਤਾਂ ਮੈਂ ਵੀ ਸੋਚਦਾ ਨਾ, ਮਿਸਿਸ ਨਾ ਕਹਿੰਦੇ ਨਹੀਂ ਤੈਨੂੰ ਕੁਝ ਨਹੀਂ ਹੁੰਦਾ, ਤੈਨੂੰ ਕੁਝ ਨਹੀਂ ਹੁੰਦਾ। ਮੈਨੂੰ ਕਈ ਮਰਾਹਲ ਤੇ ਹੁਣ ਲੱਗਦਾ ਹੁੰਦਾ ਉਸਤਾਦ ਜੀ ਮੇਰੇ ਹਾਰਟ ਤੇ ਨਾ ਕੋਈ ਇੰਜਨ ਨਹੀਂ ਕਰਨ ਡਿਆ, ਇੰਜਨ ਨਹੀਂ ਕਰ ਰਿਹਾ। ਉਹ ਭਰਾਵਾ ਤਵੀਤ ਪੁੱਠਾ ਹੋਇਆ ਹੋਣਾ, ਉਹ ਫਿਰਦਾ ਹੋਣਾ। ਨਹੀਂ ਤਵੀਤ ਤੇ ਮੈਂ ਥੋੜਾ ਜਿਹਾ ਐ ਹੋ ਕੇ ਨਾ ਜਗ੍ਹਾ ਬਦਲ ਲਓ। ਇੰਜਨ ਮੈਂ ਬਾਅਦ ਚੋਂ ਕਰਦਾ, ਫਿਰ ਮੈਂ ਤੁਸੀਂ ਨਿੱਛਾਂ ਲੈਣਾ। ਮੈਂ ਉਸਤਾਦ ਜੀ ਰਾਤ ਨੂੰ ਖਾਂਸੀ ਕਰਨਾ, ਨਿੱਛਾਂ ਲੈਣੀਆਂ। ਤਾਜੀ ਇਹ ਅੱਗੇ ਨੂੰ ਨਿਚ ਮਾਰ ਕੇ ਨਾ, ਫਿਰ ਪਿੱਛੇ ਨੂੰ ਵੀ ਮਾਰ ਦਿੰਦਾ। ਨਿੱਛਾ ਲੈ 2 ਨਿੱਛਾ ਲੈ ਲਿਆ ਕਰ, ਨਾਲ ਥੋੜਾ ਜਿਹਾ ਸਾਰਾ ਧਨੀਆ। ਇਦਾਂ ਦੇ ਪੁੱਠੀ ਬਣਾਣ ਪਾ ਕੇ ਕਹਿਣਗੇ ਡਾਕਟਰ ਸਾਹਿਬ ਪਤਾ ਨਹੀਂ ਕੀ ਸੀਨਾ ਜਕੜਿਆ ਜਿਹਾ ਵਾ। ਕੱਲ ਮੇਰੇ ਨਾਲ ਆਇਆ ਸੀ ਤੂੰ।
ਆਹੋ ਤੇ ਕੀ ਸੀਗਾ, ਲਾਈਟ ਵੀ ਹੈ ਨਹੀਂ ਸੀ। ਇੰਨਾ ਦਿਨ ਮੈਂ ਘਰ ਗਿਆ ਉਸਤਾਦ ਜੀ, ਇੱਕ ਮੈਂ ਬੜੀ ਅਜੀਬ ਚੀਜ਼ ਦੇਖੀ, ਅੱਛਾ ਲੇਕਿਨ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਵੇਖੀ ਜਾਈ, ਸਵਾਲ ਕੋਈ ਨਾ ਪੁੱਛੇ। ਨਹੀਂ ਅਜੀਬ ਕਾਹਦੀ ਯਾਰ, ਅਜੀਬ ਉਸਤਾਦ ਜੀ, ਕਾਹਦੀ? ਸਾਰੀ ਪੌੜੀ ਸੋਹਣੀ ਬਣੀ ਹੋਈ, ਬਾਹਰ ਵਾਲੀ ਮਾਰਬਲ ਲੱਗਾ, ਲੇਕਿਨ ਵਿੱਚ ਇੱਕ ਇੱਟ ਲੱਗੀ ਹੋਈ ਹੈ। ਉਹ ਮੈਂ ਪੁੱਛਣਾ ਚਾਹੁੰਦਾ ਨਹੀਂ ਨਹੀਂ, ਉਹ ਇੱਟ ਮੈਂ ਹੁਣ ਤੁਹਾਨੂੰ ਦੱਸ ਰਿਹਾ ਵਾਂ, ਤੁਸੀਂ ਜਿਹੜੀ ਉਹ ਵੇਖੀ ਸੀ ਨਾ, ਉਹ ਜਿਹੜੀ ਅਲਮਾਰੀ ਦੇ ਵਿੱਚ ਪਈ ਇੱਟ, ਹਾਂ। ਇੱਕ ਉਹ ਪਈ ਸੀ, ਉਹ ਮੇਰੇ ਅੱਬੂ ਨੇ ਉਹਦੇ ਹੱਥ ਰੱਖਿਆ ਹੋਇਆ ਸੀ, ਮੇਰੇ ਅੱਬੂ ਦੇ ਹੱਥਾਂ ਦੀ ਇੱਟ ਆ ਉਹ। ਉਹ ਇੱਟ ਤੁਸੀਂ ਕੱਢਣੀ ਆ, ਮਕਾਨ ਸਾਰਾ ਢਿਰ ਜਾਣਾ ਥੱਲੇ। ਅਸਲ ਚ ਲੋਕ ਆ ਘਰ ਦਾ, ਉਹ ਜਿੱਦਾਂ ਬੋਰੀ ਦੀ ਖਿੱਚ। ਉਹ ਘਰ ਦਾ ਲੋਕ ਆ, ਤੂੰ ਇੱਟ ਚੁੱਕਣੀ ਸਾਰਾ ਮਕਾਨ ਡਿੱਗ ਪੈਣਾ। ਨਹੀਂ ਨਹੀਂ, ਉਹ ਨਾ ਬੇਸਿਕ ਤੌਰ ਤੇ ਉਹ ਮੇਰੇ ਅੱਬੂ ਦੇ ਉੱਤੇ ਹੱਥ ਰੱਖੇ ਸੀ ਇੱਟ ਦੇ, ਨਹੀਂ ਕਿਹਦਾ, ਉਹ ਅੱਜ ਵੀ ਮੇਰੇ ਘਰ ਇੱਟ ਪਈ ਆ। ਸਾਨੂੰ ਅੱਛਾ ਇਹ ਤਾਂ ਬਾਕੀ ਦੱਸੋ ਪੂਰੇ ਘਰ ਚ ਕਿਤਨੇ ਅੱਬੂ ਨੇ ਹੱਥ ਰੱਖੇ? ਬੜੀਆਂ ਜਗ੍ਹਾ ਜਿੱਥੇ ਅੱਬੂ ਨੇ ਹੱਥ ਰੱਖੇ ਹੁਣ ਉਹ ਵੀ ਸੰਭਾਲ ਲਾ। ਉਹ ਤੇ ਨਸੀਬ ਕੋਈ ਐਸੀ ਹੋਣੀ ਆ ਜਿੱਥੋਂ ਫੜ ਕੇ ਅੱਬੂ ਉੱਠਦੇ ਹੋਣੇ ਆ। ਹਾਂ ਕੋਈ ਐਸੀ ਜਗ੍ਹਾ ਭਾਂਡਿਆਂ ਨੂੰ ਵੀ ਅੱਬੂ ਨੇ ਹੱਥ ਲਾਏ ਨੇ। ਉਸਤਾਦ ਜੀ ਨਹੀਂ, ਨਾਲੇ ਆਪੂ ਜੀ ਨੇ ਹੱਥ ਲਾਤੇ ਇੱਟ ਨੂੰ, ਉਸ ਟਾਈਮ ਸਿਚੁਏਸ਼ਨ ਕੀ ਸੀ ਇਹ ਵੀ ਦੱਸੋ ਤੁਹਾਨੂੰ। ਉਹ ਕਿਤੇ ਡੈਂਟ ਕੱਢੇ ਲਾਉਣ ਦੇ ਹੋਣ ਜਾਂ ਕਿਤੇ ਪੰਜਾ ਲੱਗਣ ਡਿਆ ਨਹੀਂ ਏਦਾਂ ਤੇ ਪੂਰੇ ਘਰ ਦੇ ਵਿੱਚ ਹਜ਼ਾਰ ਚੀਜ਼ਾਂ ਨੂੰ ਅੱਬੂ ਦੇ ਨਹੀਂ, ਮਾਵਾਂ ਦੇ ਇਹ ਪਹਿਲਾਂ ਅੱਬੂ ਨੇ ਉੱਥੇ ਅੱਬੂ ਨੂੰ ਹੱਥ ਲੱਗੇ ਸੀ ਲੈ। ਨਹੀਂ ਨਹੀਂ, ਬੇਸਿਕ ਤੌਰ ਤੇ ਹੋਇਆ ਪਤਾ ਕੀ, ਵੀਕਨੈਸ ਹੋ ਗਈ ਸੀ ਨਾ ਅੱਬੂ ਨੂੰ ਕਾਫੀ, ਯਾਨੀ ਕਿ, ਤੇ ਮੈਂ ਅੱਬੂ ਨੂੰ ਨਾ ਜੋਸ਼ ਦਵਾ ਰਿਹਾ ਸੀ, ਮੈਂ ਕਿਹਾ ਅੱਬੂ ਜੀ ਇਹ ਟੁੱਟੇ ਸਿੱਟੋ ਹਾਂ, ਤੇ ਉਹ ਅੱਬੂ ਨਾ ਬਾਰ-ਬਾਰ ਫੜਨ ਦੇ ਟੁੱਟੇ ਸਿੱਟਣ ਨਹੀਂ ਜਾ ਰਹੀ ਸੀ। ਫਿਰ ਮੈਨੂੰ ਕਹਿੰਦੇ ਪਰੇ ਹੋ ਜਾ, ਤੇ ਰੇਸ ਹੋ ਗਏ, ਗਾਲਾਂ ਕੱਢਣ ਲੱਗ ਪਏ, ਮੈਂ ਸਿੱਟ ਕੇ ਸਾਹ ਲੈਣੀ, ਤੇ ਫਿਰ ਫੜ ਕੇ ਤੇ ਫਿਰ ਸੁੱਟਣ ਲੱਗ ਪਏ, ਫਿਰ ਨਹੀਂ ਗਈ, ਤੇ ਫਿਰ ਯਾਨੀ ਕਿ ਗਾਲਾਂ ਕੱਢਣ ਲੱਗ ਪਏ, ਪਰੇ ਹੋ ਜਾਓ ਅੱਜ ਮੈਂ ਇੱਟ ਸਿੱਟਣੀ ਹੈ। ਮੈਂ ਜਾ ਕੇ ਪਾਣੀ ਦਾ ਗਲਾਸ ਲਿਆ ਉਸਤਾਦ ਜੀ, ਫਿਰ ਅੱਬੂ ਨੇ ਤੇ ਦੇਖਿਆ ਤੇ ਅੱਬੂ ਪਿੱਛੇ ਡਿੱਗੇ ਹੋਏ, ਇੱਟ ਦੀ ਸੁੱਟ ਹੋਈ ਨਹੀਂ ਸਿੱਟ ਡਿੱਗੀ ਤੇ ਉੱਤੇ ਆ ਗਈ ਉਹ। ਸਿੱਧੀ ਆ ਬੱਜੀ, ਅੱਬੂ ਜੀ ਦਾ ਪਰਸ ਵਾਂਗੂ ਸਿਰ ਖੋਲ ਜਾਂਦੇ ਇੰਜ ਕਰਕੇ। ਅੱਛਾ ਇਸ ਤੋਂ ਤੂੰ ਸੰਭਾਲ ਲਈ। ਤੇ ਅੱਬੂ ਨੇ ਇੱਟ ਵਾਲਾ ਉਸਤਾਦ ਜੀ, ਮੈਂ ਪਾਣੀ ਪੂਣੀ ਪਿਲਾਇਆ, ਮੈਂ ਕਿਹਾ ਅੱਬੂ ਜੀ ਠਹਿਰ ਕੇ ਜ਼ਰਾ ਸਾਹ ਸੂ ਲੈ ਕੇ ਇਹਨਾਂ ਦੇ, ਕਹਿੰਦੇ ਯਾਰ ਇੱਟ ਮੇਰੇ ਕੋਲ ਹੀ ਰਹਿਣ ਦੇ। ਇੱਟ ਉਸਤਾਦ ਜੀ ਉਹ ਫੜੀ ਹੈ ਤੇ ਸੁੱਤੇ ਨੇ, ਤੇ ਇੱਟ ਸੁਰਾਣੇ ਰੱਖੀ ਹੋਈ ਹੈ, ਤੇ ਸਵੇਰੇ ਉੱਠੇ ਨੇ ਤੇ ਵੇਰ ਚਟੜੇ ਤੇ ਵੇਰ ਨਹੀਂ ਉੱਤੇ ਗਈ ਇੱਟ। ਅੱਬੂ ਫਿਰ ਬਾਹਰ ਗਏ, ਅੱਬੂ ਨੇ 4 ਪੀਸ ਕਰਕੇ ਕੱਲਾ ਪੀਸ ਤਾਂ ਸੁੱਟਿਆ, ਕਹਿੰਦੇ ਲੈ ਵੀ ਮੈਂ ਕਾਮਯਾਬ ਹੋ ਗਿਆ। ਪੀਸ ਕੇ ਲੈ ਹਾਂ। ਜਾਂ ਪੌੜੀਆਂ ਚੜ੍ਹ ਕੇ ਉੱਤੇ ਜਾ ਕੇ ਤੇ ਉੱਥੇ ਰੱਖ ਆਏ, ਉੱਥੇ ਰੱਖ ਕੇ ਥੱਲੇ ਆ ਲਿਆ ਕੇ ਤਾਂ ਲੈ ਵੀ ਸਿੱਟ ਦੀ ਜਾ ਕੇ ਦੇਖ। ਉਹ ਅੱਜ ਵੀ ਯਾਨੀ ਕਿ ਨਾ ਅੱਛਾ ਉਹ ਇੱਟ ਤੂੰ ਸੰਭਾਲ ਕੇ ਰੱਖੀ। ਇੱਟ ਮੈਂ ਸੰਭਾਲ ਕੇ ਰੱਖੀ ਹੈ। ਨਾਲ ਬਾਹ ਵੀ। ਫੇਰ ਗੌਰ ਕਰੀ ਕਿਤੇ ਫੋਲ ਅੱਬੂ ਵੀ ਨਾਲ ਹੀ ਉਹ। ਅੱਛਾ ਬਾਂਝ ਫੜੀ ਵੀ ਹੈ ਨਾਲ। ਉਹ ਮੈਂ ਨਾ ਇੱਟ ਫਿਰ ਉਹ ਦਰਵਾਜ਼ੇ ਤੇ ਵੀ ਰੱਖੀ, ਕਿਉਂਕਿ ਮੈਂ ਜਦੋਂ ਜਾਣਾ ਨਾ ਤੇ ਮੈਨੂੰ ਇੰਜ ਯਾਨੀ ਕਿ ਮੇਰਾ ਧਿਆਨ ਜਾਣਾ ਉੱਧਰ। ਉਹ ਲੰਘਦੇ ਵੜਦੇ ਜੋ ਇੱਟ ਵੱਜਦੀ ਸੀ ਨਾ, ਆ ਕੇ ਤੇਰੇ ਅੱਬੂ ਨੇ ਬਹੁਤ ਮਾਰਿਆ ਯਾਰ ਸਾਡੇ, ਆ ਵੱਜਿਆ ਤੇਰਾ ਅੱਬੂ। ਨਹੀਂ ਕਿ ਧਿਆਨ ਰਵੇ ਯਾਰ, ਮੈਨੂੰ ਇੰਜ ਸੀਗਾ ਕਿ ਅੱਬੂ ਘਰ ਹੀ ਨੇ, ਇਹ ਹੁਣ ਵੀ ਮੈਂ ਇੱਥੇ ਆ ਨਾ, ਮੇਰਾ ਈਮਾਨ ਆ, ਮੇਰਾ ਦਿਲ ਆ ਕਿ ਅੱਬੂ ਮੇਰੇ ਨਾਲ ਹੀ। ਇੱਟ ਟੱਕੀ ਕਹਿੰਦਾ ਮੇਰਾ ਅੱਬੂ ਆ, ਮਹਿਮਾਨ ਆ ਕੇ ਜਾ ਕੇ ਆ ਤੇਰਾ ਅੱਬੂ ਤਾਂ ਖਿੰਗਰ ਵਾ ਸਾਰਾ ਹੀ। ਨਹੀਂ ਅੱਛਾ ਉਹ ਹੋਰ ਕਿਹੜੀ ਚੀਜ਼ ਸੰਭਾਲੀ ਅੱਬੂ ਦੀ? ਬਸ ਆਪਾਂ ਹੀ ਨਹੀਂ ਸਾਂਭਿਆ, ਬਾਕੀ ਹਰ ਚ ਸਾਂਭੀ ਆ ਸਾਰੀਆਂ ਚੀਜ਼ਾਂ। ਉਸਤਾਦ ਜੀ ਫਿਰ ਨਾ ਕਿ ਸ਼ੋਅ ਉਧਰ ਪਾਸੇ ਚਲੇ ਜਾਣਾ ਹੈਗਾ, ਫਿਰ ਤੁਸੀਂ ਕਹਿਣਾ ਕਿ ਚਲਾ ਗਿਆ ਹੁਣ ਤੇ ਲੈ ਗਿਆ, ਤੂੰ ਹਾਲੇ ਜਾਣਾ ਨਹੀਂ। ਮੈਂ ਨਹੀਂ ਲੈ ਗਿਆ ਲੈ ਜਾ, ਬਾਕੀ ਵੀ ਆਪਣੇ ਪਿਓ ਦੇ ਨਹੀਂ ਹਾਲਾ ਸਾਰਾ। ਬੜੀਆਂ ਚੀਜ਼ਾਂ ਸੰਭਾਲੀਆਂ ਨੇ ਇਹਨਾਂ ਦੀ ਸੇਫ ਅਲਮਾਰੀ ਦੇ ਵਿੱਚ। ਕੱਪ ਵੀ, ਉਹ ਫੋਮ ਵਾਲੇ ਕੱਪ ਨਹੀਂ ਹੁੰਦੇ, ਉਹਦੇ ਤੇ ਵੀ ਅੱਬੂ ਦੀ ਲਿਪਸਟਿਕ ਦੇ ਨਿਸ਼ਾਨ ਲੱਗੇ, ਉਹ ਵੀ ਰੱਖੇ ਸਾਰੇ। ਵੇਖਿਆ ਨਹੀਂ ਮੈਂ ਕਿੰਨੇ ਦਿਨ ਰੱਖਿਆ ਸੀ ਮੇਰੇ ਬੁੱਝੇ ਤੋਂ ਐਦਾਂ ਨਾ ਸਿਗਰਟ ਲਾਈਟਰ ਪਿਆ ਸੀ ਇੰਜ ਕਰਕੇ, ਗੋਲਡੀ ਦੀ ਡੱਬੀ ਉੱਪਰ ਲਾਈਟਰ, ਤੇ ਜਦੋਂ ਉਹਨੇ ਤਬੀਅਤ ਖਰਾਬ ਹੋਈ ਲੈ ਗਏ ਤੇ ਫਿਰ ਡੈਥ ਹੋ ਗਈ। ਉਹ ਮੈਂ ਬਹੁਤ ਕਿੰਨੇ ਦਿਨ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ, ਮੈਂ ਦਰਵਾਜ਼ਾ ਬੰਦ ਰੱਖਿਆ। ਜਿੱਥੇ ਉਹਨਾਂ ਨੇ ਚੀਜ਼ਾਂ ਰੱਖੀਆਂ ਸੀ ਨਾ, ਕੋਈ ਮਹੀਨਾ ਮੈਂ ਉੱਥੇ ਹੀ ਰਹਿਣ ਦਿੱਤੀ। ਮੈਂ ਕਿਹਾ ਅੰਦਰ ਜਾਣਾ ਸੀ ਨਾ, ਜਿੱਦਾਂ ਉਹਨਾਂ ਨੇ ਰੱਖੀਆਂ ਸੀ ਉੱਤੇ ਪਈਆਂ ਸੀ। ਇਹ ਯਾਦ ਕਰ ਲਓ ਕਿ ਤੁਸੀਂ ਯੂਜ਼ ਕਰ ਲੈਣਾ। ਨਹੀਂ ਉਸਤਾਦ ਜੀ ਦੀ ਇੱਕ ਗੱਲ ਯਾਰ ਜਿਹੜੀ ਹੈ ਨਾ, ਕਸਮ ਵਾਲੀ ਗੱਲ ਹੈ ਜੀ, ਆਈ ਸਲੂਟ ਯੂ। ਤੇ ਕਈ ਦੁਨੀਆ ਕਹਿਣ ਲਈ ਹੈਗੀ ਨਾ, ਅੱਜ ਮੈਂ ਜੈਨੂਇਨ ਕਹਿ ਰਿਹਾ ਵਾਂਗਾ, ਉਸਤਾਦ ਜੀ ਇੱਕ ਸਿਫਾਰਿਸ਼ ਤੁਸੀਂ ਕਰ ਦੇਣੀ, ਕੋਸ਼ਿਸ਼ ਅਸੀਂ ਕਰਾਂਗੇ। ਅੱਧੀ ਦੁਨੀਆ ਜਿਹੜੀ ਨਾ ਕਹਿਣ ਲਈ ਹੈਗੀ ਹੈ ਕਿ ਭਾਈ ਟੀ ਟਾਈਮ ਜਿਹੜਾ ਨਾ ਚੱਲਦਾ ਰਵੇ। ਅਸੀਂ ਐਫਰਟ ਇਹ ਕਰਾਂਗੇ ਕਿ ਯਾਰ ਅਗਰ 15 ਦਿਨ ਉਸਤਾਦ ਜੀ ਦੁਬਈ ਹੈਗੇ ਨੇ, ਅਸੀਂ 1500 ਜਿਸ ਤਰ੍ਹਾਂ ਦੇ ਵੀ ਹੋਏ ਉਹ ਕਬੂਲ ਕਰਨੇ ਨੇ ਉਸਤਾਦ ਜੀ। ਤੁਸੀਂ ਐ ਉਹਨਾਂ ਨੂੰ ਕਹਿ ਦੇਣਾ, ਕੀ ਕਹਿੰਦੇ ਹੋ? ਕਿਉਂਕਿ ਉਹਦੇ ਵਿੱਚ ਇੱਕ ਮੈਸੇਜ ਆਇਆ ਉਸਤਾਦ ਜੀ ਕਿ ਯਾਰ ਸੱਜਣ ਹੋਣਾ ਚਾਹੀਦਾ ਪਿਓ ਦੇ ਨਾਲ। ਮੈਂ ਜਾ ਕੇ ਆਪਣੇ ਪੁੱਤਰ ਨੂੰ ਗਲੇ ਲਾਇਆ, ਮੈਂ ਕਿਹਾ ਉਰੇ ਆ ਜੱਬੀ ਭਾ ਸਲਾਦੇ ਆ, ਕਹਿੰਦਾ ਅੱਬੂ ਖੈਰ। ਹੁਣ ਮੇਰਾ ਉਹਦਾ ਯਾਰਾਨਾ ਹੀ ਮਿੱਠੇ ਮੇਰੇ ਬੇਟੇ ਦੇ ਨਾਲ। ਇਹ ਟੀ ਟਾਈਮ ਦੇ ਵਿੱਚੋਂ ਇੰਨੇ ਕੁ ਮੈਸੇਜ ਮਿਲੇ ਆ ਨਾ ਦੁਨੀਆ ਨੂੰ ਕਿ ਤੇਰੀ ਸੋਚ ਆ, ਗ੍ਰਿਫਤ ਵਾਲੇ ਮੈਸੇਜ ਬੜੇ ਗਏ। ਤੁਹਾਡਾ ਬੱਚਾ ਤੇ ਫਾਦਰ ਡੇ ਤੇ ਤੁਹਾਨੂੰ ਨਹੀਂ ਮਿਲਦਾ, ਬਾਕੀ ਸਭ ਨੂੰ ਮਿਲੀ ਜਾਊਗਾ। ਐਦਾਂ ਹੀ ਕਿ ਫਾਦਰ ਡੇ ਆ। ਇਹਨਾਂ ਦਾ ਬੱਚਾ ਇਹਨਾਂ ਹੱਥ ਕਰਕੇ ਕਹਿੰਦੇ ਹੁੰਦਾ, ਲਓ ਜੀ ਇਸ ਬੰਦੇ ਤੋਂ ਇਲਾਵਾ ਹਰ ਕੋਈ ਮੇਰੇ ਨਾਲ ਮੁਖਲਸ। ਨਾ ਯਾਰ ਕੀ ਤੁਸੀਂ ਪਿਓਾਂ ਦੀ ਉਸਤਾਦ ਜੀ ਫਿਰ ਆ ਕਰਨ ਦੇ ਨੇ ਫੈਸਲ ਸਾਹਿਬ ਤੁਸੀਂ ਜੈਨੂਇਨ ਟੀ ਟਾਈਮ ਤੋਂ ਬੜੇ ਮੈਸੇਜ ਗਏ ਆ ਜੀ। ਦੈਟਸ ਦਾ ਵੈਰੀ ਇਨਫ। ਨਹੀਂ ਉਸਤਾਦ ਜੀ ਨੇ ਖੁਦ ਕਿਹਾ ਸੀ ਕਿ ਮੇਰੀ ਗੱਲ 'ਚ ਅਸਰ ਵਾ। ਇਸ ਤਰ੍ਹਾਂ ਹੀ ਬੈਠੇ ਬਾਦਸ਼ਾਹ। ਨਹੀਂ ਉਹਨਾਂ ਦੀ ਗੱਲ ਕਰਨ ਦਾ ਸਟਾਈਲ ਜਿਹੜਾ ਨਾ, ਬਹੁਤ ਉਹ ਆ ਕਿ ਬੰਦੇ ਨੂੰ ਉਹ ਲੱਗਦਾ ਕਿ ਇਹ ਸਹੀ ਗੱਲ ਆਪਣੇ ਚ ਵੜ ਜਾਂਦੀ ਗੱਲ। ਉਸਤਾਦ ਕਿਦਾ ਵਾ ਇਹ ਵੀ ਕ੍ਰੈਡਿਟ ਤੁਸੀਂ ਲੈਣਾ ਵਾ ਕਿ ਉਸਤਾਦ ਜੀ ਤੁਸੀਂ ਜਿਹੜੀਆਂ ਅੱਛੀਆਂ ਗੱਲਾਂ ਕਰ ਰਹੇ ਨਾ ਇਧਰੋਂ ਆ ਰਹੀਆਂ ਨੇ।
ਹੁਣ ਮੈਂ ਦੇਖਿਆ ਉਸਤਾਦ ਜੀ 8 ਪੜ੍ਹੇ ਆ ਨਾ, ਉਸਤਾਦ ਜੀ ਦਾ ਕੋਈ ਏਡਾ ਸਰਵੇ ਆ, ਗੱਲ ਉਤਰਦੀ ਆ ਉਸਤਾਦ ਜੀ ਨੂੰ। ਹਾਂ ਔਰ ਪਤਾ ਮੇਰੇ ਹਿਸਾਬ ਨਾਲ ਇਹ ਤਜਰਬਾ ਬੋਲਦਾ ਵਾ, ਉਸਤਾਦ ਜੀ ਨਹੀਂ ਬੋਲਦੇ ਯਾਰ ਮੈਂ ਕੱਲ ਵੇਖਿਆ ਵਾਲ ਖੜੇ, ਮੈਂ ਕਿਹਾ ਕੀ ਕਹਿੰਦੇ ਗੱਲ ਉਤਰਨ ਡਈ ਹੈ। ਲੈ ਗੱਲ ਉਹ ਵੀ ਬਾਲ ਥੱਲੇ ਨੂੰ ਹੋਣੇ ਚਾਹੀਦੇ ਸੀਗੇ, ਪੁੱਠੀ ਉਤਰੀ ਕਿਤੇ। ਉਸਤਾਦ ਜੀ ਤਜਰਬਾ ਤੁਹਾਡਾ ਜਿਹੜਾ ਉਹ ਬੋਲਦਾ ਮੇਰੇ ਹਿਸਾਬ ਨਾਲ, ਕਿ ਜਿੰਨੇ ਤੁਸੀਂ ਤਜਰਬਾ ਨਹੀਂ ਜੋ ਹਰ ਬੰਦੇ ਦੇ ਕੋਲ ਹੀ ਹੁੰਦਾ ਇਦਾਂ ਦਾ ਹਿਸਾਬ ਕਿਤਾਬ। ਲੇਕਿਨ ਇਹ ਜਿਹੜਾ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਮੈਂ ਗੌਰ ਜ਼ਿਆਦਾ ਕਰਦਾ, ਜਿੱਦਾਂ ਮੈਂ ਦੱਸਦਾ ਕਿ ਵੀ ਬੱਚਿਆਂ ਨੂੰ ਇਦਾਂ ਰੱਖੋ, ਆ ਹੋਣਾ ਚਾਹੀਦਾ, ਆ ਹੋਣਾ ਚਾਹੀਦਾ, ਇੰਜ ਨਹੀਂ ਕਰਨਾ ਚਾਹੀਦਾ। ਮਾਂ ਪਿਓ ਕਵੇ ਕਿ ਪੁੱਤ ਸਾਡੀ ਜ਼ਿੰਦਗੀ ਦਾ ਪਤਾ ਕੋਈ ਨਹੀਂ, ਇੱਕ ਗੱਲ ਮੈਨੂੰ ਸੁਣ ਲਾ, ਉਹਦੀ ਸੁਣਨੀ ਚਾਹੀਦੀ। ਇੰਜ ਦੀਆਂ ਨਾ ਉਹ ਜਿਹੜੀਆਂ ਨਾਰਮਲ ਮੈਂ ਫੀਲ ਕਰਦਾ ਕਿ ਅਸੀਂ ਇੱਥੇ ਇਦਾਂ ਸਾਨੂੰ ਕਰਨਾ ਚਾਹੀਦਾ। ਇੱਕ ਤੁਹਾਡੀ ਯਾਨੀ ਕਿ ਤੁਹਾਡੀ ਸ਼ਾਨ ਦੇ ਵਿੱਚ ਇੱਕ ਕ੍ਰੈਡਿਟ ਆਈ। ਇੱਕ ਦੋਸਤ ਨੇ ਮੈਸੇਜ ਕੀਤਾ, ਕਮੈਂਟਸ ਵੀ ਕੀਤਾ, ਕਹਿੰਦਾ ਮੈਂ ਉਹਨੂੰ ਸਕਰੀਨਸ਼ਾਟ ਭੇਜਿਆ, ਕਹਿੰਦਾ ਯਾਰ ਦੁਨੀਆ ਦਾ ਵਾਹਦ ਐਂਕਰ ਉਸਤਾਦ ਜੀ ਆ ਜਿਹਨਾਂ ਨੂੰ ਹਰ ਚਾਹਣ ਵਾਲਾ, ਹਰ ਪਿਆਰ ਵਾਲਾ ਉਸਤਾਦ ਜੀ ਕਹਿੰਦਾ। ਹਾਂ ਉਹ ਬਹੁਤ ਲੋਕੀ ਕਹਿੰਦੇ ਯਾਰ ਸਾਰੇ ਤੁਹਾਡਾ ਇੱਕ ਹਿਸਾਬ ਦਾ ਨਾਮ ਹੀ ਪੈ ਗਿਆ। ਨਾਮ ਹੀ ਮੇਰਾ ਉਸਤਾਦ ਜੀ ਪੈ ਗਿਆ। ਜਾਂ ਕਹਿਣਗੇ ਜੁਗਨੂ ਜਾਂ ਜਾਨੀ ਜਾਂ ਸਿੱਧਾ, ਬਲਕਿ ਅੱਵਲ ਤੇ ਜ਼ਿਆਦਾ ਲੋਕ ਉਸਤਾਦ ਹੀ ਕਹਿੰਦੇ। ਆਏ ਆਜ਼ਾਦ ਕਿਸੇ ਐਂਕਰ ਨੂੰ ਹਾਸਲ ਨਹੀਂ ਹੈਗਾ। ਹੁਣ ਤੁਸੀਂ ਬੱਚੇ ਨੂੰ 1000 ਰੁਪਇਆ ਦੇਣਾ ਵਾ, ਮਠਿਆਈ ਮੰਗਾਉਣੀ ਆ ਤੇ ਨਾਲ ਪਾਈਆ ਦੁੱਧ ਦਾ ਗਲਾਸ। ਇਹ ਜਰਾ ਸੈਟਿੰਗ ਜਿਹੜੀ ਬਣੀ ਹੈ ਨਾ। ਤੈਨੂੰ ਵੀ ਤਾਂ ਮਿੱਠਾ ਪੁਰੀਆ ਸਾਰੇ ਕਹਿੰਦੇ ਨੇ, ਮਿੱਠਾ ਪੁਰੀਆ, ਮਿੱਠਾ ਪੁਰੀਆ। ਅਸੀਂ ਤਾਂ ਮੈਂ ਤੈਨੂੰ ਸੁਣਾਵਾਂ ਠਹਿਰੇ, ਮੈਂ ਤਾਂ ਮਜ਼ਦੂਰ ਆ। ਜਿਹੜੇ ਮਿੱਠੇ ਦੇ ਨਹੀਂ ਸੀ ਇਹ ਉਹ ਦਿਨ ਸ਼ੋਅ ਕੀਤਾ, ਮੈਨੂੰ ਤਾਂ ਸਾਰੇ ਮਜ਼ਦੂਰ ਕਹਿੰਦੇ ਆ ਵੀ ਐਵੇਂ ਆ ਕੇ ਬੈਠਾ ਰਹਿੰਦਾ ਵਾ, ਘਰ ਵੀ ਨਹੀਂ ਜਾਂਦਾ। ਮੈਂ ਘਰ ਹੋ, ਮੰਮੀ ਕਹਿੰਦੇ ਇੱਥੇ ਬੈਠਾ ਨਾ, ਕੰਮ ਤੇ ਨਹੀਂ ਜਾਣਾ। ਮੈਨੂੰ ਸਮਝ ਲੱਗਦੀ ਮੈਂ ਭੂਤ ਆ ਹੀ ਆ। ਜਿੱਥੇ ਵੀ ਜਾਵੇ ਤੈਨੂੰ ਅੱਗੇ ਹੀ ਤੋਰਦੇ ਆ। ਮੈਂ ਇੱਕ ਦੋਸਤ ਕੋ ਹਮਾਮ ਤੇ 15 ਮਿੰਟ ਬੈਠਾ, ਕਹਿੰਦਾ ਯਾਰ ਇੱਥੇ ਬੈਠਾ ਰਹਿਣਾ, ਕੰਮ ਤੇ ਵੀ ਯਾਰ ਜੀ ਮੇਰੀ ਗੱਲ ਸੁਣੋ, ਆਪਾਂ ਸ਼ੋਅ ਨਹੀਂ ਸੀ ਕੀਤਾ ਜਿਹ ਚ ਮਿੱਠਾ ਇੱਥੇ ਬੈਠਾ, ਜਿਹ ਚ ਸਾਰੇ ਬੈਠੇ ਸੀ ਤੇ ਪਹਿਲੇ ਸਾਰੇ ਮਿੱਠੇ ਦੇ ਸਿਰ ਹੋ ਗਏ ਹਾਂਜੀ ਤੇ ਫਿਰ ਉਹ ਮਿੱਠਾ ਕੱਲੇ ਨੂੰ ਸਾਰੀਆਂ ਗੱਲਾਂ, ਉਹਦੇ ਕਮੈਂਟ ਜ਼ਰਾ ਪੜਨਾ। ਉਸਤਾਦ ਜੀ ਜੋ ਮਰਜ਼ੀ ਕਰ ਲਓ, ਮਿੱਠੇ ਦਾ ਲੈਵਲ ਦਾ ਕੋਈ ਵੀ ਨਹੀਂ। ਬਸ ਤਾਂ ਸਹੀ ਗੱਲ। ਸਾਰੀ ਦੁਨੀਆ ਕਹਿਣ ਡਈ ਐ ਇਸ ਟਾਈਮ ਮਿੱਠੇ ਹੁੰਦਾ ਹੀ ਆ। ਉਧਰ ਜੇ ਅੱਜ ਅਮਾਨੁੱਲਾ ਸਾਹਿਬ ਹੁੰਦੇ ਤੇ ਮਿੱਠੇ ਪੁਰੀਏ ਦਾ ਮੱਥਾ ਚੁੰਮਦੇ। ਅੱਛਾ ਜੀ, ਇਸ ਇੱਕ ਸ਼ੋਅ ਨੇ 10 ਸਾਲ ਦੇ ਸਟੇਜ ਡਰਾਮੇ ਬਨੇ ਲਾ ਦਿੱਤੇ ਨੇ। हसीब इस्लाम भाजी कह रहे हैं, उस्ताद जी मिठापुरिया अगर कुछ ना भी हो तो तब भी वो मिठापुरिया ही है। एम रिजवान भाई कह रहे हैं। अच्छा जी, पार्टी बन गई। उस्मान 7553, उस्ताद जी माशाल्लाह हैंडसम। मिठा इज ब्रांड, नोबडी कैन मैच मिठा। मिठा स्टैंड्स आउट, एक्सीलेंट, ब्रेवो ब्रावो ब्रावो है। ब्रावो एक जना सही दसे, तिन्ने अलग-अलग एक्सेंट दसन दे। ब्रावो चलो जी ठीक है। Big clap for Mitha after very long time. 1 hour show is really worth to watch. 1750 मिठा भाई, इससे अच्छा एक्ट कोई और हो ही नहीं सकता। अच्छा जी जानी भाई, एक तो मैं फरीद भाई का बहुत फैन हूँ और मिठे की तो क्या ही बात है। लव यू। हाँ गुड मिठा भाई, यू आर सच अ टैलेंटेड मैन। जॉब से वापस आके इतना थकावट थी, सब दूर हो गई शो देखकर। हासा हस के बुरा हाल। ये वो शो है जिहदे च ये सारे नूं सराहण भी सी इत्थे ते सारे। आज के शो का अंडरटेकर मिठा अकेले ही तुन के रख दिया। मिठा खिजिया शेर वर्गा, सारे नूं खा जांदा। लो मिठा भाई इज ऑलवेज one man of army. नोनीज एक्सीडेंट अब्बास को पीछे छोड़ रहा है। कंपटीशन नहीं ਤੁਸੀਂ ਟੈਨਸ਼ਨ ਨਾ ਲਵੋ। ਉਹ ਨੋਨੀ ਉਹ ਵਾ ਜਿਹੜਾ ਕਹਿੰਦਾ ਨਹੀਂ ਕਿ ਤੇਰੀ ਰੱਬ ਨੇ ਬਾਹ ਫੜੀ, ਉਹਨੇ ਕਿਹਾ ਤੂੰ ਮੇਰੀ ਛਡਾਉਣੀ ਨਹੀਂ ਵੇਖੀ। ਠੀਕ ਹੈ, 3 ਦਿਨ ਹੋ ਗਏ ਭਾਈ ਨੋਨੀ ਆ ਹੀ ਨਹੀਂ ਰਹੇ। ਉਹ ਗਿਆ ਕਿੱਥੇ ਆ? ਉਹ ਹਿਸਾਬ ਸ਼ੁਰੂ ਹੋ ਗਿਆ ਨਾ, ਬਿੱਲ ਤਰ ਗਿਆ ਨਾ। ਹੁਣ ਬਿੱਲ ਤਰ ਗਿਆ, ਬਿੱਲ ਦਾ ਹਿਸਾਬ ਮੁੱਕ ਗਿਆ, ਅੱਗੋਂ ਥੋੜਾ ਕੰਮ ਕਰ ਲਿਆ ਸ਼ੁਰੂ। ਨਹੀਂ ਉਹ ਤਾਂ ਮੈਨੂੰ ਕਹਿ ਕੇ ਨਾ ਉਸਤਾਦ ਜੀ। ਹਾਂਜੀ ਹਾਂਜੀ, ਉਹ ਇੱਕ ਦਿਨ ਦਾ ਕਹਿ ਕੇ ਤਾਂ ਤੀਸਰਾ ਦਿਨ ਆ ਗਿਆ। ਮਿੱਠਾਪੁਰੀਆ जुगत मशीन है, नंबर 1 कॉमेडियन इन मशीन, कोई शक होल पाकिस्तान। ਮਾਫੀ। बड़ी बड़ी When मिठा is on fire, nobody can stop him. मिठा भाई पैसा देकर कमेंट करवा रहे हैं क्या? मैंने वैसे ने मजाक किया कि पैसे दे के कमेंट करा रहे हैं सारे। नंबर 1 शो खून बनाने का हस्पताल। लव यू। वाह वाह। ताजी ਉਸਤਾਦ ਜੀ ਮੈਂ ਹੁਣ ਥੋੜੀ ਜਿਹੀ ਗੱਲ ਕਰਾਂ। ਇਹਦਾ ਸਾਰਾ ਜਿਹੜਾ ਅੱਛਾ ਹੁੰਦਾ ਨਾ ਕਿ ਲਫ਼ਜ਼ੀ ਨਹੀਂ, ਅੱਲਾਹ ਤਾਲਾ ਦੀ ਜ਼ਾਤ ਤੋਂ ਬਾਅਦ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ। ਮੈਂ ਆਪਣੇ ਆਪ ਨੂੰ ਮਜ਼ਦੂਰ ਸਮਝਦਾ ਵਾਂ ਔਰ ਮੈਂ
ਹੋ ਸਕਦਾ ਤੁਸੀਂ ਦੇਖੋ ਮੈਂ ਕਮੈਂਟਸ ਨਹੀਂ ਜ਼ਿਆਦਾ ਪੜ੍ਹਦਾ। ਅੱਛਾ ਉਹ ਵੀ ਤੇ ਦੱਸ ਨਾ ਸਾਰਿਆਂ ਨੂੰ ਕਿ ਉਸਤਾਦ ਹੋਣਾ ਨੇ ਕਿਹਾ ਸੀ ਕਿ ਹੁਣ ਤੂੰ ਵਾਰੀ ਸਾਰਿਆਂ ਨੂੰ ਜੁਗਤ ਕਰਨੀ, ਹਾਂ ਉਹੀ ਮੈਂ ਉੱਧਰ ਹੀ ਆਉਣ ਲੱਗਾ ਉਹ ਵੀ ਤੇਰਾ ਦੱਸ। ਸਰ, ਮੈਂ ਉੱਧਰ ਹੀ ਆਉਣ ਲੱਗਾ, ਤੁਸੀਂ ਬਸ ਨਹੀਂ ਪੂਰੀ ਗੱਲ ਦੱਸੀ ਨਾ ਉੱਧਰ ਹੀ ਗੱਲ ਲੱਗੀ। ਕਿ ਜਦੋਂ ਤੂੰ ਏਦਾਂ ਕਰ ਲਵੇਂ ਤੇ ਫਿਰ ਤੂੰ ਗੱਲ ਮਾੜੀ ਜੀ ਛੇੜੀ ਫਿਰ ਮਿੱਟੇ ਤੇ ਇਹ ਵੀ ਸਾਰੀ ਦੱਸ। ਤੇ ਅੱਲਾਹ ਤਾਲਾ ਦੀ ਜ਼ਾਤ ਤੋਂ ਬਾਅਦ ਇਹ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਨਹੀਂ ਜੀ। ਉਹ ਦੱਸ, ਉੱਥੇ ਵਾਲਾ ਦੱਸ ਨਾ ਜਿਸ ਵਜ੍ਹਾ ਤੋਂ ਤੈਨੂੰ ਸਾਰੇ ਕਹਿ ਰਹੇ ਆ, ਉਹ ਟਰੈਕ ਕਿੰਨੇ ਬਣਾਇਆ ਸੀ ਉਹ ਤੇ ਦੱਸ। ਮੈਂ ਉੱਧਰ ਹੀ ਆ ਰਿਹਾ ਤੇ ਉੱਥੋਂ ਸ਼ੁਰੂ ਕਰ ਲੈਣਾ ਉੱਥੋਂ ਹੀ। ਉੱਥੋਂ ਬੈਗ ਚੱਲੀ ਯਾਰ ਕਿ ਡਾਇਰੈਕਟ ਹੀ ਧਰ ਦੋ ਹਾਂ ਤੇ ਉੱਥੇ ਹੀ ਕਰ ਲੈ ਯਾਰ। ਤੇ ਨਾ ਉਹ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਵਾ। ਇਹ ਜਿਹੜਾ ਇੱਕ ਗੁਲਦਸਤਾ ਜੇ ਅੱਲਾਹ ਤਾਲਾ ਦੀ ਜ਼ਾਤ ਨੇ ਸਾਨੂੰ ਤਾਂ ਮੈਂ ਆਪਣੇ ਆਪ ਨੂੰ ਉਹ ਦੱਸ ਕੇ ਉਸਤਾਦ ਜੀ ਇੱਥੇ ਬੈਠੇ ਜਦੋਂ ਤੇ ਅਸੀਂ ਤੇਰੇ ਤੇ ਟਰੈਕ ਰੱਖਿਆ ਸੀ, ਤੈਨੂੰ ਬੋਲਣ ਨਹੀਂ ਸੀ ਦੇ ਰਹੇ, ਤੇ ਉਸ ਤੋਂ ਬਾਅਦ ਫਿਰ ਅਸੀਂ ਬ੍ਰੇਕ ਲਈ ਸੀ ਤੇ ਉਸਤਾਦ ਨੇ ਕਿਹਾ ਸੀ ਮਿੱਠੇ ਹੁਣ ਤੂੰ ਇਕੱਲੇ ਨੂੰ ਗੱਲ ਕਰਨੀ ਆ, ਪਹਿਲੇ ਆਹ ਬੋਲੇਗਾ ਤੇ ਉਸ ਤੋਂ ਬਾਅਦ ਉਹ ਕਿਉਂ ਦੇਗਾ ਤੇ ਉਹਨੂੰ ਕਰ ਦੇਂ, ਉਹ ਕਿਉਂ ਐਸਾ ਇਹ ਦੱਸ ਨਾ ਸਰ ਉਹੀ ਮੈਂ ਕਰਨ ਲੱਗਾ ਨਾ ਵੀ ਅੱਲਾਹ ਤਾਲਾ ਦੀ ਜ਼ਾਤ ਨੇ ਜਿਹੜਾ ਸਾਨੂੰ ਇਹ ਗੁਲਦਸਤਾ ਦਿੱਤਾ ਨਾ, ਤੇ ਸਾਡੇ ਸਾਰੇ ਯਾਰ ਉਸ ਮੁਖਲਸ ਆ, ਇੱਕ ਦੂਸਰੇ ਨਾਲ ਪਿਆਰ ਮੁਹੱਬਤ ਲੈ ਕੇ। ਮੈਂ ਜੀ ਇੱਕ ਮਜ਼ਦੂਰ ਆ, ਮੈਨੂੰ ਮਜ਼ਦੂਰ ਹੀ ਸਾਰੇ ਕਹਿੰਦੇ ਯਾਰ ਆ। ਉਸਤਾਦ ਜੀ ਕਿੱਥੇ ਨੇ? ਉਹ ਮੈਂ ਉੱਧਰ ਹੀ ਆ ਰਿਹਾ ਨਾ। ਮੈਨੂੰ ਭਾਨ ਫੈਸਲ ਜਿਸ ਬਣਾ ਕੇ ਤਰ੍ਹਾਂ ਭਾਨ ਫੈਸਲ ਮੁਹੱਬਤ ਨਾਲ ਭੌਂਕਾ ਕਹਿੰਦੇ ਆ ਕਿ ਯਾਰ ਓਏ ਮੈਂ ਕਦੇ ਨਹੀਂ ਕਿਹਾ ਮਿੱਠੇ ਨਾ ਯਾਰ। ਯਾਰ ਜਦੋਂ ਤੂੰ ਇੱਥੇ ਬੈਠਾ ਸੀ, ਜਦੋਂ ਪਹਿਲੇ ਅਸੀਂ ਤੈਨੂੰ ਸਾਰਿਆਂ ਨੇ ਬੰਦ ਕਰਤਾ ਸੀ, ਚੰਗੀ ਤਰ੍ਹਾਂ ਬੋਲਣ ਨਹੀਂ ਸੀ ਦੇ ਰਹੇ, ਫਿਰ ਇੱਕਦਮ ਤੈਨੂੰ ਮੈਂ ਕਿਹਾ ਸੀ ਕਿ ਵੀ ਮਿੱਠੇ ਹੁਣ ਤੂੰ ਨਾ ਸਾਰਿਆਂ ਨੂੰ ਮਾਸਾ ਮਾੜੇ ਤੈਨੂੰ ਸਾਰੇ ਕਹਿਣਗੇ ਮਿੱਠੇ ਬਸ ਕਰਦੇ ਤੂੰ ਉਹਨੂੰ ਸ਼ੁਰੂ ਹੋਏ ਨਾ, ਫਿਰ ਇਹ ਜਦੋਂ ਉਹ ਬੋਲੇਗਾ ਉਹਨੂੰ ਸ਼ੁਰੂ ਏਦਾਂ ਜਿੱਦਾਂ ਮੈਂ ਕਿਹਾ ਸੀ ਉਹ ਦੱਸ ਨਾ। ਹਾਂ ਉੱਧਰ ਹੀ ਆ ਰਿਹਾ ਨਹੀਂ ਉਧਰ ਤੂੰ ਨਹੀਂ ਨਾ ਆ ਰਿਹਾ, ਉੱਧਰ ਤੇ ਆ ਹੀ ਨਹੀਂ। ਉਧਰ ਤੋਂ ਉਹ ਦੂਰ ਹੋਈ ਜਾ ਰਿਹਾ ਮਜ਼ੀਦ। ਮੈਂ ਬੁਲਾ ਕੇ ਜ਼ਰਾ ਆਇਆ ਸਰ ਸੈਟਿੰਗ ਨਹੀਂ ਡਾਇਰੈਕਟ ਆਣਾ ਟਾਈਮ ਨਹੀਂ ਹੈਗਾ ਇਹਦਾ। ਗਰਾਊਂਡ ਬਣਾਉਣੀ ਸੀ ਤੁਹਾਡੀ ਮੈਂ ਨਹੀਂ, ground ਜਿਹੜਾ ਸਾਰਾ ਕ੍ਰੈਡਿਟ ਉਹਨੇ ਉਸਤਾਦ ਜੀ ਨੂੰ ਜਾਂਦਾ। ਨਹੀਂ ਕ੍ਰੈਡਿਟ ਨਹੀਂ ਜਾਂਦਾ, ਉਸਤਾਦ ਉਹਨਾਂ ਨੇ ਦੱਸਿਆ ਸੀ ਕਿ ਇੰਜ ਕਰ। ਉਸਤਾਦ ਜੀ ਨੇ ਦੱਸਿਆ ਸੀ ਕਿ ਯਾਰ ਇਹ ਜਦੋਂ ਪਤਾ ਨਹੀਂ ਕਿਹੜਾ ਟਰੈਕ ਚੱਲ ਰਿਹਾ ਸੀਗਾ ਉੱਪਰ ਜਾਣ ਵਾਲਾ। ਖੂਨ ਨਾਲ ਇੱਕ ਸੈਕਿੰਡ ਬੇਟਾ ਕੋਈ ਗੱਲ ਚੱਲ ਰਹੀ ਸਾਰੇ ਤੈਨੂੰ ਬਿਸਤ ਕਰ ਰਹੇ ਸੀ, ਹਾਂ ਜਦੋਂ ਜੁਗਤਾ ਕਰ ਰਹੇ ਸੀ, ਮੈਂ ਵੀ ਤੈਨੂੰ ਬੋਲਣ ਨਹੀਂ ਸੀ ਦੇ ਰਿਹਾ। ਹਾਂਜੀ। ਫਿਰ ਮੈਂ ਤੈਨੂੰ ਕਿਹਾ ਸੀ ਕਿ ਮਿੱਠੇ ਹੁਣ ਐ ਬੋਲੇਗਾ ਨਾ ਤੇ ਤੂੰ ਇਹਨੂੰ 5-7 ਗੱਲਾਂ ਕਰਨੀਆਂ, ਤੇ ਉਹਨੂੰ ਮੈਂ ਕਾਲੂ ਨੂੰ ਕਿਹਾ ਸੀ ਕਾਲੂ ਜਦੋਂ ਇਹ 5-7 ਗੱਲਾਂ ਕਰ ਲਵੇ ਨਾ ਤੇ ਫਿਰ ਤੂੰ ਇਹਦਾ ਹੰਗਾਰਾ ਭਰਨਾ, ਫਿਰ ਤੇਰੇ ਦੁਆਲੇ, ਫਿਰ ਉਹਦੇ ਦੁਆਲੇ, ਫਿਰ ਉਹਦੇ ਦੁਆਲੇ, ਫਿਰ ਇਹ ਦੱਸ ਨਾ। ਉਹੀ ਹੁਣ ਦੱਸ ਓਏ ਏਦਾਂ ਜਿੱਦਾਂ ਉਸਤਾਦ ਜੀ ਨੇ ਕਿਹਾ ਨਾ ਏਦਾਂ ਹੀ ਦੱਸ ਰੂਟੀਨ ਦੇ ਨਾਲ। ਯਾਰ ਨਾਲੇ ਉਸਤਾਦ ਜੀ ਆਪ ਦੱਸੀ ਵੀ ਜਾਣ ਡਏ ਆ ਯਾਰ ਤੂੰ ਦੱਸ। ਵੀ ਏਦਾਂ ਨਾ ਉਸਤਾਦ ਜੀ ਬੈਠੇ ਸੀ, ਅਸੀਂ ਮੈਂ ਇਹਨੂੰ ਬਿਲਕੁਲ ਬੰਦ ਕੀਤਾ ਇਹਨਾਂ ਨੇ ਕਿ ਲੈ ਵੀ ਮਿੱਠੇ ਹੁਣ ਤੂੰ ਚੁੱਪ ਵਾ, ਬ੍ਰੇਕ ਤੋਂ ਬਾਅਦ ਹੁਣ ਤੂੰ ਸਾਰੇ ਦਾ ਟਰੈਕ ਰੱਖਣਾ, 2-2 4-4 ਗੱਲਾਂ। ਅੱਛਾ ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਸ਼ੁਗਲ ਮੇਲਾ ਆਪਣੀ ਜਗ੍ਹਾ ਤੇ ਨੋ ਡਾਊਟ ਕਿ ਮੈਂ ਮਿੱਠੇ ਨੂੰ ਕਿਹਾ ਸੀ ਕਿ ਮਿੱਠੇ ਤੂੰ ਨਾ ਹੁਣ ਤੂੰ ਨਾ ਇਹਨਾਂ ਸਾਰਿਆਂ ਨੂੰ ਗੱਲਾਂ ਕਰਨੀਆਂ ਨੇ, ਲਾਈਕ ਇੱਕਦਮ ਨਾ ਤੂੰ ਐ ਫਾਇਰ ਹੋਣਾ ਵਾ ਕਿ ਉਹ ਤੈਨੂੰ ਕਰਦੇ ਪਏ ਨੇ ਨਾ, ਤੇ ਤੂੰ ਚੁੱਪ ਬੈਠਾ ਤੇ ਤੂੰ ਫਾਇਰ ਹੋਣ ਦੇ ਇੱਕ ਬੂਸਟ ਹੋਏਗਾ ਸ਼ੋਰ, ਉਹ ਹੋਇਆ ਬੂਸਟ। ਹਾਂਜੀ ਅਲਹਮਦੁਲਿਲਾ। ਲੇਕਿਨ ਇੱਕ ਗੱਲ ਇਹ ਹੈ ਸਾਜੀ ਕਿ ਮੈਂ ਤਾਂ ਕਹਿਤਾ ਕਿ ਤੂੰ ਗੱਲਾਂ ਕਰੀਆਂ, ਲੇਕਿਨ ਉਹ ਜਿਹੜੀਆਂ ਗੱਲਾਂ ਕੀਤੀਆਂ ਨੇ ਸਾਜੀ, ਉਹ ਮੈਂ ਇੱਕ ਵੀ ਨਹੀਂ ਇਹਨੂੰ ਦੱਸੀ, ਉਹ ਮਿੱਠੇ ਨੇ ਆਪੇ ਕੀਤੀ। ਸਾਜੀ ਉਹ ਮੁਸ਼ਕਲ ਹੁੰਦਾ ਹੈ। ਉਹ ਹੀ ਕੰਮ ਸੀ। ਕਿਆ ਬਾਤ। ਇਹ ਹੁੰਦਾ ਸਾਜੀ ਚਲਾਉਣਾ। ਤੁਹਾਡਾ ਜਿਹੜਾ ਉੱਤੇ ਬੰਦਾ ਹੁੰਦਾ ਨਾ, ਉਹਨੂੰ ਪਤਾ ਹੁੰਦਾ ਆਪਣੇ ਫੌਜੀ ਦਾ ਕਿ ਮੈਂ ਕਿਹੜੇ ਫੌਜੀ ਨੂੰ ਕਿਹੜੇ ਮੋਰਚੇ ਤੇ ਖੜਾ ਕਰਕੇ ਤੇ ਉਹਨੂੰ ਮੈਂ ਕਦੋਂ ਚਲਾਉਣਾ। ਹੁਣ ਇਹੀ ਗੱਲ ਮੈਂ ਇਹਨੂੰ ਨਹੀਂ ਕਹਿ ਸਕਦਾ ਜਾਂ ਇਹਨੂੰ ਨਹੀਂ ਕਹਿ ਸਕਦਾ, ਮੈਨੂੰ ਪਤਾ ਇਹਦੇ ਕੋਲ ਗੱਲ ਹੈ ਨਹੀਂ, ਤੇ ਸਿਰਫ ਹਾਂਸੀ ਕਾ ਗੋਲ ਗੱਪਾ। ਨਹੀਂ ਉਹ ਮਿੱਠੇ ਦਾ ਖਾਸ ਗੱਲ ਤੇ ਇਹਦੇ ਕੋਲ ਹੈ ਕੋਈ ਨਹੀਂ, ਇਹ ਕੋਈ ਟੈਨਸ਼ਨ ਤੂੰ ਏਦਾਂ ਦਾ ਕਰਾ ਲਓ ਜੋ ਮਰਜ਼ੀ ਐ ਕਰਾ ਲਓ, ਗੱਲ ਨਹੀਂ। ਮੈਨੂੰ ਪਤਾ ਸੀ ਮਿੱਠੇ ਨੇ ਕਰਨੀ ਹੈ। ਮੈਂ ਕਿਹਾ ਮਿੱਠੇ ਨੂੰ ਤਾਂ ਇਹ ਲਾਈਨ ਤੇ ਸ਼ੁਰੂ ਹੋਣਾ ਵਾ, ਫਿਰ ਮੈਂ ਕਿਹਾ ਨਹੀਂ ਲਾਈਨ ਤੇ ਸ਼ੁਰੂ ਹੋਏਗਾ ਤੇ ਲੋਕੀ ਕਹਿਣਗੇ ਯਾਰ ਇਹਨਾਂ ਨੇ ਕਿਤੇ। ਹਾਂਜੀ ਇਹ ਤੁਸੀਂ ਕਿਹਾ। ਫਿਰ ਮੈਂ ਕਿਹਾ ਪਹਿਲੇ ਤੂੰ ਕਰਨਾ, ਫਿਰ ਤੂੰ ਛੇੜਨਾ, ਫਿਰ ਤੂੰ ਛੇੜਨਾ, ਫਿਰ ਤੂੰ ਛੇੜਨਾ, ਐਂ ਜੋੜਾ ਸਾਰਿਆਂ ਨੇ। ਉਹਨੇ 15 ਮਿੰਟਾਂ ਜੜਾ ਕੇ ਰੱਖਤਾ। ਗੱਲ ਇਹ ਨਹੀਂ ਕਿ ਵੀ ਮੈਂ ਦੱਸਿਆ ਨਹੀਂ ਸੀ, ਗੱਲ ਇਹ ਆ ਕਿ ਜਿਹੜਾ ਉਹਦੇ ਚੋਂ ਵਾਕਈ ਉਹ ਠੱਕ ਉਹ ਪੈ ਗਿਆ, ਔਰ ਉਹ ਹਰ ਜਿਹੜਾ ਕਮੈਂਟ ਹੈ ਨਾ ਇਹ ਸੱਚਾ ਕਮੈਂਟ ਹੈ, ਜੈਨੂਇਨ, ਵਾਕਈ ਮਿੱਠਾ ਇਹਦਾ ਹੱਕਦਾਰ ਸੀ। ਨੋ ਡਾਊਟ। ਇਹਦੇ ਲੇਕਿਨ ਹੱਕ ਦਾ ਹੁਣ ਮਿੱਠੇ ਨੂੰ ਕਮ ਸੇ ਕਮ ਇੰਨੀ ਕਿਤੇ ਗੈਰਤ ਚਾਹੀਦੀ ਹੈ ਨਾ ਕਿ ਸਵੇਰੇ ਕੋਈ ਸ਼ੈ ਪਕਾ ਕੇ ਸਹੀ ਠੀਕ ਹੈ ਨਾ, ਕੋਈ ਛੋਟਾ ਗੋਸ਼ਤ ਕਿਲੋ ਉਸਤਾਦ ਜੀ ਕ੍ਰੈਡਿਟ ਜਾਂਦਾ। ਤੂੰ ਸਿਰਫ ਉਹ ਗਾਜਰਾਂ ਦਾ ਗਲਾ ਮੇਰੇ ਵਾਸਤੇ ਵੀ ਬਣਾ ਲਈ। ਓਕੇ ਡਨ। ਉਹ ਚਕੰਦਰ ਤੇ ਬਕੰਦਰ ਜਤਿੰਦਰ ਤੇ ਪੀਣਾ ਵੀ ਆ ਫਿਰ। ਹਾਂ ਮੈਂ ਪੀਣਾ। ਬਸ਼ਰਤੇ ਜ਼ਿੰਦਗੀ ਫ੍ਰਿਜ ਨਾ ਪਿਆ ਰਵੇ। ਨਹੀਂ ਮੈਂ ਪੀਆਂਗਾ। ਔਰ ਦੂਸਰੀ ਗੱਲ ਜੀ ਸਰ ਮੇਰੀਆਂ ਕੁਝ ਡਿਮਾਂਡਾਂ ਵਾ ਜੀ। ਡਿਮਾਂਡਾਂ ਤੇ ਸੁਣ ਲਓ। ਫਿਰ ਪਰਸੋਂ ਮੁਲਾਕਾਤ ਹੋਏਗੀ। ਲਵ ਯੂ।